चलो ठीक है, पिछले क्वेश्चन होएगे, मैं तुहानू PDF भेज दूंगा, तुहानू ये पता लग जाएगा। ठीक है, ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਆਪਾਂ ਦੋਨੋਂ ਆ ਸੀਰੀਜ਼ ਚਲਾਏ ਨੇ। ਠੀਕ ਹੈ, C2 ਐਂਡ C3 ਇਹਨੂੰ ਪੈਰਲਲ ਲਿਆ ਉਹਦੇ ਨਾਲ, ਤਾਂ C2 C3 C1 ਆਪਾਂ ਪਹਿਲਾਂ ਵਾਂਗੂ ਹੀ ਲਿਖ ਕੇ ਤੇ ਨਾਲ C ਇਫੈਕਟਿਵ ਕੈਲਕੂਲੇਟ ਕਰ ਲਿਆ। ਤੇ ਬਾਅਦ ਚ K ਇਫੈਕਟਿਵ ਦਾ ਕੀ ਮਤਲਬ ਆ ਕਿ ਜੇ ਇਹਨਾਂ ਤਿੰਨਾਂ ਦੀ ਬਜਾਏ ਕੋਈ ਇੱਕ ਹੀ ਮਟੀਰੀਅਲ ਭਰਿਆ ਹੁੰਦਾ ਤਾਂ ਉਹਦਾ ਕਪੈਸਿਟੈਂਸ ਉਨਾ ਹੀ ਆਂਦਾ ਜਿੰਨਾ ਇਹਨਾਂ ਤਿੰਨੋਂ ਮਟੀਰੀਅਲ ਦੇ ਨਾਲ ਆ ਰਿਹਾ। ਸੋ ਇੱਥੇ ਤੱਕ ਤਾਂ ਆਪਾਂ पिछले लैक्चर की कंटिन्यूटी सी। ठीक है, हुण तुसीं देखो नैक्सट क्वेश्चन च आपां मान लैंदे आ बिल्कुल इस तरह का एक क्वेश्चन है, पर थोड़ा ध्यान नाल सोचियो कि सीरीज पैरेलल वाली गल ना सही तरह सोचनी बहुत जरूरी होंगी। मान लो अपने को एक कैपेसिटर है, सॉरी ओबवियसली एक कैपेसिटर है ते आ दोनों प्लेट्स ने ओहदियां। हुण आपां मटीरियल ना होर तरह भरिया, जिवें पहलां भरिया सी ना उस तरह नहीं, थोड़ा अलग तरह। जिवें कि मान लो एक आपां इस तरह मटीरियल फिल किया D/2 विड्थ तक, इस तरह। ठीक है जी, ते जिहड़े बाकी दो मटीरियल ने वो आपां इस तरह फिल किए हैं। ये शायद एक रेड वाला ज़्यादा विड्थ बन गई है मेरे ख्याल नाल, पर तुसीं इग्नोर करो, तुसीं ये समझ लियो कि हाफ ही है, इस तरह एंड इस तरह, इस तरह। सो आपने को मान लो हम मटीरियल है, इसका डाइलैक्ट्रिक कांस्टेंट कुछ भी है, मान लो K1। आपने को मटीरियल है फिल किया है आप, इसका डाइलैक्ट्रिक कांस्टेंट है मान लो K2। ते आपने को मटीरियल है जिहदा विच डाइलैक्ट्रिक कांस्टेंट है K3 एंड दिस इज आ जो एरिया है इधरली प्लेट का वो है A/2, समझ सकते हो, हाफ है। ते इधरले पासे ਇਹਦਾ डिस्टेंस है D/2, ਇਹਦੀ विड्थ D/2, ਇਹਦੀ भी D/2। ਤੇ ਹੁਣ ਆਪਣੇ ਕੋਲ ਆਪਣੇ ਕੋਲ ਕੈਪੈਸਿਟਰ ਹੈ, ਪਿਛਲੇ ਕੇਸ ਨਾਲ ਡਿਫਰੈਂਟ। ਪਿਛਲੇ ਕੇਸ ਆ ਦੋਨੋਂ ਜਿਹੜੇ ਸੀਗੇ ਦੇਖੋ ਉਹ ਨੀਚੇ ਸੀਗੇ ਤੇ ਉਹ ਸੀਰੀਜ਼ ਲਏ ਆਪਾਂ, ਤੇ ਉੱਪਰ ਵਾਲੇ ਨਾਲ ਫਿਰ ਬਾਅਦ ਚ ਪੈਰਲਲ ਕਰਤਾ। ਇਸ ਕੇਸ ਚ ਕੀ ਹੋਏਗਾ ਹੁਣ ਸੋਚੋ ਹਿਮਾਨੀ। K2 ਤੇ K3 ਪੈਰਲਲਸ ਤੇ K1 ਨਾਲ ਸੀਰੀਜ਼ ਸ਼ਾਇਦ। K2 ਤੇ K3 ਪੈਰਲਲਸ ਤੇ K1 ਦੇ ਨਾਲ ਸੀਰੀਜ਼। K2 ਤੇ K3 ਪੈਰਲਲ ਚ ਕਿਉਂ ਨੇ? ਪੈਰਲਲ ਚ ਹੁਣ ਲਈ ਕੀ ਜ਼ਰੂਰੀ ਹੁੰਦਾ ਆ ਸਰ? ਹਾਇਰ ਨਾਲ ਹੋਵੇ ਤੇ ਲੋਅਰ ਨਾਲ। ਤੇ ਆ ਵੀ ਤਾਂ ਜ਼ਰੂਰੀ ਹੁੰਦਾ ਨਾ ਕਿ ਦੋਨਾਂ ਉਹਨਾਂ ਦੇ ਅਕ੍ਰੋਸ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਉਹ ਸੇਮ ਹੋਵੇ ਨਾ। ਹਾਂਜੀ ਸਰ। ਜਿਵੇਂ ਇੱਥੇ ਪੋਟੈਂਸ਼ੀਅਲ ਡਿਫਰੈਂਸ ਉੱਪਰ ਵਾਲੀ ਜਿਹੜੀ ਪਲੇਟਸ ਨੇ, ਜਿਵੇਂ ਆਹ ਵਾਲਾ ਪੁਆਇੰਟ ਦੇਖਣਾ, ਆਹ ਵਾਲਾ ਪੁਆਇੰਟ ਤੇ ਆਹ ਵਾਲਾ ਪੁਆਇੰਟ ਜਿਹੜਾ ਹੈ ਨਾ, ਇਹਨਾਂ ਦੋਨਾਂ ਵਿੱਚ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਹੈ ਉਹੀ ਇਹਨਾਂ ਦੋਨਾਂ ਚ ਹੈ, ਕਿਉਂਕਿ ਆਹ ਪੁਆਇੰਟਸ ਵੀ ਸੇਮ ਪੋਟੈਂਸ਼ੀਅਲ ਤੇ ਸੀਗੇ ਨਾ। ਜਿਵੇਂ ਆਹ ਵਾਲੇ ਪੁਆਇੰਟ ਦਾ ਪੋਟੈਂਸ਼ੀਅਲ ਤੇ ਇਹਦਾ ਸੇਮ ਹੈ, ਇਹਦਾ ਤੇ ਇਹਦਾ ਸੇਮ ਹੈ, ਸੋ ਪੋਟੈਂਸ਼ੀਅਲ ਡਿਫਰੈਂਸ ਇਹਦੇ ਅਕ੍ਰੋਸ ਤੇ ਇਹਦੇ ਅਕ੍ਰੋਸ ਸੇਮ ਸੀਗਾ ਨਾ। ਤਾਂ ਤਾਂ ਤੂੰ ਨੀਚੇ ਵਾਲੇ ਦੋਨਾਂ ਨੂੰ ਸੀਰੀਜ਼ ਮੰਨ ਕੇ ਉਹਨੂੰ ਉੱਪਰ ਲੈਣਾ ਪੈਰਲਲ ਕਰ ਪਾਈ ਨਾ। ਹਾਂਜੀ। ਪਰ ਇਸ ਕੁਐਸਚਨ ਵਿੱਚ ਜਿਵੇਂ K2 ਤੇ K3 ਨੂੰ ਜੇ ਪੈਰਲਲ ਮੰਨਿਆ ਜਾਵੇ, ਜੇ ਤੂੰ ਕਿਹਾ, ਤਾਂ ਇਹਦਾ ਮਤਲਬ K2 ਤੇ ਫਿਰ ਆਹ ਵਾਲਾ ਜਿਹੜਾ ਪੁਆਇੰਟ ਹੋਏਗਾ ਤੇ ਜਿਹੜਾ ਆਹ ਵਾਲਾ ਪੁਆਇੰਟ ਹੋਏਗਾ ਤੇ ਜਿਹੜਾ ਆਹ ਵਾਲਾ ਪੁਆਇੰਟ ਹੋਏਗਾ ਤੇ ਆਹ ਵਾਲਾ ਪੁਆਇੰਟ ਹੋਏਗਾ, ਇਹ ਸੇਮ ਪੋਟੈਂਸ਼ੀਅਲ ਤੇ ਹੋਣੇ ਚਾਹੀਦੇ ਨੇ। ਇਹ ਚ ਲਾਸਟ ਵਾਲਾ ਤਾਂ ਜ਼ਰੂਰ ਹੈ ਕਿ ਆਹ ਵਾਲਾ ਪੁਆਇੰਟ ਤੇ ਆਹ ਵਾਲੇ ਪੁਆਇੰਟ ਦਾ ਪੋਟੈਂਸ਼ੀਅਲ ਸੇਮ ਹੈ, ਇਹ ਗੱਲ ਪੱਕੀ ਹੈ ਨਾ। ਯੈਸ ਸਰ। ਪਰ ਹੁਣ ਉੱਪਰ ਦੇਖਣਾ ਪੈਣਾ ਆਪਾਂ ਨੂੰ ਕਿ ਉੱਪਰ ਕੀ ਆਹ ਵਾਲਾ ਪੁਆਇੰਟ ਜਿਹੜਾ ਹੈ ਤੇ ਆਹ ਵਾਲਾ ਪੁਆਇੰਟ ਹੈ ਕਿ ਇਹ ਸੇਮ ਪੋਟੈਂਸ਼ੀਅਲ ਤੇ ਹੈਗੇ ਨੇ, ਕਿਉਂਕਿ ਇੱਥੇ ਬਹੁਤ ਸਾਰੀ ਚੀਜ਼ਾਂ ਤੇ ਧਿਆਨ ਰੱਖਣਾ ਪੈਂਦਾ ਆਪਾਂ ਨੂੰ। ਸੋਚ ਕੇ ਦੇਖੋ ਕਿ ਵੋਲਟੇਜ ਅਕ੍ਰੋਸ C2 ਐਂਡ C3 ਜਿਹੜਾ ਹੈ ਇਹ ਸੇਮ ਹੋਏਗਾ ਕਿ ਨਹੀਂ, ਕਿਉਂਕਿ ਜਿਹੜਾ ਵੋਲਟੇਜ ਇਸ ਦੇ ਅਕ੍ਰੋਸ ਡ੍ਰੌਪ ਹੋਏਗਾ ਇਹਦੇ ਅਕ੍ਰੋਸ ਨਾ, ਆ ਯੈਲੋ ਵਾਲੇ ਦੇ ਅਕ੍ਰੋਸ, ਉਹਦਾ ਰੀਜ਼ਨ ਕੌਣ ਹੋਏਗਾ? ਇਹਦੇ ਅੰਦਰ ਦਾ ਇਲੈਕਟ੍ਰਿਕ ਫੀਲਡ ਨਾ। ਯੈਸ। ਤੇ ਜਿਹੜਾ ਇਹਦੇ ਅਕ੍ਰੋਸ ਪੋਟੈਂਸ਼ੀਅਲ ਡਿਫਰੈਂਸ ਹੋਏਗਾ ਉਹਦਾ ਰੀਜ਼ਨ ਕੌਣ ਹੋਗਾ? ਇਹਦੇ ਅੰਦਰ ਦਾ ਇਲੈਕਟ੍ਰਿਕ ਫੀਲਡ ਨਾ। ਤੇ ਡਿਸਟੈਂਸ ਤਾਂ ਦੋਨਾਂ ਦਾ ਸੇਮ ਹੀ ਹੈ ਨਾ, ਆ ਵੀ D/2 ਤੇ ਆ ਵੀ D/2 ਹੀ ਹੈ ਨਾ। ਯੈਸ ਸਰ। ਇਲੈਕਟ੍ਰਿਕ ਫੀਲਡ ਕੀ ਦੋਨਾਂ ਵਿੱਚ ਸੇਮ ਹੋਏਗਾ? K2 ਡਾਇਲੈਕਟ੍ਰਿਕ ਕਾਂਸਟੈਂਟ ਤੇ K3 ਡਾਇਲੈਕਟ੍ਰਿਕ ਕਾਂਸਟੈਂਟ ਵਿੱਚ। ਪਰ ਸਰ ਆਪਾਂ ਐਵੇਂ ਨਹੀਂ ਸੋਚ ਸਕਦੇ ਕਿ ਜੇ ਆਪਾਂ ਮਤਲਬ ਸਟਾਰਟ ਲੈਫਟ ਸਾਈਡ ਤੋਂ ਰੈਡ ਵਾਲੇ ਦੀ ਕ੍ਰੋਸ ਆਈਏ ਤਾਂ ਸੇਮ ਡਿਸਟੈਂਸ ਟਰੈਵਲ ਕੀਤਾ ਤੇ ਸੇਮ ਡਾਇਲੈਕਟ੍ਰਿਕ ਕਾਂਸਟੈਂਟ ਹੈ K1, ਤਾਂ ਉਨਾ ਹੀ ਵੋਲਟੇਜ ਡ੍ਰੌਪ ਹੋਇਆ ਹੁੰਦਾ। ਜਿਹੜਾ ਚਾਰਜ ਡਿਸਟ੍ਰੀਬਿਊਸ਼ਨ ਹੁੰਦਾ ਆ ਉਹ ਤੇ ਫਰਕ ਪੈਂਦਾ ਨਾ। ਜਿਵੇਂ ਪਿਛਲੀ ਵਾਰੀ ਆਪਾਂ ਕੀਤਾ ਸੀ ਕਿ ਆ ਜਦੋਂ ਆਪਾਂ ਇੱਕ ਪਾਸੇ ਡਾਇਲੈਕਟ੍ਰਿਕ ਪੂਰਾ ਭਰਿਆ ਹੋਇਆ ਸੀ ਹਨਾ, ਤੇ ਇੱਕ ਪਾਸੇ ਡਾਇਲੈਕਟ੍ਰਿਕ ਨਹੀਂ ਸੀਗਾ ਹਨਾ, ਖਾਲੀ ਸੀ। ਯੈਸ। ਆਪਾਂ ਪਿਛਲੀ ਵਾਰ ਕੁਐਸਚਨ ਕੀਤਾ ਨਾ ਹਨਾ,
ਜਿਹੜਾ ਡਾਇਲੈਕਟ੍ਰਿਕ ਜਿੱਥੇ ਭਰਿਆ ਹੋਇਆ ਸੀ ਉੱਥੇ ਆਪਣੇ ਕੋਲ ਚਾਰਜ ਐਕੂਮੂਲੇਸ਼ਨ ਵੀ ਤਾਂ ਬਦਲ ਗਈ ਸੀ ਨਾ, ਪਰ ਅੰਦਰ ਉਹਦੇ ਇਲੈਕਟ੍ਰਿਕ ਫੀਲਡ ਸੇਮ ਰੱਖਿਆ ਸੀ ਤਾਂ ਹੀ ਪੋਟੈਂਸ਼ੀਅਲ ਡਿਫਰੈਂਸ ਸੇਮ ਆਇਆ ਸੀ, ਹਨਾ। ਸੋ ਬੇਸਿਕਲੀ ਚਾਰਜ ਨੂੰ ਆਪਾਂ ਬਿਲਕੁਲ ਇਕੁਅਲੀ ਡਿਸਟ੍ਰੀਬਿਊਟ ਨਹੀਂ ਨਾ ਕਰਕੇ ਚੱਲ ਰਹੇ ਇਸ ਤਰ੍ਹਾਂ ਦਾ ਕੁਝ ਵੀ। ਸੋ ਕਿਉਂਕਿ ਇਹਦੇ ਬਾਅਦ ਜੇ ਮੈਟਲ ਹੁੰਦੀ ਨਾ, ਇੱਥੇ ਮੈਟਲ ਪਲੇਟ ਹੀ ਹੁੰਦੀ ਤਾਂ ਸ਼ਾਇਦ ਆਪਾਂ ਹੋਰ ਤਰ੍ਹਾਂ ਸੋਚਦੇ, ਪਰ ਇੱਥੇ ਤਾਂ ਆਪਾਂ ਨੂੰ ਪਤਾ ਲੱਗ ਰਿਹਾ ਕਿ ਆਹ ਅਲੱਗ ਮਟੀਰੀਅਲ ਹੈ, ਅਲੱਗ ਮਟੀਰੀਅਲ ਹੈ, ਤਾਂ ਪੋਟੈਂਸ਼ੀਅਲ ਡ੍ਰੌਪ ਜਿਹੜਾ ਆ ਇਹਦੇ ਅਕ੍ਰੋਸ ਤੇ ਇਹਦੇ ਅਕ੍ਰੋਸ ਉਹ ਅਲੱਗ-ਅਲੱਗ ਹੋਏਗਾ। ਤੇ ਜੇ ਇਧਰੋਂ ਇੱਧਰ ਨੂੰ ਜਾ ਕੇ ਸੋਚਾਂ, ਮੈਂ ਉਧਰ ਲੈਫਟ ਟੂ ਰਾਈਟ ਨਹੀਂ, ਰਾਈਟ ਟੂ ਲੈਫਟ ਜਾ ਕੇ ਸੋਚਾਂ, ਇਧਰੋਂ ਵਾਪਸ ਜਾਵਾਂ ਇੱਧਰ, ਤਾਂ ਇੱਥੇ ਪੋਟੈਂਸ਼ੀਅਲ ਕੁਝ ਹੋਰ ਆਏਗਾ, ਇੱਥੇ ਕੁਝ ਹੋਰ ਹੋਣਾ ਚਾਹੀਦਾ ਹੈ। ਕਿਉਂ? ਕਿਉਂਕਿ ਇਹਨਾਂ ਦੇ ਵਿਚਕਾਰ ਇਲੈਕਟ੍ਰਿਕ ਫੀਲਡ ਡਿਫਰੈਂਟ ਨੇ। ਇੱਧਰ ਜਿਹੜਾ ਚਾਰਜ ਹੋਊਗਾ ਨਾ ਇਸ ਫੇਸ ਤੇ ਇਸ ਫੇਸ ਤੇ, ਉਹ ਚਾਰਜ ਚ ਡਿਫਰੈਂਸ ਹੋਏਗਾ। ਸੋ ਇਹਦੇ ਵਿੱਚ ਉਹ ਵੀ ਇੱਕ ਰੋਲ ਪਲੇ ਕਰੇਗਾ। तो ਇੱਥੇ ਆਪਾਂ ਨੂੰ ਕਿਸੇ ਹੋਰ ਤਰ੍ਹਾਂ ਸੋਚਣਾ ਚਾਹੀਦਾ ਹੈ, ਥੋੜਾ ਜ਼ਿਆਦਾ ਬੈਟਰ ਤਰੀਕੇ ਨਾਲ। ਪਹਿਲੀ ਗੱਲ ਤਾਂ ਇਹ ਕਰਨਾ ਚਾਹੀਦਾ ਕਿ C1 C2 C3 ਲਿਖਣਾ ਚਾਹੀਦਾ ਆਪਾਂ ਨੂੰ, ਹਨਾ। ਪਹਿਲਾਂ ਉਹ ਲਿਖ ਲਈਏ, ਫਾਈਂਡ C ਇਫੈਕਟਿਵ। ਪਹਿਲਾਂ ਦੇਖੋ C1 ਕੀ ਹੋਏਗਾ, ਦੱਸੋ ਮੈਨੂੰ ਪਹਿਲਾਂ। ਆਏਗਾ, ਹਨਾ। यस ਤੇ C2 ਕੀ ਹੋਏਗਾ, A/2/D/2 ਹੋ ਜਾਏਗਾ बेसिकली, ਤੇ ਨਾਲ ਆਏਗਾ K2, बेसिकली 2 कैंसिल हो जाएगा बाद। C3 ਕੀ ਹੋਏਗਾ, ਆਏਗਾ ਨਾ। ਫਿਰ यस ਇਹਦੇ ਚ ਪਤਾ ਤੁਸੀਂ ਕੀ ਸੋਚੋਗੇ, ਬਹੁਤ ਧਿਆਨ ਨਾਲ ਦੇਖਣਾ। ਹੁਣ ਦੇਖੀਏ ਆਪਣੀ ਜਿਹੜੀ ਇਸ ਤਰ੍ਹਾਂ ਦੀ ਕਨਫਿਊਜ਼ਨ ਜਿਹੜੀ ਹੈ ਉਹ ਦੂਰ ਹੋਏਗੀ ਜੇ ਆਪਾਂ ਐ ਕਰ ਲਈਏ ਨਾ, ਇਹਨੂੰ ਵੀ ਦੋ ਹਿੱਸਿਆਂ 'ਚ ਤੋੜ ਲਈਏ, ਠੀਕ ਹੈ। ਇਹਦਾ ਕਪੈਸਿਟੈਂਸ, ਕਿਉਂਕਿ ਹੁਣ ਆਹ ਵਾਲਾ ਕਪੈਸਿਟਰ ਤੇ ਆਹ ਵਾਲਾ ਕਪੈਸਿਟਰ ਜਿਹੜਾ ਇਹਨੂੰ ਆਪਾਂ ਤੋੜ ਕੇ ਅੱਧਾ ਨਾ, ਇਹ ਵਾਲਾ ਅੱਧਾ ਉੱਪਰ ਨਾਲ ਅਟੈਚ ਕਰ ਲਓ, ਯਾਨੀ ਇਹਨਾਂ ਦੋਨਾਂ ਨੂੰ ਅਟੈਚ ਕਰ ਲਓ ਤੇ ਇਹਨਾਂ ਦੋਨਾਂ ਨੂੰ ਅਟੈਚ ਕਰ ਲਓ, ਤਾਂ ਇਹ ਗੱਲ ਪੱਕੀ ਹੈ ਵੀ ਆਹ ਪੁਆਇੰਟ ਤੇ ਪੋਟੈਂਸ਼ੀਅਲ ਜਿਹੜਾ ਤੇ ਆਹ ਵਾਲੇ ਪੋਟੈਂਸ਼ੀਅਲ ਇਹਦਾ ਪੱਕਾ ਸੇਮ ਹੈ ਨਾ। ਤੇ ਆਹ ਪੁਆਇੰਟ ਤੇ ਜੋ ਪੋਟੈਂਸ਼ੀਅਲ ਤੇ ਆਹ ਪੁਆਇੰਟ ਤੇ ਪੋਟੈਂਸ਼ੀਅਲ ਉਹ ਵੀ ਸੇਮ ਹੈ। ਤਾਂ ਬੇਸਿਕਲੀ ਆਪਾਂ ਇਹਨਾਂ ਦੋਨਾਂ ਨੂੰ ਕੀ ਲੈ ਲਈਏ, ਸੀਰੀਜ਼, ਤੇ ਇਹਨਾਂ ਦੋਨਾਂ ਨੂੰ ਕੀ ਲੈ ਲਈਏ, ਸੀਰੀਜ਼, ਤੇ ਬਾਅਦ ਆਪਸ ਕੀ ਕਰ ਲਈਏ, ਪੈਰਲਲ। ਕਿਉਂਕਿ ਜਦੋਂ ਤੁਸੀਂ ਕੱਲ ਵਾਲੇ ਲੈਕਚਰ ਜੀ ਦੇਖਿਓ ਐਂਡ ਵਿੱਚ ਦੁਬਾਰਾ ਉਹਨੂੰ ਧਿਆਨ ਨਾਲ, ਕਿ ਜਦੋਂ ਡਾਇਲੈਕਟ੍ਰਿਕ ਪੈ ਜਾਂਦੇ ਨੇ ਵਿੱਚ ਤਾਂ ਉਹਦੇ ਕਰਕੇ ਚਾਰਜ ਡਿਸਟ੍ਰੀਬਿਊਸ਼ਨ ਪਲੇਟਾਂ ਦੇ ਉੱਪਰ ਜਿਹੜੀ ਆ ਉਹ ਯੂਨੀਫਾਰਮ ਨਹੀਂ ਨਾ ਰਹਿੰਦੀ। ਫਿਰ ਉਹਦੇ ਕਰਕੇ ਤੁਸੀਂ ਇਲੈਕਟ੍ਰਿਕ ਫੀਲਡ ਦੇ ਬਾਰੇ ਬਿਲਕੁਲ ਉਸੇ ਐਂਗਲ ਤੋਂ ਉਸੇ ਤਰ੍ਹਾਂ ਬਿਲਕੁਲ ਨਹੀਂ ਸੇਮ ਸੋਚ ਕੇ ਚੱਲ ਸਕਦੇ ਕੁਝ। ਪਰ ਆਹ ਗੱਲ ਪੱਕੀ ਹੈ ਕਿ ਆਹ ਜਿਹੜੀ ਪਲੇਟ ਦਾ ਆਹ ਵਾਲਾ ਪੁਆਇੰਟ ਹੈ ਤੇ ਆਹ ਵਾਲਾ ਪੁਆਇੰਟ ਹੈ, ਆਹ ਇਹਨਾਂ ਦੇ ਕ੍ਰਾਸ ਪੋਟੈਂਸ਼ੀਅਲ ਹੈ ਜੋ, ਤੇ ਆਹ ਵਾਲਾ ਪੁਆਇੰਟ ਤੇ ਆਹ ਵਾਲਾ ਪੁਆਇੰਟ ਦੇ ਪੋਟੈਂਸ਼ੀਅਲ ਕ੍ਰਾਸ ਸੇਮ ਹੋਏਗਾ, ਇਹ ਗੱਲ ਪੱਕੀ ਹੈ। ਤੇ ਉਹ ਦੇਖਿਓ ਕਿ ਉਹ ਮੈਟਲ ਪਲੇਟਸ ਨੇ, ਠੀਕ ਹੈ। ਸੋ ਆਪਾਂ ਕੀ ਕਰਾਂਗੇ, ਉੱਪਰ ਵਾਲੇ ਨੂੰ ਜਿਹੜਾ ਜੋੜਾਂਗੇ ਜਦੋਂ, ਤਾਂ ਉੱਪਰ ਵਾਲੇ ਵਿੱਚ ਆਪਾਂ ਨੂੰ ਕੀ ਲੈਣਾ ਪਏਗਾ, ਦੇਖੋ ਆਪਾਂ ਐ ਕਰਦੇ ਹਾਂ। ਹੁਣ ਆਪਾਂ ਇਹਨੂੰ C1 ਦੇ ਵਿੱਚੋਂ ਆ ਪੂਰਾ C1 ਦਾ ਲਿਖਿਆ ਸੀ ਨਾ ਆਪਾਂ ਇਹ ਚੋਂ ਇਹਨੂੰ ਕਹਿ ਦਿੰਦੇ ਆ C1 ਡੈਸ਼, ਇਹਨੂੰ ਕਹਿ ਦਿੰਦੇ ਆ C2 ਡੈਸ਼, ਠੀਕ ਹੈ ਗੱਲ। ਤੇ C1 ਡੈਸ਼ ਕਿੰਨਾ ਹੋਏਗਾ ਫਿਰ ਦੱਸੋ, ਆ ਹੋਏਗਾ बेसिकली A/2/D/2 होना सी, आ भी आ होएगा ना। देखो समझ लग रही गल, यस सर। ठीक है। उस तो बाद तुसी की करोगे, जेड़ा C1 ते आ वाला है जेड़ा C1 डैश एंड जेड़ा C2 है, ये दोनों की होंगे आपस में सीरीज, फिर C2 डैश एंड C3 जो होंगे ये होंगे इन सीरीज, ते जो इन्हां दा आंसर आएगा दोनों आपस की होंगे पैरेलल। समझ लगी गल? यस तो मैं लिख नहीं रहा कुछ भी, अपने आप करो तुसी, उस तो बाद इहनू सॉल्व करके फिलहाल जस्ट आपां तुहानू दसी है गल। ਹੁਣ ਤੁਸੀਂ ਨਾ ਇੱਕ ਬੜੀ ਇੰਪੋਰਟੈਂਟ ਜੀ ਗੱਲ ਹੈ ਇਹਦੇ ਵਿੱਚ, ਆਪਾਂ ਗੱਲ ਸਮਝੀਏ ਪਹਿਲਾਂ ਤਾਂ ਵੀ ਕੁਐਸਚਨ ਇਸ ਤੋਂ ਪਹਿਲਾਂ ਮੈਂ ਲਿਖਾਂ, ਆਪਾਂ ਕੋਈ ਗੱਲ ਸਮਝੀਏ ਕਿ ਜਦੋਂ ਤੁਸੀਂ ਵਰਕ ਡਨ ਬਾਈ ਐਕਸਟਰਨਲ ਫੋਰਸ ਦੀ ਗੱਲ ਕਰਦੇ ਸੀ ਨਾ, ਵਰਕ ਡਨ ਬਾਈ ਐਕਸਟਰਨਲ ਫੋਰਸ ਜਦੋਂ ਆ ਕੈਲਕੂਲੇਟ ਕਰਦੇ ਹੋ ਇਨ ਦਾ ਕੈਪੈਸਿਟਰਸ, ਤਾਂ ਬੇਸਿਕਲੀ ਕੈਪੈਸਿਟਰ ਦੇ ਵਿੱਚ ਵਰਕ ਡਨ ਬਾਈ ਐਕਸਟਰਨਲ ਫੋਰਸ ਦਾ ਜੋ ਰੋਲ ਤੁਸੀਂ ਹੁਣ ਤੱਕ ਦੇਖਿਆ, ਤੁਸੀਂ ਆ ਦੇਖਿਆ ਕਿ ਮੰਨ ਲਓ ਕੋਈ ਕੈਪੈਸਿਟਰ ਹੈ ਇਸ ਤਰ੍ਹਾਂ, ਤੇ ਕੈਪੈਸਿਟਰ ਮੰਨ ਲਓ ਆਈਸੋਲੇਟਿਡ ਹੈ, ਤੇ ਤੁਸੀਂ ਕੈਪੈਸਿਟਰ ਨੂੰ ਕੋਈ ਐਕਸਟਰਨਲ ਫੋਰਸ ਲਗਾ ਕੇ ਇੱਧਰ ਖਿੱਚਦੇ ਹੋ ਤੇ ਇਹਦਾ ਜਿਹੜਾ ਡਿਸਟੈਂਸ ਹੈ ਉਹਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਹੋ F ਐਕਸਟਰਨਲ ਲਗਾ ਕੇ। ਤੁਸੀਂ ਆਹ ਦੇਖਿਆ ਸੀ ਨਾ ਉਸ ਤੋਂ ਪਹਿਲਾਂ, ਜਾਂ ਫਿਰ ਤੁਸੀਂ ਅਬਲੇ ਜਾਂ ਇੱਧਰ ਲੈ ਜਾਓਗੇ ਜਾਂ ਇੱਧਰ ਲੈ ਜਾਓਗੇ F ਐਕਸਟਰਨਲ ਲਗਾ, ਡਿਸਟੈਂਸ ਜਾਂ ਵਧਾ ਦੋਗੇ ਜਾਂ ਘਟਾ ਦੋਗੇ। ਜਾਂ ਫਿਰ ਦੂਸਰਾ ਪਾਰਟ ਤੁਸੀਂ ਇਹ ਦੇਖਿਆ ਸੀ ਕਿ ਜੇ ਬੈਟਰੀ ਲੱਗੀ ਹੋਵੇ ਤਾਂ ਆਹੀ ਕੰਮ ਕਿਵੇਂ ਹੋਏਗਾ, ਜਿਵੇਂ ਜੇ ਬੈਟਰੀ ਲਗਾ ਦਈਏ ਆਪਾਂ ਨਾਲ
ਤੇ ਉਦੋਂ ਕੀ ਹੋਏਗਾ। ਉਸ ਕੇਸ 'ਚ ਵੀ ਆਪਾਂ ਇਦਾਂ ਦੇ ਚੀਜ਼ਾਂ ਦੇਖੀਆਂ ਕਿ ਜੇ ਇਸ ਕੇਸ ਦੇ ਵਿੱਚ ਹੁਣ ਐਫ ਐਕਸਟਰਨਲ ਹੋਵੇ ਤੇ ਜਿਹੜਾ ਕਿ ਪਲੇਟ ਦੇ ਡਿਸਟੈਂਸ ਨੂੰ ਵਧਾਏ ਜਾਂ ਘਟਾਏ ਦੈਨ ਕੀ ਹੋਏਗਾ। ਤੇ ਇਸ ਦੌਰਾਨ ਵੀ ਆਪਾਂ ਇਹ ਦੇਖਿਆ ਸੀ ਕਿ ਜੇ ਆਪਾਂ ਵਿੱਚ ਡਾਇਲੈਕਟ੍ਰਿਕ ਭਰਿਆ ਹੋਵੇ ਤਾਂ ਕੀ ਹੋਏਗਾ ਜਾਂ ਡਾਇਲੈਕਟ੍ਰਿਕ ਨਾ ਭਰਿਆ ਹੋਵੇ ਤਾਂ ਕੀ ਹੋਏਗਾ। ਇਹ ਗੱਲ ਆਪਾਂ ਤੇ 4 ਚੀਜ਼ਾਂ ਬਣ ਗਈਆਂ ਆਪਾਂ ਕਰ ਚੁੱਕੇ ਹਾਂ ਪਹਿਲਾਂ। ਸੋ ਹੁਣ ਐਫ ਐਕਸਟਰਨਲ ਜਿਹੜਾ ਹੈ ਨਾ ਉਹ ਵਾਲਾ ਜਦੋਂ ਆਪਾਂ ਆਈਸੋਲੇਟਿਡ ਕੈਪੈਸਿਟਰ 'ਚ ਕਰਦੇ ਹਾਂ ਆਪਾਂ ਕੀ ਕਰਦੇ ਹਾਂ ਕਿ ਜਿਹੜੀ ਕੈਪੈਸਿਟਰ ਦੇ ਵਿੱਚ ਇਨੀਸ਼ੀਅਲ એનર્ਜੀ ਹੈਗੀ ਸੀ ਪਹਿਲਾਂ ਪਲੱਸ ਜਿਹੜੀ ਬੈਟਰੀ ਵਾਲੀ એનર્ਜੀ ਤਾਂ ਇੱਥੇ ਆਏਗੀ ਨਹੀਂ ਨਾ ਤਾਂ ਵਰਕ ਡਨ ਬਾਈ ਐਕਸਟਰਨਲ ਫੋਰਸ ਹੀ ਲਿਖਦੇ ਫਿਰ ਆਪਾਂ ਹਨਾ ਐਂਡ ਦੈਟ ਇਜ਼ ਇਕੁਅਲ ਟੂ ਕੀ ਆਉਂਦੀ ਹੈ ਫਾਈਨਲ એનર્ਜੀ ਆਫ ਦਾ ਕੈਪੈਸਿਟਰ ਆਈ ਆਉਂਦੀ ਨਾ ਇਕੁਏਸ਼ਨ ਜਿਹੜੀ ਯੂਜ਼ ਕਰਦੇ ਇਸ ਕੇਸ ਕੀ ਆਉਂਦਾ ਹੈ ਇਸ ਕੇਸ 'ਚ ਇਨੀਸ਼ੀਅਲ એનર્ਜੀ ਜੋ ਕੈਪੈਸਿਟਰ ਦੀ ਹੈ प्लस जो एक्सटर्नल वर्क डन हो गया होते एक्सटर्नल प्लस एनर्जी गिवन बाय या लॉस बाय बैटरी है ना यस प्लस फिर इक्वल टू फिर फाइनल आता है बस आ दोनों चीज़ों में भी साफ फर्क होता है कि जो बैटरी नहीं है तो आ इक्वेशन बनती है बैटरी है तो आ इक्वेशन बनती है तो वर्क डन बाय एक्सटर्नल फोर्स आ जाता है क्लीयर है गल इस तो अलावा एक होर एक्सटर्नल वर्क डन होता है ਆ ਬੜਾ ਇੰਪੋਰਟੈਂਟ ਹੈ ਮੈਂ ਤੁਹਾਨੂੰ ਪਹਿਲਾਂ ਸਮਝਾ ਦਿੰਦਾ ਫਿਰ ਬਾਅਦ ਚ ਆਪਾਂ ਇਹਦੇ ਬਾਰੇ ਕੁਐਸਚਨ ਦੇਖਦੇ ਹਾਂ ਕਿ ਉਹ ਕਹਿੰਦੇ ਕਿ ਜੇ ਆਪਾਂ ਕੋਈ ਪਲੇਟ ਲੈ ਲਈਏ ਇਸ ਤਰ੍ਹਾਂ ਮੰਨ ਲਓ ਮੈਟਲ ਪਲੇਟ ਹੈ ਕੈਪੈਸਿਟਰ ਦੀ ਤੇ ਇਹਦੇ ਅਕ੍ਰੋਸ ਮੰਨ ਲਓ ਅਸੀਂ ਬੈਟਰੀ ਲਗਾਈ ਹੋਈ ਹੈ 20 ਵੋਲਟ ਦੀ ਤੇ ਇਹਦਾ ਕੈਪੈਸਿਟੈਂਸ ਹੈ C ਸੋ ਇਹਦੇ ਅਕ੍ਰੋਸ ਵੋਲਟੇਜ ਹੈ V ਠੀਕ ਹੈ ਗੱਲ ਇਹਦੇ ਨਾਲ ਕੀ ਹੋਏਗਾ ਇਸ ਬੈਟਰੀ ਇਹਦੇ ਉੱਪਰ ਪੋਜ਼ਿਟਿਵ ਚਾਰਜ ਆ ਜਾਏਗਾ ਇਨਰ ਫੇਸ ਤੇ ਸ਼ੋ ਕਰਨਾ ਹੁੰਦਾ ਮੈਂ ਬਾਹਰ ਤੇ ਸ਼ੋ ਕਰਦਾ ਸਮਝ ਲਓ ਇਨਰ ਤੇ ਕਰਨਾ ਸੀ ਸ਼ੋ ਆ ਨੈਗੇਟਿਵ ਚਾਰਜ ਆ ਗਿਆ ਠੀਕ ਹੈ ਹੁਣ ਕੀ ਹੋਗਾ ਜੇ ਆਪਾਂ ਇਹਦੇ ਵਿੱਚ ਕੋਈ ਡਾਈਇਲੈਕਟ੍ਰਿਕ ਸਲੈਬ ਨੂੰ ਲੈ ਕੇ ਆਉਂਦੇ ਆ ਤਾਂ ਬੇਸਿਕਲੀ ਇੱਕ ਚੀਜ਼ ਹੁੰਦੀ ਹੈ ਦੇਖੋ ਕੀ ਹੁੰਦਾ ਆ ਮੰਨ ਲਓ ਜੇ ਡਾਈਇਲੈਕਟ੍ਰਿਕ ਸਲੈਬ ਨੂੰ ਮੈਂ ਇਹਦੇ ਵਿੱਚ ਲੈ ਕੇ ਆ ਰਿਹਾ ਜਸਟ ਮੈਂ ਹਲੇ ਉੱਪਰ ਪੂਰੀ ਲਿਆਇਆ ਨਹੀਂ ਹੈ ਪਰ ਸਲੈਬ ਨੂੰ ਇਹਦੇ ਅੰਦਰ ਮੈਂ ਫਿੱਟ ਕਰਨ ਜਾ ਰਿਹਾ ਬਿਲਕੁਲ ਇਹਦੇ ਸਾਈਜ਼ ਦੀ ਇਸ ਤਰ੍ਹਾਂ ਬਿਲਕੁਲ ਸਾਈਜ਼ ਦੀ ਹੈ ਇਸ ਤਰ੍ਹਾਂ ਦੀ ਮੈਂ ਬਸ ਰਸਤੇ ਵਿੱਚ ਹਲੇ ਇੰਨਾ ਕਿ ਲਿਆਇਆ ਮੈਂ ਇਹਦੀ ਗੱਲ ਕਰ ਰਿਹਾ ਆ ਡਾਈਇਲੈਕਟ੍ਰਿਕ ਸਲੈਬ ਹੈ ਜਿਹੜੀ ਇਹਦੇ ਵਿੱਚ ਪਾਣੀ ਹੈ ਜੋ ਡਾਈਇਲੈਕਟ੍ਰਿਕ ਸਲੈਬ ਨੂੰ ਲੈ ਕੇ ਆਨੇ ਸਲੈਬ ਦੇ ਵਿੱਚ ਜੋ ਵੀ ਸਾਰੇ ਪ੍ਰੋਸੈਸ ਹੁੰਦੇ ਨੇ ਜੋ ਆਪਾਂ ਤੁਹਾਨੂੰ ਸਮਝਾ ਚੁੱਕੇ ਹਾਂ ਤੁਹਾਨੂੰ ਪਤਾ ਪੋਜ਼ਿਟਿਵ ਵਾਲੇ ਪਾਸੇ ਡਾਇਲੈਕਟ੍ਰਿਕ ਸਲੈਬ 'ਚ ਕਿਹੜਾ ਚਾਰਜ ਆਉਂਦਾ ਨੈਗੇਟਿਵ ਆਉਂਦਾ ਨਾ यस ਤੇ ਨੈਗੇਟਿਵ ਵਾਲੇ ਪੋਜ਼ਿਟਿਵ ਆਉਂਦਾ ਜੋ ਵੀ ਹੈ ਪੋਲਰਾਈਜੇਸ਼ਨ ਆਫ ਮਟੀਰੀਅਲ ਵਾਟਐਵਰ ਜੋ ਮੈਂ ਤੁਹਾਨੂੰ ਸਮਝਾਈ ਸੀ ਗੱਲ ਹੁਣ ਤੁਸੀਂ ਇਹ ਦੇਖੋ ਕਿ ਜੇ ਆ ਨੈਗੇਟਿਵ ਆਇਆ ਤੇ ਆ ਪੋਜ਼ਿਟਿਵ ਆਇਆ ਤਾਂ ਬੇਸਿਕਲੀ ਆ ਜਿਹੜਾ ਪੋਜ਼ਿਟਿਵ ਹੈਗਾ ਤੁਹਾਡੀਆਂ ਪਲੇਟਾਂ ਦਾ ਜਿਹੜੀ ਤੁਹਾਡੀ ਆ ਪਲੇਟਸ ਨੇ ਆਪਾਂ ਇਸ ਪ੍ਰੋਸੀਜਰ ਨੂੰ ਇਸ ਤਰ੍ਹਾਂ ਡਾਇਰੈਕਟਲੀ ਕੈਲਕੂਲੇਟ ਨਹੀਂ ਕਰਾਂਗੇ ਆਪਾਂ ਅਲੱਗ ਤਰ੍ਹਾਂ ਜਾਵਾਂਗੇ ਆਪਾਂ ਇੱਕ ਵਾਰ ਗੱਲ ਸਮਝ ਲਓ ਬਸ ਆ ਜਿਹੜੀ ਪੋਜ਼ਿਟਿਵ ਚਾਰਜ ਹੈਗਾ ਪਲੇਟਸ ਦਾ ਇਹ ਇਸ ਦੇ ਨੈਗੇਟਿਵ ਚਾਰਜ ਨੂੰ ਡਾਇਇਲੈਕਟ੍ਰਿਕ ਦੇ ਇਧਰ ਨੂੰ ਫੋਰਸ ਲਾਏਗਾ ਨਾ ਕਿਤੇ ਇਧਰ ਨੂੰ ਹਨਾ ਰਫਲੀ ਸੋਚੋ ਬਸ ਹਨਾ ਤੇ ਆ ਜਿਹੜਾ ਨੈਗੇਟਿਵ ਚਾਰਜ ਹੈਗਾ ਪਲੇਟ ਦੇ ਉੱਪਰ ਇਹ ਪੋਜ਼ਿਟਿਵ ਜਿਹੜਾ ਡਿਵੈਲਪ ਹੋਇਆ ਇਹਨੂੰ ਇਧਰ ਨੂੰ ਫੋਰਸ ਲਾਏਗਾ ਕਿ ਨਹੀਂ ਦੱਸੋ ਸਮਝ ਲੱਗ ਰਹੀ ਗੱਲ डायरेक्शन नहीं पता लग रही है डायरेक्शन किਵੇਂ ਦਿਖਾ ਰਹੇ ਹੋ ਤੁਸੀਂ मैं कह रहा कि मैं आ प्लेट ली ठीक है प्लेट ਨੂੰ ਆਪਾਂ ਸੌਰੀ ਇੱਕ ਕੈਪੈਸਿਟਰ ਲਿਆ ਉਹਨੂੰ ਚਾਰਜ ਕੀਤਾ ਉਹਦੇ ਉੱਪਰ ਨਾ ਉੱਪਰੋਂ ਦੀ ਆਪਾਂ ਹੁਣ ਇਹਨੂੰ ਲੈ ਕੇ ਆ ਰਹੇ ਆ ਇੱਕ ਡਾਇਇਲੈਕਟ੍ਰਿਕ ਸਲੈਬ ਨੂੰ ਪਾਣ ਜਾ ਰਹੇ ਆ ਵਿੱਚ ਆਪਾਂ ਥੋੜੀ ਜੀ ਬਸ ਐਂਟਰ ਕਰਾ ਕੇ ਛੱਡੀ ਹੈ ਸਮਝ ਲਓ ਉਸ ਤੋਂ ਬਾਅਦ ਕੀ ਹੈ ਕਿ ਕੈਪੈਸਿਟਰ ਮੈਂ ਦਿਖਾ ਰਿਹਾ ਤੁਹਾਨੂੰ ਕੈਪੈਸਿਟਰ ਦੇ ਉੱਪਰ ਜਿਹੜਾ ਚਾਰਜ ਆ ਉਹਨੇ ਆਪਣੇ ਆਪ ਹੀ ਡਾਇਇਲੈਕਟ੍ਰਿਕ ਸਲੈਬ ਦੇ ਉੱਪਰ ਇੱਕ ਚਾਰਜ ਡਿਵੈਲਪ ਕੀਤਾ ਹੈ ਨਾ ਆਹ ਵਾਲਾ ਇੰਡਿਊਸ ਚਾਰਜ ਆਹ ਵਾਲਾ ਤੇ ਆਹ ਵਾਲਾ ਤੇ ਉਸ ਤੋਂ ਬਾਅਦ ਉਹਦੇ ਕਰਕੇ ਫੋਰਸ ਆਫ ਅਟਰੈਕਸ਼ਨ ਫੀਲ ਹੋ ਰਿਹਾ ਉਹਨੂੰ ਹੈ ਨਾ ਹਾਂਜੀ ਤੇ ਆ ਦੋਨਾਂ ਫੋਰਸਿਸ ਦਾ ਜਿਹੜਾ ਨੈਟ ਫੋਰਸ ਹੋਏਗਾ ਇੱਧਰ ਹੋਏਗਾ ਰਿਜ਼ਲਟੈਂਟ ਯਸ ਆ ਫੋਰਸ ਹੋਏਗਾ ਇਹਨਾਂ ਦੋਨਾਂ ਦਾ ਰਿਜ਼ਲਟੈਂਟ ਜਿਹੜਾ ਹੈ ਉਹ ਸੈਂਟਰ ਸ਼ੋ ਕਰਤਾ ਮੈਂ ਤੇ ਆ ਜਿਹੜਾ ਐਫ ਹੈ ਇਹ ਆਪਣੇ ਆਪ ਲੱਗ ਰਿਹਾ ਨਾ ਇਹ ਤੁਸੀਂ ਤਾਂ ਨਹੀਂ ਲਗਾ ਰਹੇ ਨਾ ਹਨਾ ਇਹ ਤਾਂ ਆਪਣੇ ਆਪ ਲੱਗ ਰਿਹਾ ਵਾ ਕਿਉਂਕਿ ਬਸ ਤੁਸੀਂ ਜਸਟ ਉਹਨੂੰ ਐਂਟਰ ਕੀਤਾ ਥੋੜੇ ਐਂਟਰ ਕਰਕੇ ਉੱਪਰੋਂ ਥੋੜਾ ਛੱਡ ਦਿਓ ਬਸ ਫਿਰ ਆਪਣੇ ਆਪ ਉਹਨੂੰ ਖਿੱਚ ਰਿਹਾ ਹੁਣ ਜਿਹੜਾ ਇਹ ਫੋਰਸ ਹੈ ਜਿਹਦੇ ਨਾਲ ਉਹਨੂੰ ਖਿੱਚ ਰਿਹਾ ਤਾਂ ਆਬਵੀਅਸਲੀ ਇਹਦੇ ਉੱਪਰ ਇੱਕ ਐਕਸਟਰਨਲ ਫੋਰਸ ਜੇ ਆਪਾਂ ਇੰਨਾ ਹੀ ਲਗਾ ਦਈਏ ਤਾਂ ਕਿ ਇਹ ਜਿਹੜਾ ਪਲੇਟ ਹੈ ਜਿਹੜੀ ਆਪਾਂ ਡਾਇਇਲੈਕਟ੍ਰਿਕ ਸਲੈਬ ਹੈ ਇਹ ਬਹੁਤ ਹੌਲੀ ਹੌਲੀ ਆਏ ਨੀਚੇ ਤਾਂ ਉਹ ਐਫ ਐਕਸਟਰਨਲ ਲਗਭਗ ਇਹਦੇ ਬਰਾਬਰ ਹੀ ਹੋਣਾ ਚਾਹੀਦਾ ਨਾ
ਸਮਝ ਲੱਗ ਰਹੀ ਗੱਲ? ਸੋ ਬੇਸਿਕਲੀ ਇਹਦੇ ਵਿੱਚ ਕੀ ਹੋਏਗਾ ਕਿ ਇਹਦੇ ਵਿੱਚ ਵੀ ਇੱਕ ਤਰ੍ਹਾਂ ਦਾ ਐਕਸਟਰਨਲ ਵਰਕ ਡਨ ਹੋਏਗਾ ਜੇ ਆਪਾਂ ਸਲੈਬ ਨੂੰ ਬਿਨਾ ਕਿਸੇ ਮਤਲਬ ਉਹਦੇ ਕੋਈ ਬਿਨਾ ਕੋਈ ਵੈਲੋਸਿਟੀ ਦਿੱਤੇ, ਯਾਨੀ ਕਿ ਬਿਨਾ ਕੋਈ ਸਪੀਡ ਦਿੱਤੇ ਬਹੁਤ ਸਲੋਲੀ ਲਗਭਗ 0 ਸਪੀਡ ਤੇ ਸਮਝ ਲਓ ਲੈ ਕੇ ਆ ਰਹੇ, ਐਕਸਲਰੇਟ ਨਹੀਂ ਹੋਣ ਦੇ ਰਹੇ, ਮਤਲਬ ਉਹਨੂੰ ਸਮਝ ਲੱਗੀ ਗੱਲ? ਉਹ ਸਾਰੇ ਨੇ ਲਿਖੋ, ਇੱਕ ਵਾਰ ਲਿਖੋ, ਇੱਕ ਚੀਜ਼ ਪਹਿਲਾਂ ਲਿਖ ਲਓ। ਅੱਛਾ, ਇਹਦੇ ਵਿੱਚ ਇੱਕ ਹੋਰ ਚੀਜ਼ ਦੇਖੋ, ਪਹਿਲਾਂ ਇੱਕ ਵਾਰ ਦੇਖ ਲਓ ਕਿ ਜਦੋਂ ਇਹ ਸਲੈਬ ਪੂਰੀ ਤਰ੍ਹਾਂ ਅੰਦਰ ਆ ਜਾਏਗੀ, ਇਹਦੇ ਮੰਨ ਲਓ ਆ ਕੈਪੈਸਿਟਰ ਹੈ, ਕੈਪੈਸਿਟਰ ਦੀਆਂ ਪਲੇਟਾਂ ਨੇ, ਮੰਨ ਲਓ ਇਹ ਆ ਕੈਪੈਸਿਟਰ ਦੀ ਪਲੇਟਾਂ ਨੇ, ਤੇ ਜਦੋਂ ਆ ਸਲੈਬ ਪੂਰੀ ਤਰ੍ਹਾਂ ਇਹਦੇ ਅੰਦਰ ਫਿੱਟ ਆ ਜਾਏਗੀ ਇਸ ਤਰ੍ਹਾਂ, ਪੂਰੀ ਤਰ੍ਹਾਂ ਫਿੱਟ ਕਰਤੀ, ਮਤਲਬ ਉੱਪਰੋਂ ਲਿਆ ਕੇ ਆਪਾਂ ਇਸ ਤਰ੍ਹਾਂ ਇਹ ਛੱਡਿਆ ਉਹ ਵਿੱਚ ਆ ਗਈ, ਇਸ ਮੋਮੈਂਟ ਤੇ ਜਦੋਂ ਇੱਥੇ ਆ ਜਾਏਗੀ ਇਹ, ਤਾਂ ਉਦੋਂ ਇਹਦੇ ਉੱਪਰ ਫੋਰਸ ਕਿੰਨਾ ਹੋਏਗਾ ਦੱਸੋ ਫਿਰ? 0। ਹਾਂ 0, ਕਿਉਂਕਿ ਆ ਜਿਹੜੇ ਬਲੂ ਵਾਲੇ ਫੋਰਸ ਟੇਡੇ ਟੇਡੇ ਦਿਖਾਏ ਸੀ ਮੈਂ, ਇਹ ਫਿਰ ਸਿੱਧੇ ਸਿੱਧੇ ਹੋ ਜਾਣਗੇ ਨਾ ਯੈਸ ਸਰ। ਇਧਰ ਨੂੰ, ਤਾਂ ਬੇਸਿਕਲੀ ਫਿਰ ਨੈਟ ਫੋਰਸ 0 ਹੋ ਜਾਏਗਾ, ਉਹਦੇ ਉੱਪਰ ਜਿਹੜਾ 0 ਹੋ ਜਾਏਗਾ। ਹੁਣ ਇੱਥੇ ਆਪਾਂ ਇੱਕ ਹੋਰ ਚੀਜ਼ ਮੰਨ ਕੇ ਚੱਲ ਰਹੇ ਹਾਂ, ਕਿਉਂਕਿ ਆਪਾਂ ਬਿਲਕੁਲ ਡੀ ਵਿਡਥ ਹੀ ਲੈ ਰਹੇ ਹਾਂ, ਤਾਂ ਨਾ ਇੱਕ ਬੜਾ ਥੋੜਾ ਅਜੀਬ ਲੱਗਦਾ ਆਪਾਂ ਨੂੰ ਸੋਚਣਾ ਕਿ ਵੀ ਜਦੋਂ ਇਸ ਤਰ੍ਹਾਂ ਤੁਸੀਂ ਲਿਆ ਰਹੇ ਸੀ ਤਾਂ ਫ੍ਰਿਕਸ਼ਨ ਵੀ ਤਾਂ ਹੋਇਆ ਹੋਣਾ, ਹਨਾ? ਸੋ ਆਪਾਂ ਉਹ ਚੀਜ਼ਾਂ ਨੂੰ ਇਗਨੋਰ ਕਰਕੇ ਚੱਲ ਰਹੇ ਹਾਂ, ਆਪਾਂ ਸਮਝ ਕੇ ਬਿਲਕੁਲ ਪਰਫੈਕਟ ਸ਼ੇਪ ਐਂਡ ਸਾਈਜ਼ ਐਂਡ ਪ੍ਰੋਪਰ ਉਹਦੇ ਵਿੱਚ ਫਿੱਟ ਹੋਣ ਵਾਲਾ ਆਪਾਂ ਸਲੈਬ ਲਿਆ, ਉਹਨੂੰ ਬਸ ਉੱਪਰੋਂ ਥੋੜਾ ਅੰਦਰ ਕਰਕੇ ਛੱਡਿਆ, ਉਹ ਉਹਨੂੰ ਖਿੱਚ ਰਿਹਾ, ਗ੍ਰੈਵਿਟੀ ਐਬਸੈਂਟ ਆ, ਕੁਝ ਵੀ ਇਸ ਤਰ੍ਹਾਂ ਦੀ ਚੀਜ਼ ਆਪਾਂ ਇਹਦੇ ਨਾਲ ਨਹੀਂ ਲੈ ਕੇ ਚੱਲ ਰਹੇ, ਠੀਕ ਹੈ ਗੱਲ? ਇਹ ਬਿਲਕੁਲ ਸਮਝ ਲਓ ਫਿਲਹਾਲ ਹਾਈਪੋਥੈਟੀਕਲ ਇੱਕ ਉਹ ਹੈ, ਆਈਡੀਆ ਹੈ ਕਿ ਆਪਾਂ ਜਦੋਂ ਇਸ ਤਰ੍ਹਾਂ ਕਰਾਂਗੇ ਤਾਂ ਐਕਸਟਰਨਲ ਜਿਹੜਾ ਫੋਰਸ ਹੈ ਉਹਦੇ ਨਾਲ ਜਿਹੜਾ ਵਰਕ ਡਨ ਹੋਏਗਾ ਕਿ ਉਹ ਕੈਲਕੂਲੇਟ ਅਸੀਂ ਕਰ ਸਕਦੇ ਹਾਂ, ਕਿਉਂਕਿ ਤੁਹਾਨੂੰ ਪਤਾ ਹੈ ਕਿ ਆ ਜਿਹੜਾ ਫੋਰਸ ਹੈ ਜਿਹੜਾ ਇੱਥੇ 0 ਹੋ ਗਿਆ, ਪਰ ਜੇ ਇਹਨੂੰ ਆਪਾਂ ਐਂ ਹੀ ਛੱਡ ਦਿੰਦੇ, ਜੇ ਮੰਨ ਲਓ ਆਪਾਂ Fx ਨੂੰ ਨਾਲ ਲਾਈਏ ਕੀ ਹੋਊਗਾ, ਨਾਲ ਲਾਈਏ ਤਾਂ ਆ ਫੋਰਸ ਕਰਕੇ ਕਿ ਇਹ ਪਲੇਟ ਨੀਚੇ ਨੂੰ ਆਉਂਦੇ ਹੋਏ ਕੀ ਹੋਏਗੀ, ਐਕਸਲਰੇਟ ਨਹੀਂ ਹੋਏਗੀ। ਤਾਂ ਇੱਥੇ ਆ ਕੇ ਜਦੋਂ ਫੋਰਸ 0 ਹੋ ਜਾਏਗਾ, ਐਕਸਲਰੇਸ਼ਨ 0 ਹੋ ਜਾਏਗੀ, ਯਾਨੀ ਵੈਲੋਸਿਟੀ ਮੈਕਸਿਮਮ ਹੋ ਜਾਏਗੀ, ਫਿਰ ਇਹ ਪਲੇਟ ਨੀਚੇ ਨੂੰ ਨਿਕਲ ਜਾਏਗੀ ਨਾ, ਹੈ ਕਿ ਨਹੀਂ? ਜਦੋਂ ਇਹ ਪਲੇਟ ਨੀਚੇ ਨੂੰ ਨਿਕਲ ਜਾਏਗੀ, ਮੰਨ ਲਓ ਨੀਚੇ ਨਿਕਲ ਕੇ ਇੱਥੇ ਪਹੁੰਚੇਗੀ ਇਸ ਤਰ੍ਹਾਂ, ਇਸ ਤਰ੍ਹਾਂ ਜਦੋਂ ਇਹ ਪਲੇਟ ਇੱਥੋਂ ਮੰਨ ਲਓ ਨੀਚੇ ਨਿਕਲ ਜਾਏਗੀ ਇਸ ਤਰ੍ਹਾਂ ਐ ਕਰਕੇ, ਤਾਂ ਫਿਰ ਇਹਨੂੰ ਜਿਹੜੇ ਫੋਰਸ ਲੱਗ ਰਹੇ ਸੀ ਆ ਬਲੂ ਵਾਲੇ ਜਿਹੜੇ ਮੈਂ ਪਹਿਲਾਂ ਦਿਖਾਏ, ਉਹ ਕਿੱਧਰ ਨੂੰ ਲੱਗਣਗੇ? ਫਿਰ ਉਹ ਐ ਲੱਗਣਗੇ ਨਾ ਇੱਧਰ ਨੂੰ, ਹਨਾ? ਯੈਸ ਸਰ। ਤੇ ਐ ਲੱਗਣਗੇ ਤਾਂ ਨੈਟ ਫੋਰਸ ਕਿੱਧਰ ਨੂੰ ਲੱਗੇਗਾ? ਫਿਰ ਉੱਪਰ ਨੂੰ ਲੱਗੇਗਾ, ਹਨਾ? ਇਹ ਬਿਲਕੁਲ ਉਵੇਂ ਜਿਵੇਂ ਇੱਥੇ ਆ ਫੋਰਸ ਲੱਗ ਰਿਹਾ ਨੀਚੇ ਨੂੰ, ਫਿਰ ਉਹ ਨੀਚੇ ਨਿਕਲ ਜਾਏਗਾ ਤਾਂ ਉੱਪਰ ਨੂੰ ਲੱਗੇਗਾ। ਯਾਨੀ ਬੇਸਿਕਲੀ ਜੇ ਮੈਂ ਡਾਈਲੈਕਟ੍ਰਿਕ ਨੂੰ ਐ ਥੋੜਾ ਜਿਹਾ ਇਨਸਰਟ ਕਰਕੇ ਛੱਡ ਹੀ ਦੇਵਾਂ ਤੇ ਗ੍ਰੈਵਿਟੀ ਨਾ ਹੋਵੇ, ਕੋਈ ਹੋਰ ਫ੍ਰਿਕਸ਼ਨ ਨਾ ਹੋਵੇ, ਤਾਂ ਉਹ ਪਲੇਟ ਕੀ ਆ, ਉਹ ਅੰਦਰ ਆਏਗੀ, ਨੀਚੇ ਚਲ ਜਾਏਗੀ, ਫਿਰ ਨੀਚੇ ਉੱਪਰ ਚਲ ਜਾਏਗੀ, ਫਿਰ ਨੀਚੇ ਚਲ ਜਾਏਗੀ, ਫਿਰ ਉੱਪਰ ਚਲ ਜਾਏਗੀ। ਇਸ ਚੀਜ਼ ਨੂੰ ਬਲਕਿ ਇਸ ਤਰ੍ਹਾਂ ਇਮੇजिन ਕਰਨ ਨਾਲੋਂ ਬੈਟਰ ਹੈ, ਕਿਉਂਕਿ ਗ੍ਰੈਵਿਟੀ ਦੀ ਬਾਰੇ ਆਪਾਂ ਗੱਲ ਨਹੀਂ ਕਰਨੀ, ਤਾਂ ਆਪਾਂ ਹੌਰੀਜ਼ੌਂਟਲ ਸਰਫੇਸ ਲੈ ਲਈਏ, ਕੋਈ ਹੌਰੀਜ਼ੌਂਟਲ ਪਲੇਟਸ ਲੈ ਲਈਏ, ਆਹ ਮੰਨ ਲਓ ਹੌਰੀਜ਼ੌਂਟਲ ਪਲੇਟਸ ਨੇ, ਤੇ ਇਹਦੇ ਚ ਡਾਈਲੈਕਟ੍ਰਿਕ ਨੂੰ ਆਪਾਂ ਮਾੜਾ ਜਿਹਾ ਇਨਸਰਟ ਕਰਕੇ ਮੰਨ ਲਓ ਛੱਡਦੇ ਹਾਂ ਇਸ ਤਰ੍ਹਾਂ, ਇਹ ਕਿਸੇ ਮੂਵਮੈਂਟ ਤੇ ਦਿਖਾ ਰਿਹਾ ਤੁਹਾਨੂੰ, ਇਨਸਰਟ ਬਹੁਤ ਥੋੜਾ ਕੀਤਾ, ਸ਼ੁਰੂ ਚ ਛੱਡਿਆ ਕਰਕੇ, ਆ ਆਪਣੇ ਕੋਲ ਡਾਈਲੈਕਟ੍ਰਿਕ ਸਲੈਬ ਆ ਜਿਹੜੀ ਇਹ ਚ ਫਿੱਟ ਹੋ ਸਕਦੀ ਹੈ। ਇਸ ਸਲੈਬ ਨੂੰ ਆਪਾਂ ਜੇ ਥੋੜਾ ਜਿਹਾ ਕਰਕੇ ਛੱਡਤਾ ਇਸ ਤਰ੍ਹਾਂ, ਤੁਹਾਨੂੰ ਪਤਾ ਹੈ ਕਿ ਇਹਨੂੰ ਨੈਟ ਫੋਰਸ ਜਿਹੜਾ ਲੱਗੇਗਾ, ਕਿਉਂਕਿ ਆਪਾਂ ਪਲੇਟਸ ਨੂੰ ਮੰਨ ਲਈਏ ਕਿ ਆਹ ਮੰਨ ਲਓ ਆਪਣੀ ਪੋਜ਼ਿਟਿਵ ਪਲੇਟ ਹੈ ਤੇ ਆਹ ਮੰਨ ਲਓ ਨੈਗੇਟਿਵ ਪਲੇਟ ਹੈ, ਤਾਂ ਇਹਨੂੰ ਇਹਦੇ ਉੱਪਰ ਇੱਥੇ ਪੋਜ਼ਿਟਿਵ ਚਾਰਜ ਡਿਵੈਲਪ ਹੋਏਗਾ, ਇੱਥੇ ਨੈਗੇਟਿਵ ਚਾਰਜ ਡਿਵੈਲਪ ਹੋਏਗਾ, ਇਹਨੂੰ ਅਟਰੈਕਸ਼ਨ ਫਿਰ ਫੀਲ ਹੋਏਗੀ ਇੱਧਰ ਨੂੰ, ਇਹਨੂੰ ਫੀਲ ਹੋਏਗੀ ਲਗਭਗ ਇੱਧਰ ਨੂੰ, ਇਹ ਬਿਲਕੁਲ ਅੰਦਾਜ਼ਾ ਇਹ ਲਾ ਰਹੇ ਆਪਾਂ ਬਸ, ਪਰ ਇਹ ਦੋਨੋਂ ਸਿਮੈਟ੍ਰਿਕ ਹੋਣਗੇ ਦੋਨੋਂ ਫੋਰਸਿਸ, ਸੋ ਆਬਵੀਅਸਲੀ ਇਹਨਾਂ ਦਾ ਰਿਜ਼ਲਟੈਂਟ ਇੱਧਰ ਨੂੰ ਆਏਗਾ। ਤਾਂ ਆ ਆਪਣੇ ਕੋਲ ਬੇਸਿਕਲੀ ਨੈਟ ਫੋਰਸ ਆਏਗਾ ਜਿਹੜਾ ਇਹਨੂੰ ਇੱਧਰ ਨੂੰ ਲੱਗ ਰਿਹਾ ਹੋਏਗਾ, F net। ਤੇ ਜਦੋਂ ਆਪ ਆਈ ਸਲੈਬ ਇੱਧਰ ਨਿਕਲ ਜਾਏਗੀ ਤਾਂ ਇਹਨੂੰ F net ਪਿੱਛੇ ਲੱਗੇਗਾ, ਬੇਸਿਕਲੀ ਐ ਇਸ ਤਰ੍ਹਾਂ ਅੱਗੇ ਪਿੱਛੇ ਜਾਏਗਾ, ਇਹ ਪੀਰੀਓਡਿਕ ਜਿਹਾ ਮੋਸ਼ਨ ਹੋਏਗਾ। ਕਲੀਅਰ ਹੈ ਗੱਲ? ਯੈਸ ਸਰ। ਠੀਕ ਹੈ। ਸੋ ਇਸ ਜਗ੍ਹਾ ਤੇ ਜੇ ਆਪਾਂ ਗੱਲ ਕਰੀਏ ਕਿ ਆ ਮੰਨ ਲਓ ਡਾਇਲੈਕਟ੍ਰਿਕ ਕਾਂਸਟੈਂਟ K ਹੈ, ਮੰਨ ਲਓ ਇਹਦਾ, ਜੇ ਆਪਾਂ ਨੂੰ ਸਰ ਹਾਂਜੀ ਕੋਈ ਕਹਿ ਰਿਹਾ ਕੁਝ? ਸੋ
ਹੁਣ ਇਹਦੇ ਰਿਗਾਰਡਿੰਗ ਕੁਐਸਚਨ ਲਿਖੋ ਇੱਕ ਪਹਿਲਾਂ ਕੁਐਸਚਨ ਲਿਖ ਲਓ ਫਿਰ ਆਪਾਂ ਪਤਾ ਲੱਗ ਜਾਏਗਾ। ਆਪਾਂ ਕਹਿ ਰਹੇ ਕਿ ਬਸ ਇਹ ਜਿਹੜਾ ਸਲੈਬ ਹੈ ਇਹ ਅੰਦਰ ਜਾ ਰਹੀ ਹੈ ਇਹਦੇ ਵਿੱਚ ਤੇ ਆਪਾਂ ਇਹਨੂੰ ਚਾਹੁੰਦੇ ਹਾਂ ਕਿ ਇਹ ਬਿਲਕੁਲ ਸਲੋਲੀ ਜਾਏ ਤਾਂ ਆਪਾਂ ਇਹਨੂੰ ਇੱਕ ਐਕਸਟਰਨਲ ਫੋਰਸ ਲਗਾ ਕੇ ਰੋਕਦੇ ਹਾਂ। ਇਸ ਐਫ ਐਕਸਟਰਨਲ ਫੋਰਸ ਦੇ ਕਰਕੇ ਜਿਹੜਾ ਵਰਕ ਡਨ ਹੁੰਦਾ ਹੈ ਆਪਾਂ ਉਹ ਕੈਲਕੂਲੇਟ ਕਰਨਾ ਹੈ ਬੇਸਿਕਲੀ। ਤੇ ਇਸ ਤਰ੍ਹਾਂ ਦੇ ਐਫ ਐਕਸਟਰਨਲ ਆਪਾਂ ਪਹਿਲਾਂ ਵੀ ਆਪਾਂ ਦੇਖਿਆ, ਆਪਾਂ ਪੋਟੈਂਸ਼ੀਅਲ એનર્ਜੀ ਜਦੋਂ ਪੜ੍ਹ ਰਹੇ ਸੀ ਆਪਾਂ ਇਸ ਤਰ੍ਹਾਂ ਦੀ ਕੇਸਿਸ ਸ਼ੁਰੂ ਚ ਜੋ ਤੁਹਾਨੂੰ ਮੈਂ ਇੰਟਰੋਡਿਊਸ ਕਰ ਰਿਹਾ ਸਮਝਾਇਆ ਸੀ ਤੁਹਾਨੂੰ ਕਿ ਇਲੈਕਟ੍ਰੋਸਟੈਟਿਕ ਫੋਰਸ ਨੂੰ ਲੱਗ ਰਿਹਾ ਪਰ ਆਪਾਂ ਉਹਦੇ ਐਕਸਟਰਨਲ ਫੋਰਸ ਦਾ ਬਿਲਕੁਲ ਆਪੋਜ਼ਿਟ ਲਗਾ ਕੇ ਬਹੁਤ ਸਲੋਲੀ ਉਹਨੂੰ ਮੂਵ ਕਰਦੇ ਹਾਂ ਅਗੇਂਸਟ ਇਲੈਕਟ੍ਰੋਸਟੈਟਿਕ। ਉਹਦੇ ਨਾਲ ਉਹਦੀ એનર્ਜੀ ਸਿਸਟਮ ਦੀ ਜਿਹੜੀ ਹੁੰਦੀ ਉੱਤੇ ਫਰਕ ਪੈਂਦਾ ਹੈ। ਬੇਸਿਕਲੀ ਇੱਥੇ ਵੀ ਜਿਹੜਾ ਐਫ ਐਕਸਟਰਨਲ ਹੈ ਇਹਦੇ ਕਰਕੇ ਸਿਸਟਮ ਦੀ એનર્ਜੀ 'ਚ ਫਰਕ ਪਏਗਾ ਤੇ ਜਿਹੜਾ ਸਿਸਟਮ ਦੀ એનર્ਜੀ 'ਚ ਫਰਕ ਪਏਗਾ ਇਹ ਉਹੀ એનર્ਜੀ ਹੈ ਜਿਹੜੀ ਕੈਪੈਸਿਟਰ ਦੇ ਨਾਲ ਫਿਰ ਬਦਲ ਜਾਂਦੀ ਹੈ। ਕੈਪੈਸਿਟੈਂਸ ਬਦਲ ਜਾਂਦਾ ਹੈ ਤੇ ਜੇ ਚਾਰਜ ਸੇਮ ਰੱਖੀਏ ਆਪਾਂ ਜੇ ਆਪਾਂ ਆਈਸੋਲੇਟਿਡ ਕੈਪੈਸਿਟਰ ਲੈ ਲਈਏ ਤਾਂ ਕੈਪੈਸਿਟੈਂਸ ਬਦਲ ਜਾਣ ਕਰਕੇ ਉਹਦੇ 'ਚ ਸਟੋਰਡ એનર્ਜੀ ਬਦਲ ਜਾਂਦੀ ਹੈ। ਉਹ એનર્ਜੀ ਬਦਲਣ ਦਾ ਕਾਰਨ ਆਹ ਵਾਲੇ ਐਕਸਟਰਨਲ ਫੋਰਸ ਦਾ ਵਰਕ ਡਨ ਹੀ ਹੁੰਦਾ ਹੈ। ਇੱਕ ਵਾਰ ਹੁਣ ਕੁਐਸਚਨ ਲਿਖ ਲਓ ਸਾਰਿਆਂ ਨੇ ਪਹਿਲਾਂ ਇੱਕ ਕੁਐਸਚਨ ਲਿਖੋ capacitance of a capacitor is C. Capacitance of a capacitor is C and it is connected with a battery of voltage V now a dielectric K dielectric constant K आ रहा है जिदा मतलब ये नो K नो ब्रैकेट लगा लो। A dielectric is inserted slowly between the plates find work done by external force। क्वेश्चन ऊपर बने हुए वर्क डन बाय एक्सटर्नल फोर्स क्योंकि तुसी इंसर्ट स्लोली करना है तो यानी ऑब्वियसली तुहानू इस एफ नेट के अगेंस्ट एक एक्सटर्नल लगा के रखना पड़ेगा ताकि इन्हें स्लोली इंसर्ट किया जा सके। तो ਇਹਦਾ वर्क डन पता करना है। पहली गल मैंने वैसे ही दसो हिमानी सोच के वर्क डन पॉजिटिव आएगा कि नेगेटिव आएगा एफ एक्सटर्नल नेगेटिव। हाँ क्योंकि डिस्प्लेसमेंट इधर ਨੂੰ ਹੋ ਰਹੀ ਹੈ ਰਾਈਟ ਨੂੰ ਹੋ ਰਹੀ ਹੈ ਤੇ एफ एक्सटर्नल ਉਹਦੇ ਉਲਟਾ ਲਗਾਉਣਾ ਪੈ ਰਿਹਾ ਆਪਾਂ ਹਨਾ। यस सर। ਤੇ ਇਹਦਾ ਜਿਹੜਾ ਸੋਲੂਸ਼ਨ ਹੈ ਇਹਦਾ ਸੋਲੂਸ਼ਨ ਉਨਾ ਔਖਾ ਨਹੀਂ ਜਿੰਨਾ ਔਖਾ ਆਪਾਂ ਨੂੰ ਲੱਗ ਰਿਹਾ ਉਹਦਾ ਦੇਖਣ 'ਚ ਕਿਉਂਕਿ ਇਨ ਜਨਰਲ ਤੁਸੀਂ ਸੋਚ ਕੇ ਦੇਖੋ ਦੋ ਕੰਡੀਸ਼ਨ ਸੋਚ ਕੇ ਦੇਖੋ ਬਸ। ਇੱਕ ਪਾਸੇ ਕੀ ਹੈਗਾ ਆਪਣੇ ਕੋਲ ਆ ਪਲੇਟ ਹੈਗੀ ਆਪਣੀ एक मिनट मैं थोड़ा नीचे बनावा आ प्लेट है अपनी ते आपां इहदे विच की है डाइलैक्ट्रिक हले इंसर्ट कीता नहीं है हले जस्ट यानी कि शुरुआत की समझ लो शुरू दे विच आपां गल कर रहे हैं आ अपने कोल डाइलैक्ट्रिक स्लैब बस जस्ट इंसर्ट करनी शुरू की है आज तरह पूरी हले बाहर ही पई है अपने को इलेक्ट्रिक कांस्टेंट K गिवन है। कैपेसिटर का कैपेसिटेंस C है ते आपां इहनूं बैटरी जिहड़ी है वोल्टेज V दी लगाई हुई है V दी तां तुसीं बस ये दसो इस टाइम इहदे विच इनिशियली एनर्जी कितनी है आई है ना। यस सर। ठीक है दूजे केस ਦੇ ਵਿੱਚ ਕੀ ਹੁੰਦਾ ਹੈ ਦੂਜੇ ਕੇਸ ਵਿੱਚ ਹੁਣ ਬਹੁਤ ਗੱਲਾਂ ਦਾ ਧਿਆਨ ਰੱਖਣਾ ਦੇਖੋ ਜੋ ਤੁਹਾਨੂੰ ਮੈਂ ਸਮਝਾਈਆਂ ਪਹਿਲਾਂ ਕਿਉਂਕਿ ਬੈਟਰੀ ਆਪਾਂ ਅਟੈਚਡ ਰੱਖੀ ਨਾ ਬੈਟਰੀ ਤਾਂ ਨਹੀਂ ਹਟਾਈ ਆਪਾਂ ਬੈਟਰੀ ਆਪਾਂ ਉੱਥੇ ਰੱਖੀ ਹੈ ਤਾਂ ਬੇਸਿਕਲੀ ਕੀ ਹੁੰਦਾ ਹੈ ਜਦੋਂ ਆਪਣੇ ਕੋਲ ਡਾਈਲੈਕਟ੍ਰਿਕ ਨੂੰ ਆਪਾਂ ਅੰਦਰ ਇਨਸਰਟ ਕਰਦੇ ਹਾਂ ਤੇ ਪੂਰਾ ਡਾਈਲੈਕਟ੍ਰਿਕ ਇਹਦੇ ਅੰਦਰ ਇਨਸਰਟ ਹੋਣ ਤੱਕ ਮੰਨ ਲਓ ਡਾਈਲੈਕਟ੍ਰਿਕ ਇਨਸਰਟ ਕਰਤਾ ਆਪਾਂ वोल्टेज ਨੂੰ मेंटेन रखना ना बैटरी ने वोल्टेज बैटरी मेंटेन रखने हो इलेक्ट्रिक फील्ड वीक ਹੁੰਦਾ ਹੈ ਤਾਂ वोल्टेज मेंटेन रखने ਲਈ बैटरी ਕੀ ਕਰਦੀ ਹੈ ਦੱਸੋ ਸਮਝਾਇਆ ਸੀ चार्ज ਦੇ ਦਿੰਦੀ ਹੋਰ ਹਨਾ ਤੇ ਆਬਵੀਅਸਲੀ ਬੇਸਿਕਲੀ ਕੀ ਹੈ ਕਿ ਕਿਉਂਕਿ ਵੋਲਟੇਜ ਤਾਂ 20 ਰਹਿਣਾ ਹੈ ਵੋਲਟੇਜ ਵੀ ਨਹੀਂ ਬਦਲਣਾ ਤਾਂ ਇਹਦੇ ਉੱਪਰ ਜਿਹੜਾ ਚਾਰਜ ਆਉਂਦਾ ਕਿੰਨਾ ਆਉਂਦਾ ਫਿਰ
ਆਂਦਾ ਨਾ KCV, ਕਿਉਂਕਿ ਹੁਣ ਬੇਸਿਕਲੀ ਇੱਥੇ ਕੈਪੈਸਿਟੈਂਸ C ਸੀਗਾ, ਇੱਥੇ ਕੈਪੈਸਿਟੈਂਸ C ਸੀਗਾ ਤੇ ਇੱਥੇ ਕੈਪੈਸਿਟੈਂਸ KC ਨਹੀਂ ਹੋ ਜਾਂਦਾ। ਤਾਂ ਜੇ ਕੈਪੈਸਿਟੈਂਸ KC ਹੋ ਗਿਆ ਤਾਂ ਵੋਲਟੇਜ ਤਾਂ 20 ਰਹਿਣਾ, ਤਾਂ KC ਵੀ ਹੋ ਗਿਆ ਬੇਸਿਕਲੀ ਚਾਰਜ, ਹੈ ਕਿ ਨਹੀਂ? यस सर। ਤੇ ਜੇ ਹੁਣ ਚਾਰਜ ਪਹਿਲਾਂ C ਸੀ CV ਸੀਗਾ ਇੱਥੇ, ਹਨਾ, ਹੁਣ KC ਵੀ ਹੋ ਗਿਆ, ਤਾਂ ਮਤਲਬ ਬੈਟਰੀ ਨੇ ਕਿੰਨਾ ਦਿੱਤਾ ਚਾਰਜ? ਆ ਕਰਾਇਆ ਸੀ ਨਾ ਕੱਲ, K-1 CV ਚਾਰਜ ਦਿੱਤਾ। यस सर। ਤਾਂ ਹੁਣ ਇਸ ਕੇਸ ਦੇ ਵਿੱਚ ਜੇ ਫਾਈਨਲ ਮੈਂ એનર્ਜੀ ਲਿਖਣਾ ਚਾਹਾਂ ਇਹਦੀ, ਤਾਂ ਫਾਈਨਲ એનર્ਜੀ ਆਫ ਦਾ ਕੈਪੈਸਿਟਰ ਲਿਖਦੇ ਹੁੰਦੇ ਆਪਾਂ, ਪੂਰੇ ਸਿਸਟਮ ਦੇ ਨਹੀਂ, ਇਕੱਲੇ ਕੈਪੈਸਿਟਰ ਨੂੰ ਸਿਸਟਮ ਮੰਨਿਆ ਆਪਾਂ ਜੇ, ਤਾਂ ਫਾਈਨਲ એનર્ਜੀ ਤੇ ਕੀ ਹੋਏਗੀ? ਦੇਖੋ, ਹਾਫ C ਦੀ ਜਗ੍ਹਾ ਕੀ ਆਏਗਾ? KC V² ਆਈ ਹੋਏਗੀ ਨਾ ਫਾਈਨਲ એનર્ਜੀ ਜਾਂ ਇਨੀਸ਼ੀਅਲ એનર્ਜੀ। ਦੱਸੋ ਕਲੀਅਰ ਹੈ ਗੱਲ ਇੱਥੇ ਤੱਕ? Yes, sir. ਸੋ ਬੇਸਿਕਲੀ ਐਕਸਟਰਨਲ ਜਿਹੜਾ ਵਰਕ ਡਨ ਹੈ ਉਹ ਆਪਾਂ ਜ਼ਰੂਰੀ ਨਹੀਂ ਕਿ ਪਲੇਟਾਂ ਨੂੰ ਲੈਫਟ ਜਾਂ ਰਾਈਟ ਲਿਜਾ ਕੇ ਹੀ ਕਰ ਸਕਦੇ ਹਾਂ, ਬਲਕਿ ਜਦੋਂ ਤੁਸੀਂ ਉਹ ਚ ਕੋਈ ਕੈਪੈਸਿਟਰ ਬਾਹਰੋਂ ਡਾਇਰੈਕਟਲੀ ਵੀ ਪਾ ਰਹੇ ਹੁੰਦੇ ਹੋ ਨਾ, ਤਾਂ ਉਹ ਵੀ ਸਿੱਧੀ ਸੁੱਖੀ ਸੰਦੀ ਨਹੀਂ ਪੈ ਜਾਂਦਾ, ਉਹਨੂੰ ਵੀ ਪਾਉਂਦੇ ਹੋਏ ਬੇਸਿਕਲੀ ਉਹ ਵਰਕ ਡਨ ਹੁੰਦਾ, ਤੇ ਉਹੀ ਵਰਕ ਡਨ ਜਿਹੜਾ ਹੈ ਉਹ ਇਹਦੇ ਵਿੱਚ એનર્ਜੀਜ਼ ਨੂੰ ਚੇਂਜ ਕਰਦਾ ਹੈ। ਹਾਂਜੀ ਬੋਲੋ। ਸੋ ਹੁਣ ਤੁਸੀਂ ਕੀ ਕਰੋਗੇ? ਉਹੀ ਕਰੋਗੇ, U ਇਨੀਸ਼ੀਅਲ ਪਲੱਸ એનર્ਜੀ ਜਿਹੜੀ ਬੈਟਰੀ ਨੇ ਰਿਲੀਜ਼ ਕੀਤੀ ਹੈ, ਵਰਕ ਐਕਸਟਰਨਲ ਇਕੁਅਲ ਟੂ U ਫਾਈਨਲ। ਇਨੀਸ਼ੀਅਲ એનર્ਜੀ ਕਿੰਨੀ ਹੈ? ਹਾਫ CV² ਹੈ। ਬੈਟਰੀ ਨੇ એનર્ਜੀ ਦਿੱਤੀ ਹੈ ਕਿ ਕੈਪੈਸਿਟਰ ਸਿਸਟਮ ਨੂੰ, ਜਾਂ ਫਿਰ ਲਈ ਹੈ ਉਤੋਂ? ਕਿੰਨੀ? K-1 CV, ਤਾਂ ਉਧਰ ਚਾਰਜ ਦਿੱਤਾ ਨਾ, ਆ ਤਾਂ ਚਾਰਜ ਰਿਲੀਜ਼ਡ ਬਾਈ ਬੈਟਰੀ ਹੋਏਗਾ, ਦਿਸ ਇਨਟੂ V ਹੋਏਗਾ ਨਾ। यस सर। ਤਾਂ ਬੇਸਿਕਲੀ ਆਏਗਾ K-1 ਟਾਈਮਸ CV ਇਨਟੂ V ਯਾਨੀ ਸਕੁਅਰ, ਵਰਕ ਡਨ ਬਾਈ ਐਕਸਟਰਨਲ ਫੋਰਸ ਜੋ ਵੀ ਇੱਥੇ ਹੋਇਆ, ਤੇ ਫਾਈਨਲ એનર્ਜੀ ਕਿੰਨੀ ਹੈ? ਹਾਫ KC V²। ਸੋ ਹੁਣ ਕੁਝ ਨਹੀਂ ਹੈ, ਬਸ ਤੁਸੀਂ ਇਹਨੂੰ ਸੋਲਵ ਕਰ ਲਿਓ। ਵਰਕ ਡਨ ਬਾਈ ਐਕਸਟਰਨਲ ਫੋਰਸ ਇਹ ਮਾਈਨਸ ਆਫ ਹਾਫ ਆਫ K-1 CV², ਇਹ ਤੁਸੀਂ ਆਪਣੇ ਆਪ ਸੋਲਵ ਕਰ ਲਿਓ। ਤੁਹਾਨੂੰ ਬੇਸਿਕਲੀ ਇਸ ਕੁਐਸਚਨ ਦਾ ਮਕਸਦ ਸਿਰਫ ਇਹ ਦੱਸਣਾ ਸੀਗਾ ਕਿ ਵਰਕ ਡਨ ਬਾਈ ਐਕਸਟਰਨਲ ਫੋਰਸ ਇਸ ਕੇਸ ਵਿੱਚ ਵੀ ਬਿਲਕੁਲ ਉਸ ਤਰ੍ਹਾਂ ਹੀ ਡੀਲ ਕੀਤਾ ਆਪਾਂ ਇਸ ਕੇਸ 'ਚ, ਕਿਉਂਕਿ ਉਸ ਕੇਸ 'ਚ ਜਦੋਂ ਆਪਾਂ ਪਲੇਟਾਂ ਨੂੰ ਦੂਰ ਖਿੱਚਦੇ ਆ, ਨੇੜੇ ਲੈ ਕੇ ਆਉਂਦੇ ਆ, ਉਹਦੇ ਨਾਲ ਕੀ ਬਦਲਦਾ ਹੈ? ਕੈਪੈਸਿਟੈਂਸ ਬਦਲਦਾ ਹੈ ਕਿ ਨਹੀਂ? यस सर। ਤੇ ਇੱਥੇ ਵੀ ਬੇਸਿਕਲੀ ਕੈਪੈਸਿਟੈਂਸ ਹੀ ਬਦਲ ਰਿਹਾ ਜਦੋਂ ਤੁਸੀਂ ਸਲੈਬ ਨੂੰ ਅੰਦਰ ਲੈ ਕੇ ਆ ਰਹੇ ਹੋ, ਤਾਂ ਬੇਸਿਕਲੀ ਉਹਦੇ ਕਰਕੇ ਜਿਹੜਾ ਵਰਕ ਡਨ ਆਪਾਂ ਕੈਲਕੂਲੇਟ ਕਰਦੇ ਆ, ਉਹਦਾ ਜਿਹੜੀ ਸੈਂਸ ਇਸ ਤਰ੍ਹਾਂ ਬਣਦੀ ਹੈ। ਸਮਝ ਲੱਗੀ ਗੱਲ? Yes, sir. ਜੇ ਇਸੇ ਕੁਐਸਚਨ ਵਿੱਚ ਹਿਮਾਨੀ, ਜੇ ਬੈਟਰੀ ਨਾਲ, ਜੇ ਬੈਟਰੀ ਮੈਂ ਕੱਢ ਦਿੰਦਾ, ਇੱਕ ਵਾਰ ਚਾਰਜ ਕਰ ਦਿੰਦਾ ਇਹਨੂੰ, ਬੈਟਰੀ ਹਟਾ ਦਿੰਦਾ, ਤਾਂ ਫਿਰ ਕੀ ਸਵਾਲ ਇਸ ਤਰ੍ਹਾਂ ਹੀ ਹੋਣਾ ਸੀ? सर फिर बैटरी वाला टर्म नहीं सी आनी जेडी ई, ਆਹ ਵਾਲੀ ਟਰਮ ਜਿਹੜੀ ਆ, ਇਸ ਟਰਮ ਦੀ ਕੋਈ ਲੋੜ ਨਹੀਂ ਸੀ ਫਿਰ ਆਪਾਂ ਨੂੰ। ਤੇ ਫਿਰ ਕੀ ਸੇਮ ਰਹਿਣਾ ਸੀ? ਦੋਨੋਂ ਪੋਟੈਂਸ਼ੀਅਲ ਸੇਮ ਰਹਿਣਾ ਸੀ ਕਿ ਚਾਰਜ ਸੇਮ ਰਹਿਣਾ ਸੀ? चार्ज सेम ਹਾਂ, ਫਿਰ ਇਨੀਸ਼ੀਅਲ ਤੇ ਫਾਈਨਲ એનર્ਜੀਜ਼ ਕੈਲਕੂਲੇਟ ਕਰਨ ਲਈ ਹਾਫ CV² ਦਾ ਫਾਰਮੂਲਾ ਜ਼ਿਆਦਾ ਠੀਕ ਰਹਿਣਾ ਸੀ, ਜਾਂ ਫਿਰ Q²/2C? Q²/2C। ਹਨਾ, ਗੱਲ ਪਤਾ ਲੱਗ ਰਹੀ ਨਾ ਸਾਰੀ ਇਹ? यस सर। ਜਿਵੇਂ ਮੰਨ ਲਓ ਆਈਸੋਲੇਟਿਡ ਕੈਪੈਸਿਟਰ ਆ ਕੋਈ, ਹੁਣ ਆਈਸੋਲੇਟਿਡ ਕੈਪੈਸਿਟਰ ਆ ਜੇ, ਤੇ ਇਹਦੇ ਵਿੱਚ ਹੁਣ ਬੈਟਰੀ ਆਪਾਂ ਕੱਢ ਚੁੱਕੇ ਆ, ਤੇ ਇੱਕ ਵਾਰ ਤੁਸੀਂ ਇਹ ਮੰਨ ਲਓ ਕਿ ਇਸ ਤਰ੍ਹਾਂ ਕੈਪੈਸਿਟਰ ਦੀ ਦੋ ਪਲੇਟਸ ਨੇ, ਤੇ ਇਹਦੇ ਅਕ੍ਰੋਸ ਇੱਕ ਬੈਟਰੀ ਲਗਾਈ ਮੈਂ, ਮੰਨ ਲਓ 10 ਵੋਲਟ ਦੀ, ਤੇ ਇਹਨੂੰ ਚਾਰਜ ਕਰਤਾ 10 ਵੋਲਟ, ਤੇ ਕੈਪੈਸਿਟਰ ਜਿਹੜਾ ਹੈਗਾ ਮੰਨ ਲਓ 4 ਮਾਈਕਰੋਫੈਰਡ ਦਾ ਕੈਪੈਸਿਟਰ ਹੈ, ਤੇ ਇਹਦੇ ਨਾਲ ਇਹਦੇ ਉੱਪਰ ਚਾਰਜ ਆਇਆ ਹੋਏਗਾ। ਕਿੰਨਾ ਚਾਰਜ ਆਏਗਾ ਦੱਸ ਸਕਦੇ ਹੋ? 40 ਮਾਈਕਰੋਕੂਲਮ। ਹਾਂ ਬਿਲਕੁਲ, ਇਹ ਤਾਂ ਕੁਝ ਵੀ ਨਹੀਂ ਹੈ, ਇਹ ਸਭ ਗੱਲਾਂ ਆਪਾਂ ਕਰਦੇ ਰਹੇ। ਆਪਾਂ ਇਸ ਤੋਂ ਬਾਅਦ ਕੀ ਕੀਤਾ? ਇਸ ਤੋਂ ਬਾਅਦ ਮੰਨ ਲਓ ਆਪਾਂ ਪਲੇਟ ਦੇ ਨੂੰ ਉਹਦੇ ਚੋਂ ਕੱਢ ਲਿਆ, ਸੌਰੀ ਬੈਟਰੀ ਕੱਢਤੀ, ਇੱਕ ਵਾਰ ਚਾਰਜ ਕੀਤਾ, ਬਸ ਚਾਰਜ ਕਰਕੇ ਬੈਟਰੀ ਕੱਢਤੀ, ਤਾਂ ਇਹਦੇ ਉੱਪਰ ਜਿਹੜਾ ਚਾਰਜ ਪਿਆ ਰਹਿ ਗਿਆ, ਉਹ ਰਹਿ ਗਿਆ 40 + 40 ਮਾਈਕਰੋਕੂਲਮ, ਤੇ ਜਿਹੜਾ ਇਹਦੇ ਉੱਪਰ ਚਾਰਜ ਹੈ ਉਹ ਹੈਗਾ -40 ਮਾਈਕਰੋਕੂਲਮ। ਠੀਕ ਹੈ ਜੀ। ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਇੱਕ ਇਨਸਰਟ ਕਰਦੇ ਹਾਂ, ਹੁਣ ਇਨਸਰਟ ਕਰਦੇ ਹਾਂ ਆਈਸੋਲੇਟਿਡ ਕੈਪੈਸਿਟਰ ਦੇ ਵਿੱਚ। ਉਹਨੂੰ ਪਹਿਲਾਂ ਪੂਰੀ ਤਰ੍ਹਾਂ ਫੁੱਲੀ ਚਾਰਜ ਕਰ ਲਿਆ ਆਪਾਂ, ਯਾਨੀ ਫੁੱਲੀ ਚਾਰਜ ਇਨ ਦਾ ਸੈਂਸ ਕਿ ਵੀ ਜਿੰਨੀ ਵੀ ਬੈਟਰੀ ਲਗਾਈ ਸੀ ਉਹਦੇ ਨਾਲ, ਇੱਥੇ ਫਿਰ ਪੋਜ਼ਿਟਿਵ ਚਾਰਜ ਹੈ, ਨੈਗੇਟਿਵ ਚਾਰਜ ਹੈ, ਤੇ ਆਪਾਂ ਹੁਣ ਇਹਦੇ ਅੰਦਰ ਇੱਕ ਬੈਟਰੀ ਉਹ ਲਗਾ ਰਹੇ ਹਾਂ, इंसर्ट कर रहे हैं। अब पूरी तरह इंसर्टेड है भी, थोड़ी भी जगह खाली नहीं है।
ਇਸ ਤਰ੍ਹਾਂ। ਤੇ ਜਿਹੜਾ ਆਪਾਂ ਡਾਇਲੈਕਟ੍ਰਿਕ ਇਹਦੇ ਵਿੱਚ ਪਾਇਆ ਵਾ ਉਹ ਡਾਇਲੈਕਟ੍ਰਿਕ ਕਨਸਟੈਂਟ ਦਾ k ਜਿਹੜਾ ਹੈ ਉਹਦੀ ਵੈਲਿਊ ਮੈਨੂੰ ਹੈਗੀ ਹੈ 10। ਇੱਥੇ ਲਿਖ ਦੇਣਾ ਮੈਂ k ਦੀ ਵੈਲਿਊ ਹੈਗੀ ਆ 10। ਠੀਕ ਹੈ, ਆਹ ਚੀਜ਼ ਤਾਂ ਜਸਟ ਤੁਹਾਨੂੰ ਚਾਰਜਿੰਗ ਦਿਖਾ ਰਿਹਾ, ਇਹ ਤਾਂ ਭੁੱਲ ਹੀ ਜੋ ਕੁਐਸਚਨ ਆਪਣਾ ਬੇਸਿਕਲੀ ਆਇਆ ਕਿ ਆਹ ਕੈਪੈਸਿਟਰ ਹੈ, ਇਸ ਤੋਂ ਬਾਅਦ ਆਹ ਸਿਚੁਏਸ਼ਨ ਬਣਾਈ ਹੈ। ਇਸ ਡਾਇਲੈਕਟ੍ਰਿਕ ਨੂੰ ਇੱਥੇ ਪਾਉਂਦੇ ਹੋਏ ਤੁਸੀਂ ਕੈਲਕੂਲੇਟ ਕਰਨਾ ਹੈ ਕਿ ਵਰਕ ਡਨ ਬਾਈ ਐਕਸਟਰਨਲ ਫੋਰਸ ਕਿੰਨਾ ਹੋਏਗਾ। ਸੋ ਕੈਲਕੂਲੇਟ, ਪਿਛਲੇ ਉਹਦੇ ਨਾਲ ਸੰਦਰਭ ਨਾਲ ਜੋੜ ਕੇ ਦੇਖਿਓ ਵੀ ਵਰਕ ਐਕਸਟਰਨਲ ਕਿੰਨਾ ਹੋਏਗਾ। ਤੇ ਲਗਾਓ ਬਈ, ਫਿਰ ਕੀ ਲਗਾਓਗੇ? ਪਹਿਲਾਂ ਤਾਂ ਯੂ ਇਨੀਸ਼ੀਅਲ ਪਤਾ ਕਰ ਲਈਏ, है ना। यू इनिशियल पता कर लिया, Yes, यू इनिशियल q स्क्वायर, q यानी 40 माइक्रोकूलम द होल स्क्वायर डिवाइड बाय 2 इनटू कैपेसिटेंस इथे कितना है 4 माइक्रोफैरड है ना। तो बेसिकली इथे 1 माइक्रो ऊपर कटेगा, 1 माइक्रो फिर भी बचेगा। सो माइक्रो जूल आएगी एनर्जी, ये आएगा 4 चौके 1600 बटा 8। 1600 बटा 8 कितना होता है 200 Yes, sir. ਮਾਈਕਰੋ ਆਏਗਾ, ਇਹ એનર્ਜੀ ਆਏਗੀ ਇਨੀਸ਼ੀਅਲ। ਜੇ ਫਾਈਨਲ એનર્ਜੀ ਦੇਖੋ ਤੁਸੀਂ, ਫਾਈਨਲ ਵੀ ਕੱਢ ਲਓ ਪਹਿਲਾਂ। ਫਾਈਨਲ એનર્ਜੀ ਲਈ ਫਿਰ Q ਸੇਮ ਰਹੇਗਾ ਕਿ ਨਹੀਂ ਦੱਸੋ? यस सर। ਤੁਹਾਨੂੰ ਇਹ ਗੱਲਾਂ ਪਤਾ ਹੋਣੀ ਚਾਹੀਦੀਆਂ ਨੇ। Yes, sir. ਜੇ ਮੈਂ ਬੈਟਰੀ ਲਾਈਨ ਰੱਖਦਾ ਮੈਂ ਹਾਫ CV ਸਕੁਅਰ ਕਰਦਾ, ਫਿਰ Q ਸੇਮ ਰਹੇਗਾ। Q ਸਕੁਅਰ ਰੱਖੂੰਗਾ ਮੈਂ ਬਾय 2 टाइम्स, क्योंकि वोल्टेज बदल चुका है। ਕੀ ਬਦਲਿਆ ਮੈਂ ਤੁਸੀਂ ਜ਼ਿਆਦਾ ਟੈਨਸ਼ਨ ਲੈ ਰਹੇ, ਆਪਾਂ Q ਸਕੁਅਰ ਬਾय 2C ਲਾ ਰਹੇ ਹਾਂ। ਕੈਪੈਸਿਟੈਂਸ ਕਿੰਨਾ ਹੋ ਗਿਆ ਹੁਣ ਦੱਸੋ? ਇਸ ਕੇਸ ਕੈਪੈਸਿਟੈਂਸ ਕਿੰਨਾ ਹੋਏਗਾ ਦੱਸੋ? ਦੱਸੋ ਭਾਈ। 40 ਮਾइक्रोफैरड ऑब्वियसली, 40, sir. क्योंकि पहला इथे C ਸੀਗਾ, C तो KC हो जाएगा। K कितना 10 है, C कितना है ਤੁਹਾਨੂੰ ਪਤਾ ਹੀ ਹੈ। सो इथे आएगा 40 माइक्रोफैरड। ਹੁਣ ਆਏਗਾ ਇਹ 1600 बटा 80 है ना। ਤੇ ਇਹ ਆਏਗਾ ਕਿੰਨਾ ਆਏਗਾ 20 माइक्रो जूल आएगा ना। सो वर्क डन बाय एक्सटर्नल फोर्स क्या आएगी? वो आएगी U फाइनल माइनस U इनिशियल बेसिकली, है ना। हाँ जी सर। ਤੇ U फाइनल कितनी है 20 माइक्रो जूल है, ਤੇ ਉਹ ਕਿੰਨੀ ਹੈ 200 ਮਾਈਕਰੋ ਜੂਲ ਹੈ। ਕਿੰਨੀ ਬਣ ਗਈ -180 ਮਾਈਕਰੋ ਜੂਲ। मतलब एक छोटी जी अगर एक क्वेश्चन है जस्ट छोटा जिहा, इसमें मैं सिर्फ इसलिए दस रहा कि तुसी तेजी नाल कैलकुलेट कर सकते हो ना। हुण इन्हां चीज़ां नूं पिछले आपां 2 लैक्चर च आई सब कुछ तो सीख रहे हैं। समझ लगी गल कि नहीं? यस सर। यस सर। हुण एक बस लास्ट पॉइंट है, लास्ट अपने कैपेसिटी का बहुत छोटा जिहा पॉइंट है, तुहानूं समझ आ जाएगा। ये हैगा डाई इलैक्ट्रिक स्ट्रेंथ of medium। अच्छा मैनू यह दसो हिमानी, एयर इज अ बैड कंडक्टर और गुड कंडक्टर ऑफ इलेक्ट्रिसिटी? बैड कंडक्टर। तो एयर इज काइंड ऑफ इंसुलेटर यानी काइंड ऑफ डाइलेक्ट्रिक कह सकते हैं ना भाई, ये भी एक तरह का डाइलेक्ट्रिक है, हवा भी है ना। यस सर। पलक? यस सर। ਉਹ ਸੁਣਿਆ ਆਪਾਂ ਕਈ ਵਾਰ ਜਦੋਂ ਅਸਮਾਨੀ ਬਿਜਲੀ ਗਿਰਦੀ ਹੁੰਦੀ ਹੈ? हाँ जी सर। ਸੁਣਿਆ ਕਿ ਹੁਣੇ 2 ਦਿਨ ਪਹਿਲਾਂ ਦੇਖ ਹੀ ਲਿਆ ਹੋਣਾ, ਮਤਲਬ ਪੰਜਾਬ 'ਚ ਕਿੰਨੀ ਜਗ੍ਹਾ ਗਿਰੀ ਹੈ। हाँ जी सर। ਲਾਈਟਨਿੰਗ ਹੁੰਦੀ ਜਿਹਨੂੰ ਕਹਿੰਦੇ ਆ, ਹਨਾ। यस। ਉਹ ਜਿਹੜੀ ਗਿਰਦੀ ਹੈ ਬਿਜਲੀ, ਉਹ ਹੁਣ ਉੱਪਰੋਂ ਲੈ ਕੇ ਬਦਲਾਂ ਤੋਂ ਲੈ ਕੇ ਆਪਣੇ ਨਾ ਨੀਚੇ ਤੱਕ ਕੋਈ ਤਾਰ ਤਾਂ ਹੁੰਦੀ ਨਹੀਂ, ਹਨਾ, ਕਿ ਤਾਰ ਦੇ ਵਿੱਚੋਂ ਦੀ ਬਿਜਲੀ ਆ ਜਾਵੇ। ਤੇ 에ਅਰ ਜਿਹੜੀ ਆ ਉਹ ਤਾਂ ਕੰਡਕਟਰ ਤਾਂ ਹੈ ਨਹੀਂ 에ਅਰ, ਹਨਾ। हाँ जी सर। ਜੇ 에ਅਰ ਕੰਡਕਟਰ ਹੁੰਦੀ ਤਾਂ ਮੈਨੂੰ ਇੱਥੇ ਬੈਠਿਆਂ ਨੂੰ ਕਰੰਟ ਲੱਗ ਜੇ, ਕਿਉਂਕਿ ਮੇਰੇ ਵਿੱਚ ਤੇ ਪਲੱਗ ਦੇ ਵਿੱਚ ਹਨਾ ਜੋ ਹਾਇਰ ਪੋਟੈਂਸ਼ੀਅਲ ਤੇ ਅੰਦਰ ਮੇਰੇ ਪੁਆਇੰਟਸ ਹੈਗੇ ਨੇ, ਉਹਦੇ ਹਵਾ ਹੀ ਹੈਗੀ ਹੈ ਜਿਹਦੇ ਤੇ ਮੈਨੂੰ ਨਹੀਂ ਲੱਗਦਾ ਕਰੰਟ। ਜਾਂ ਨੰਗੀਆਂ ਤਾਰਾਂ ਜਿੱਥੇ ਹੁੰਦੀਆਂ ਨੇ ਉਹ ਤਾਰਾਂ ਦੇ ਵਿੱਚ ਤੇ ਮੇਰੇ ਵਿੱਚ ਤੇ ਉਹ ਕੌਣ ਹੁੰਦਾ ਵਿੱਚ? ਹਵਾ ਹੀ ਤਾਂ ਹੁੰਦੀ ਹੈ। ਜੇ ਹਵਾ ਹੀ ਕੰਡਕਟ ਕਰਨ ਲੱਗ ਜਾਏਗੀ ਫਿਰ ਤਾਂ ਮੈਨੂੰ ਝਟਕੇ ਲੱਗਣਗੇ ਬੈਠੇ ਬੈਠਿਆਂ ਨੂੰ ਕਿਤੇ ਵੀ, ਤੇ ਬਿਜਲੀ ਚਾਰੇ ਪਾਸੇ ਅੰਨੇਵਾਹ ਭੱਜੇਗੀ। ਪਰ ਜਿਹੜਾ ਫਿਰ ਅਸਮਾਨੀ ਬਿਜਲੀ ਹੁੰਦੀ ਹੈ ਉਹ ਕਿਵੇਂ ਗਿਰਦੀ ਹੈ? ਉਹ ਵੀ ਤਾਂ ਗਿਰਦੀ ਹੈ ਨਾ, ਪਰ ਹਨਾ। ਹੁਣ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ ਸਾਰੇ ਜਣੇ। ਬੇਸਿਕਲੀ ਜਿਹੜਾ ਇਨਸੂਲੇਸ਼ਨ ਹੈ ਨਾ, ਇਨਸੂਲੇਟਰ ਹੋਣਾ ਕਿਸੇ ਮੀਡੀਅਮ ਦਾ ਜਾਂ ਕੰਡਕਟਰ ਨਾ ਹੋਣਾ ਹੁੰਦਾ ਹੈ, ਉਹ ਕੋਈ ਬਹੁਤ ਹੀ ਕੋਈ ਇਹੋ ਜਿਹੀ ਗੱਲ ਨਹੀਂ ਵੀ ਹਾਂ ਵੀ ਹੁਣ ਉਹ ਇਨਸੂਲੇਟਰ ਹੈਗਾ ਤਾਂ ਹੁਣ ਉਹ ਕੰਡਕਟ ਕਰ ਹੀ ਨਹੀਂ ਸਕਦਾ ਕਦੀ ਵੀ। ਕੋਈ ਵੀ ਮਟੀਰੀਅਲ ਹੋਵੇ ਉਹ ਇਨਸੂਲੇਟਰ ਹੁੰਦਾ ਹੈ ਕੁਝ ਉਸ ਕਿ ਜਿੰਨੇ ਵੋਲਟੇजेस ਤੁਸੀਂ ਉਹਨੂੰ ਕੰਮ ਕਰ ਰਹੇ ਹੋ ਉਹਦੇ ਲਈ ਇਨਸੂਲੇਟਰ ਹੈ।
ਨਹੀਂ ਤਾਂ ਜੇ ਤੁਸੀਂ ਵੋਲਟੇਜ ਬਹੁਤ ਜ਼ਿਆਦਾ ਕਰ ਦੋਗੇ, ਬਹੁਤ ਹੀ ਜ਼ਿਆਦਾ ਕਰ ਦੋਗੇ, ਮੰਨ ਲਓ ਲੱਖ ਵੋਲਟ, 2 ਲੱਖ ਵੋਲਟ, ਹਨਾ, ਆਪਣੇ ਘਰਾਂ 'ਚ 220 ਵੋਲਟ ਆਉਂਦੀ ਹੈ, ਹਨਾ, ਹੁਣ 10-10 ਲੱਖ ਵੋਲਟ ਦਾ ਪੋਟੈਂਸ਼ੀਅਲ ਡਿਫਰੈਂਸ ਜੇ ਪੈਦਾ ਹੋ ਜਾਏਗਾ ਤਾਂ ਉਹਦੇ ਕਰਕੇ ਇਲੈਕਟ੍ਰਿਕ ਫੀਲਡ ਕਿੰਨਾ ਜ਼ਿਆਦਾ ਸਟਰੋਂਗ ਹੋ ਜਾਏਗਾ, ਸੋਚੋ, ਹਨਾ। yes sir, ਤਾਂ ਉਹਦੇ ਨਾਲ ਕੀ Yes, ਹੋਏਗਾ ਕਿ ਜਿਹੜਾ ਮੈਂ ਕੱਲ ਜਦ ਸਮਝਾ ਰਿਹਾ ਸੀ ਡਾਈਇਲੈਕਟ੍ਰਿਕ ਬਾਰੇ, ਮੈਂ ਕਿਹਾ ਸੀ ਡਾਈਇਲੈਕਟ੍ਰਿਕ ਦਾ ਆ ਇੱਕ ਮਟੀਰੀਅਲ ਹੈਗਾ ਆ, ਤੇ ਮਟੀਰੀਅਲ ਦੇ ਵਿੱਚ ਆ ਪੋਜ਼ਿਟਿਵ ਚਾਰਜ ਆ, ਇਹਦੇ ਚਾਰੇ ਪਾਸੇ ਫੈਲਿਆ ਹੋਇਆ ਬਿਲਕੁਲ ਉਨਾ ਹੀ ਨੈਗੇਟਿਵ ਚਾਰਜ ਆ, ਤੇ ਜਦੋਂ ਆਪਾਂ ਇਹਨੂੰ ਇਲੈਕਟ੍ਰਿਕ ਫੀਲਡ 'ਚ ਰੱਖਦੇ ਆ ਤਾਂ ਆ ਜਿਹੜਾ ਹੈਗਾ ਇਹ ਇਸ ਤਰ੍ਹਾਂ ਦਾ ਹੋ ਜਾਂਦਾ, ਪੋਜ਼ਿਟਿਵ ਮਾੜ ਹੈ ਇੱਧਰ ਹੋ ਜਾਂਦਾ, ਨੈਗੇਟਿਵ ਮਾੜੇ ਜੇ ਇੱਧਰ ਨੂੰ ਇਕੱਠੇ ਹੋ ਜਾਂਦੇ ਆ, ਆਈ ਸੀ ਨਾ। yes sir, ਹੁਣ ਇਹ ਤਾਂ Yes, ਉਦੋਂ sir. ਸੀਗਾ ਜਦੋਂ ਇਹਦੇ ਕ੍ਰਾਸ ਇਲੈਕਟ੍ਰਿਕ ਫੀਲਡ ਅਪਲਾਈ ਕਰਤਾ, ਹੁਣ ਇਹਦੇ ਖਿਲਾਫ ਇਲੈਕਟ੍ਰਿਕ ਫੀਲਡ ਅਪਲਾਈ ਕਰਤਾ, ਮੰਨ ਲਓ ਤੁਸੀਂ 20 ਵੋਲਟ ਕਰਤਾ, 25 30 50 100 200 500 1000 2000, ਕੋਈ ਇਸ ਤਰ੍ਹਾਂ ਦਾ ਸਟੇਜ ਵੀ ਆ ਜਾਂਦੀ ਹੈ ਕਿ ਜਦੋਂ ਇਲੈਕਟ੍ਰਿਕ ਫੀਲਡ ਮੰਨ ਲਓ ਤੁਸੀਂ ਬਹੁਤ ਬਹੁਤ ਸਟਰੋਂਗ ਕਰਤਾ, ਮੰਨ ਲਓ ਬਹੁਤ ਸਟਰੋਂਗ ਕਰਤਾ, ਤੇ ਉਹ ਕਰਦੇ ਕਰਦੇ ਇੱਕ ਇਸ ਤਰ੍ਹਾਂ ਦੀ ਸਟੇਜ ਆਉਂਦੀ ਹੈ ਜਦੋਂ ਇੰਨਾ ਕੁ ਸਟਰੋਂਗ ਹੋ ਜਾਂਦਾ ਇਲੈਕਟ੍ਰਿਕ ਫੀਲਡ ਕਿ ਇਸ ਨੌਨ ਮੈਟਲ ਦੇ ਵਿੱਚੋਂ ਵੀ, ਜਾਂ ਨੌਨ ਮੈਟਲ ਸਮਝ ਲਓ ਜਾਂ ਫਿਰ ਕੋਈ ਵੀ ਡਾਇਰੈਕਟਰੀ ਸਮਝ ਲਓ, ਡਾਇਰੈਕਟਰੀ ਦੇ ਮੋਲੀਕੂਲ ਦੇ ਵਿੱਚੋਂ ਫੜ ਕੇ ਇਲੈਕਟ੍ਰੋਨ ਨੂੰ ਨਾ ਬਹੁਤ ਜ਼ੋਰ ਲੱਗਣ ਨਾਲ ਬਾਹਰ ਆ ਜਾਂਦਾ ਇਲੈਕਟ੍ਰੋਨ, ਕਿਉਂਕਿ ਜਿਹੜੇ ਕਰਕੇ ਇਲੈਕਟ੍ਰੋਨ ਨੂੰ ਫੋਰਸ ਲੱਗ ਰਿਹਾ ਸੀ ਨਾ, ਇਲੈਕਟ੍ਰੋਨ ਬਾਹਰ ਨਹੀਂ ਆ ਪਾ ਰਿਹਾ ਸੀ, ਬੇਸਿਕਲੀ ਆਹੀ ਹੋ ਰਿਹਾ ਸੀ ਨਾ, yes sir, ਜਿਵੇਂ ਆ ਇਲੈਕਟ੍ਰੋਨ ਬਾਹਰ ਨਹੀਂ ਆ ਪਾ ਰਹੇ, ਇਹ ਇਹਦੇ ਅੰਦਰ ਹੀ ਰਹੂਗਾ, ਬਾਹਰ ਨਹੀਂ ਜਾ ਸਕਦਾ ਕਿਉਂਕਿ ਇਹ ਫ੍ਰੀ ਇਲੈਕਟ੍ਰੋਨ ਥੋੜੀ ਹੈ। ਪਰ ਜੇ ਫਿਰ ਇਲੈਕਟ੍ਰੋਨ ਨਹੀਂ ਵੀ ਹੈਗੇ ਨਾ, ਪਰ ਜੇ ਤੁਸੀਂ ਇਲੈਕਟ੍ਰਿਕ ਫੀਲਡ ਹੀ ਇੰਨਾ ਜ਼ਿਆਦਾ ਸਟਰੋਂਗ ਅਪਲਾਈ ਕਰਤਾ ਕਿ ਉਹਨੇ ਇਹਦੇ ਵਿੱਚੋਂ ਕੁਝ ਇਲੈਕਟ੍ਰੋਨ ਨੂੰ ਨੌਕ ਆਊਟ ਕਰ ਲੈਣਾ ਬਾਹਰ, ਤੇ ਜਦੋਂ ਇਲੈਕਟ੍ਰੋਨ ਹੀ ਬਾਹਰ ਕੱਢਤਾ ਉਹਨੇ ਤੇ ਇਲੈਕਟ੍ਰੋਨ ਬਾਹਰ ਨਿਕਲ ਕੇ ਤਾਂ ਫਿਰ ਉਸ ਟਾਈਮ ਲਈ ਆਜ਼ਾਦ ਹੋ ਗਿਆ, ਹਨਾ। yes sir, ਤੇ ਜਿਹੜਾ ਤੁਹਾਡਾ ਬਾਕੀ ਰਹਿ ਗਿਆ ਐਟਮ, ਬਾਕੀ ਜਿਹੜਾ ਐਟਮ ਰਹਿ ਗਿਆ, ਹੁਣ ਉਹਦੇ 'ਚ ਹੁਣ ਜਿੰਨਾ ਪੋਜ਼ਿਟਿਵ ਚਾਰਜ ਰਹੇਗਾ ਉਨੇ ਨੈਗੇਟਿਵ ਨਹੀਂ ਰਹਿ ਗਏ, ਇੱਕ ਨੈਗੇਟਿਵ ਘਟਿਆ ਹੋਇਆ ਉਹਦੇ ਇੱਕ ਬਾਹਰ ਚਲਾ ਗਿਆ, ਹਨਾ। ਹਾਂਜੀ Yes, ਤਾਂ sir. ਇਸਦੇ ਉੱਪਰ ਓਵਰਆਲ ਪੋਜ਼ਿਟਿਵ ਚਾਰਜ ਆ ਜਾਂਦਾ, ਆ ਨੈਗੇਟਿਵ ਚਾਰਜ ਵਾਲਾ ਇਲੈਕਟ੍ਰੋਨ ਨਿਕਲਿਆ ਬਾਹਰ, ਹੁਣ ਆ ਇਲੈਕਟ੍ਰੋਨ ਜਿਹੜਾ ਉਹ ਚੋਂ ਬਾਹਰ ਹੀ ਨਿਕਲ ਗਿਆ, ਬਾਹਰ ਨਿਕਲ ਕੇ ਭੱਜ ਲੈਂਦਾ ਇਧਰ ਨੂੰ, ਤੇ ਆ ਭੱਜ ਲੈਂਦਾ ਇਧਰ ਨੂੰ, ਹਨਾ। yes sir, Yes, sir. ਵੈਸੇ ਤਾਂ ਭੱਜਦਾ ਇਲੈਕਟ੍ਰੋਨ ਹੀ ਆ, ਆਪਾਂ ਮਤਲਬ ਮੈਂ ਜਸਟ ਇਹ ਕਹਿ ਰਿਹਾ ਫੋਰਸ ਦੋਨਾਂ ਨੂੰ ਆਪੋਜ਼ਿਟ ਲੱਗੇਗਾ ਕਿਉਂਕਿ ਸੋਲਿਡ ਮਟੀਰੀਅਲ ਰਹੇਗਾ ਉਹ। ਤਾਂ ਜਦੋਂ ਆ ਇਲੈਕਟ੍ਰੋਨ ਭੱਜ ਲਊਗਾ ਇਧਰ ਨੂੰ, ਇਹਦਾ ਮਤਲਬ ਕੀ ਆ, ਫਿਰ ਇਹਦੇ ਵਿੱਚੋਂ ਕੀ ਹੋਣ ਲੱਗ ਜਾਏਗੀ, ਕੰਡਕਸ਼ਨ, ਹਨਾ। yes sir, ਮਤਲਬ ਆਪਾਂ ਇਹ ਕਹਿੰਦੇ ਹਵਾ ਜਿਹੜੀ ਹੈ, ਹਵਾ ਵੈਸੇ ਤਾਂ ਇਨਸੂਲੇਟਰ ਹੈ, 1000 2000 11000 20000 25000 ਵੋਲਟ ਦੀ ਤਾਂ ਆਪਣੀ ਹੁੰਦੀਆਂ ਨੇ ਕਮਿਊਨੀਕੇਸ਼ਨ ਵਾਲੀ ਵੱਡੀ ਵੱਡੀ ਜਿਹੜੀ ਉਹ ਖੇਤਾਂ ਦੇ ਉੱਪਰ ਦੇ ਨਿਕਲਦੇ ਨੇ ਵੱਡੇ ਵੱਡੇ ਟਾਵਰ ਦੇ, ਪਰ ਜਿਹੜੇ ਬੱਦਲ ਹੁੰਦੇ ਨੇ, ਬੱਦਲਾਂ ਵਿੱਚ ਮਿਲੀਅਨ ਵੋਲਟ ਤੱਕ ਪੋਟੈਂਸ਼ੀਅਲ ਡਿਫਰੈਂਸ ਕ੍ਰੀਏਟ ਹੋ ਜਾਂਦਾ, ਫਿਰ ਉਹ ਇੰਨਾ ਜ਼ਿਆਦਾ ਸਟਰੋਂਗ ਇਲੈਕਟ੍ਰਿਕ ਫੀਲਡ ਪੈਦਾ ਕਰਦਾ ਉਹ ਚਾਰਜ ਕਿ ਉਹ ਹਵਾ ਦੇ ਮੋਲੀਕਿਊਲਸ ਦੇ ਵਿੱਚੋਂ ਵੀ ਫੜ ਕੇ ਨਾ ਇਲੈਕਟ੍ਰੋਨ ਬਾਹਰ ਕੱਢ ਲੈਂਦਾ, ਤੇ ਹਵਾ 'ਚ ਨਾਈਟ੍ਰੋਜਨ ਆਕਸੀਜਨ ਬਥੇਰੀ ਸਾਰੀ ਗੈਸਾਂ ਹੈਗੀਆਂ, ਜਿਹੜੀ ਮਰਜ਼ੀ ਗੈਸ ਹੋਵੇ, ਮਤਲਬ ਉਹਦੇ ਮੋਲੀਕਿਊਲ ਦੇ ਵਿੱਚੋਂ ਦੀ ਇਲੈਕਟ੍ਰੋਨ ਨੂੰ ਖਿੱਚ ਕੇ ਬਾਹਰ ਕੱਢ ਲੈਂਦਾ ਉਹ ਆਰਾਮ ਨਾਲ, ਤੇ ਜਦੋਂ ਖਿੱਚ ਲੈਂਦਾ ਉਹ ਤਾਂ ਉਹ ਫਿਰ ਜਿਹੜੀ ਹਵਾ ਵੀ ਹੈਗੀ, ਹਵਾ ਕੀ ਹੋਣ ਲੱਗ ਜਾਂਦੀ ਹੈ, ਕੀ ਕਰ ਲੈਂਦੀ ਹੈ, ਕੰਡਕਟ ਕਰਨ ਲੱਗ ਜਾਂਦੀ ਹੈ, ਸਮਝ ਲੱਗੀ ਗੱਲ। yes Yes, sir, sir. ਹੁਣ ਆਪਾਂ ਕਹਿੰਦੇ ਕਿ ਮੰਨ ਲਓ ਜੇ ਆਪਾਂ ਇਹਨੂੰ ਇਲੈਕਟ੍ਰਿਕ ਫੀਲਡ ਅਪਲਾਈ ਕਰਨਾ ਸ਼ੁਰੂ ਕੀਤਾ, ਇਹਦੇ ਅਕ੍ਰੋਸ ਇਲੈਕਟ੍ਰਿਕ ਫੀਲਡ ਦੀ ਵੈਲਿਊ ਮੰਨ ਲਓ ਮੈਂ ਦਿੱਤੀ 15 ਨਿਊਟਨ ਪਰ ਕੂਲਮ, ਤੇ ਉਹਦੇ ਨਾਲ ਤਾਂ ਉਹ ਇਨਸੂਲੇਟਰ ਹੀ ਹਾਲੇ ਕੁਝ ਨਹੀਂ ਹੋਇਆ, ਫਿਰ ਮੈਂ ਵਧਾਤੀ, ਮੈਂ ਮੰਨ ਲਓ ਜਾਂ 15 ਮਤਲਬ ਜ਼ਿਆਦਾ ਛੋਟਾ ਹੋ ਗਿਆ, 150 ਮੰਨ ਲਓ, ਤੇ ਮੰਨ ਲਓ 150 ਬਾਅਦ 200 ਕਰਤੀ, 200 ਤੋਂ ਬਾਅਦ 250 ਕਰਤੀ, 250 ਬਾਅਦ ਕਰਦੇ ਕਰਦੇ ਮੰਨ ਲਓ 260 270 ਐ ਕਰਦੇ 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 ਕਿਤੇ ਜਾ ਕੇ ਮੰਨ ਲਓ 310 ਕਰਤੀ, ਜਿਵੇਂ ਹੀ 311 ਕੀਤੀ ਨਾ, ਨਾਲ ਹੀ ਉਹ ਨੌਕਆਊਟ ਹੋ ਗਿਆ ਇਲੈਕਟ੍ਰੋਨ। ਤਾਂ ਬੇਸਿਕਲੀ ਇਹ 310 ਕੀ ਹੈ, ਫਿਰ 310 ਕੀ ਹੈਗਾ, ਇਹ ਹੈਗਾ ਉਹ ਮਿਨੀਮਮ ਇਲੈਕਟ੍ਰਿਕ ਫੀਲਡ ਦੀ ਵੈਲਿਊ ਜਿਹਨੂੰ ਕਿ ਡਾਈ ਇਲੈਕਟ੍ਰਿਕ ਜਰ ਗਿਆ ਤੇ ਉਹਦੇ ਵਿੱਚੋਂ ਇਲੈਕਟ੍ਰੋਨ ਬਾਹਰ ਨਹੀਂ ਨਿਕਲਿਆ, ਸਮਝ ਲੱਗੀ ਗੱਲ Yes, sir. maximum या minimum, ਹੈ। ਹਿਮਾਨੀ ਬੋਲੋ। sir minimum या maximum, ਉਹ ਮੈਕਸਿਮਮ ਠੀਕ ਹੈ मैक्सिमम इलेक्ट्रिक फील्ड है, मैं मैक्सिमम मिनिमम नहीं कहूंगा, मैक्सिमम है भाई ये, ठीक है। मतलब मैक्सिमम उन्ना मैक्सिमम जिन्हों वो जर गया ते उतो जे एक भी पॉइंट ਵਧਾਇਆ ਤੇ ਨਾਲ ਹੀ ਉਹ ਚ ਇਲੈਕਟ੍ਰੋਨ ਨੇ ਬਾਹਰ ਨਿਕਲ ਜਾਣਾ, ਫਿਰ ਉਹ ਡਾਈਇਲੈਕਟ੍ਰਿਕ ਰਹੂਗਾ, ਫਿਰ no sir, ਨਹੀਂ ਰਹੂਗਾ ਨਾ। No, sir. ਫਿਰ ਆਪਾਂ ਕਹਿੰਦੇ ਕਿ ਡਾਈਇਲੈਕਟ੍ਰਿਕ ਦਾ ਬ੍ਰੇਕ ਡਾਊਨ ਹੋ ਗਿਆ ਜੀ, ਤੇ ਆ ਜਿਹੜਾ ਇਲੈਕਟ੍ਰਿਕ ਫੀਲਡ ਹੈ ਇਹਦੇ ਕੋਰਸਪੋਂਡਿੰਗਲੀ ਮਤਲਬ ਆਪਾਂ ਇੱਕ ਨਵੀਂ ਟਰਮ ਡਿਫਾਈਨ ਕਰਦੇ ਹਾਂ, ਉਹਨੂੰ ਕਹਿੰਦੇ ਡਾਈਇਲੈਕਟ੍ਰਿਕ ਸਟਰੈਂਥ ਆਫ ਦਾ ਮੀਡੀਅਮ। ਸੋ ਜੇ ਕੋਈ 311 ਤੇ ਟੁੱਟ ਗਿਆ ਤੇ ਕੋਈ 511 ਤੇ ਟੁੱਟ ਗਿਆ ਤਾਂ ਦੋਨਾਂ ਚੋਂ ਡਾਈਇਲੈਕਟ੍ਰਿਕ ਸਟਰੈਂਥ ਜ਼ਿਆਦਾ ਕਿਹਦੀ ਕਹੀ ਜਾਏਗੀ,
डिस्टेंस हो गया है। हाँ जो ज्यादा सह गया है ना। तो डाइलेक्ट्रिक Yes, स्ट्रेंथ sir. बारे ਇਹਦੀ ਡੈਫੀਨੇਸ਼ਨ ਲਿਖੋ ਸਾਰੇ ਨੇ ਲਿਖੋ। ਸੋ ਬੇਸਿਕਲੀ ਆਦਾ ਇੱਕ ਮੋਲੀਕਿਊਲ ਦੇ ਬਾਰੇ ਹੋ ਗਿਆ, ਆਪਾਂ ਲਿਖੋ ਡਾਈਲੈਕਟ੍ਰਿਕ ਸਟਰੈਂਥ, ਕਿਉਂਕਿ ਇੱਕ ਨੰਬਰ ਦੇ ਵਿੱਚ ਕਈ ਵਾਰ ਸਕੂਲ ਐਗਜ਼ਾਮ 'ਚ ਪੁੱਛ ਲੈਂਦੇ ਆ ਜਸਟ ਇਹਦੀ ਡੈਫੀਨੇਸ਼ਨ। ਦ ਡਾਈਲੈਕਟ੍ਰਿਕ ਸਟਰੈਂਥ ਆਫ ਅ ਮੀਡੀਅਮ, ਲਿਖੋ ਸਾਰੇ, ਡਾਈਲੈਕਟ੍ਰਿਕ ਸਟਰੈਂਥ of a medium, and obviously ਆਪਾਂ dielectric strength ਦੀ ਗੱਲ dielectrics ਲਈ ਕਰਦੇ ਹਾਂ mostly, is that maximum value of electric field which can be applied across the dielectric without getting ionized, without its breakdown is better word, without its breakdown into ions, without its breakdown into ions. And for air ਦੇ ਲਈ ਆਪਣਾ ਹੁੰਦਾ ਹੈ 3 into 10⁻⁶ ਨਿਊਟਨ ਪਰ ਕੂਲਮ, ਆ ਹੁੰਦੀ ਹੈ ਡਾਈਲੈਕਟ੍ਰਿਕ ਸਟਰੈਂਥ ਫॉर एयर। ਕਿੰਨਾ ਹੋ ਗਿਆ 30 ਲੱਖ ਹੋ ਗਿਆ ਨਾ, ਦੇਖੋ यस सर। 30 ਲੱਖ ਜਿਹੜਾ ਇਹ ਇਲੈਕਟ੍ਰਿਕ ਫੀਲਡ ਦੀ ਵੈਲਿਊ ਹੈ, ਠੀਕ ਹੈ। ਉਸ 30 ਲੱਖ ਦੇ ਕੋਰਸਪੋਂਡਿੰਗਲੀ ਇਹ ਮੈਕਸਿਮਮ ਇਲੈਕਟ੍ਰਿਕ ਫੀਲਡ ਜਿਹੜਾ 에ਅਰ ਜਰ ਸਕਦੀ ਹੈ। ਹੁਣ ਜੇ ਬੱਦਲਾਂ 'ਚ ਚਾਰਜ ਇੰਨਾ ਕੁ ਆ ਗਿਆ ਕਿ ਉਹਨੇ ਇਲੈਕਟ੍ਰਿਕ ਫੀਲਡ ਇਹ ਤੋਂ ਵੀ ਸਟਰੋਂਗ ਬਣਾਤਾ, ਤਾਂ ਉਹਨੇ ਹਵਾ ਨੂੰ ਵੀ ਆਇਓਨਾਈਜ਼ ਕਰਕੇ ਉਹਦੇ ਵਿੱਚੋਂ ਵੀ ਚਾਰਜ ਦਾ ਜਿਹੜਾ ਪਾਸ ਹੋਣਾ ਸ਼ੁਰੂ ਹੋ ਜਾਣਾ ਚਾਰਜ ਨੇ। ਤੇ ਫਿਰ ਉਹ ਜਦੋਂ ਪਾਸ, ਹੁਣ ਕਈ ਵਾਰ ਕੀ ਹੁੰਦਾ, ਲਾਈਟਨਿੰਗ ਐ ਹੁੰਦੀ ਹੈ ਕਿ ਵੀ ਬੱਦਲਾਂ ਨਾਲ ਹੀ ਹੁੰਦੀ ਹੈ, ਮਤਲਬ ਆਹ ਬੱਦਲ ਹੈ ਤੇ ਆਹ ਬੱਦਲ ਹੈ ਹਨਾ। ਹੁਣ ਇਹਦੇ ਉੱਪਰ ਚਾਰਜ ਹੈ, ਮੰਨ ਲਓ ਇਹਦੇ ਉੱਪਰ ਵੀ ਚਾਰਜ ਹੈ, ਇਹਦਾ ਵੀ ਪੋਟੈਂਸ਼ੀਅਲ ਹੈ, ਇਹਦੇ ਵਿੱਚ ਮੰਨ ਲਓ ਇਹਨੇ ਇਲੈਕਟ੍ਰਿਕ ਫੀਲਡ ਸਟਰੋਂਗ ਬਹੁਤ ਬਣਾਇਆ, ਠੀਕ ਹੈ। ਉਹਦੇ ਕਰਕੇ ਇਹਦੇ ਅੰਦਰ ਵਿਚਕਾਰਲੀ ਜਿਹੜੀ ਹਵਾ ਆ ਉਹ ਆਇਓਨਾਈਜ਼ ਹੋ ਗਈ, ਤੇ ਉਹ ਇਲੈਕਟ੍ਰਿਕ ਫੀਲਡ ਨੇ ਆਇਓਨਾਈਜ਼ ਕਰਕੇ ਉਹਦੇ ਵਿੱਚ ਚਾਰਜ ਪਾਸ ਹੋਣ ਲੱਗ ਗਿਆ। ਜਿਵੇਂ ਚਾਰਜ ਪਾਸ ਹੋਇਆ, ਪਤਾ ਨਹੀਂ ਇੱਧਰੋਂ ਹੋਇਆ, ਇੱਧਰ ਵਟਐਵਰ, ਤੁਸੀਂ ਦੇਖੋ ਆਬਵੀਅਸਲੀ ਹਾਇਰ ਪੋਟੈਂਸ਼ੀਅਲ ਟੂ ਲੋ ਪੋਟੈਂਸ਼ੀਅਲ, ਜਿਹੜਾ ਵੀ ਚਾਰਜ ਦੀ ਪਾਸਿੰਗ ਹੋਈ ਨਾ ਹਵਾ ਦੇ ਵਿੱਚੋਂ ਦੀ, ਇਹੀ ਆਪਾਂ ਨੂੰ ਕੜਕਦੀ ਹੋਈ ਬਿਜਲੀ ਨਜ਼ਰ ਆਉਂਦੀ ਹੈ। ਤੁਸੀਂ ਦੇਖਿਆ ਕਹਿੰਦਾ ਅਸਮਾਨ ਵਿੱਚ ਹੀ ਹੁੰਦੀ ਹੈ, ਅਸਮਾਨ ਵਿੱਚ ਹੀ ਇੱਕ ਜਗ੍ਹਾ ਤੋਂ ਸ਼ੁਰੂ ਹੁੰਦੀ ਹੈ, ਅਸਮਾਨ ਵਿੱਚ ਹੀ ਦੂਜੀ ਜਗ੍ਹਾ ਖਤਮ ਹੋ ਰਹੀ ਹੁੰਦੀ ਹੈ ਨਾ। ਤੇ ਕਈ ਵਾਰ ਕੀ ਹੈ, ਕਿਸੇ ਬੱਦਲ ਦੇ ਨੇੜੇ ਤੇੜੇ ਡਿਸਚਾਰਜ ਹੋਣ ਲਈ ਕੋਈ ਹੋਰ ਬੱਦਲ ਹੁੰਦਾ ਨਹੀਂ ਹੈ। ਧਰਤੀ ਜਿਹੜੀ ਹੈ ਫਿਰ ਉਹ ਕਹਿੰਦੇ ਇਹਦੇ ਉੱਪਰ ਬਹੁਤ ਜ਼ਿਆਦਾ ਪੋਟੈਂਸ਼ੀਅਲ ਹੈ, ਧਰਤੀ ਦਾ ਪੋਟੈਂਸ਼ੀਅਲ ਕਿੰਨਾ ਹੈ 0। ਫਿਰ ਉਹ ਜਿਹੜੀ ਹਵਾ ਆ ਵੀ ਇਫੈਕਟ ਹੋਣ ਲੱਗ ਜਾਂਦੀ ਹੈ ਉਹਦੇ ਇਲੈਕਟ੍ਰਿਕ ਫੀਲਡ ਨਾਲ, ਠੀਕ ਹੈ। ਤੇ ਬੱਦਲ ਨੂੰ ਜਦੋਂ ਆਸ-ਪਾਸ ਕਿਤੇ ਡਿਸਚਾਰਜ ਹੋਣ ਲਈ ਕੁਝ ਨਹੀਂ ਮਿਲਦਾ, ਤਾਂ ਉਹ ਫਿਰ ਆਪਣੀ ਧਰਤੀ ਦੇ ਵਿੱਚ ਦੇਖਦੀ ਹੈ ਕੋਈ ਇਦਾਂ ਦਾ ਪੁਆਇੰਟ ਜਿਸ ਪੁਆਇੰਟ ਤੇ ਪੋਟੈਂਸ਼ੀਅਲ ਤਾਂ 0 ਹੈਗਾ ਹੀ, ਚਲੋ, ਜਿੱਥੇ ਚਾਰਜ ਦਾ ਪਾਸ ਹੋਣਾ ਪੋਸੀਬਲ ਹੋ ਸਕੇ। ਜਿਵੇਂ ਕਰੰਟ ਕੀ ਕਰਦਾ, ਹਮੇਸ਼ਾ ਘੱਟ ਰੈਜ਼ਿਸਟੈਂਸ ਵਾਲਾ ਰਸਤਾ ਲੱਭਦਾ ਨਾ। ਤਾਂ ਜਿੱਥੇ ਕੋਈ ਮੈਟਲ ਦੇ ਖੰਭੇ ਹੋਣ ਜਾਂ ਕੋਈ ਪੇੜ ਹੋਵੇ ਜਾਂ ਕੋਈ ਇਦਾਂ ਦੀ ਚੀਜ਼ ਹੋ, ਤੇ ਫਿਰ ਬਿਜਲੀ ਗਿਰਨ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ। ਤੇ ਚਲੋ ਇਹਦੇ ਆਪਾਂ ਉਹ 'ਚ ਨਹੀਂ ਜਾਣਾ, ਆਪਾਂ ਤਾਂ ਆਪਣੀ ਗੱਲ ਕਰ ਰਹੇ ਸੀ ਡਾਇਲੈਕਟ੍ਰਿਕ ਸਟਰੈਂਥ ਦੀ। ਸਮਝ ਲੱਗੀ ਗੱਲ? ਡਾਇਲੈਕਟ੍ਰਿਕ ਸਟਰੈਂਥ ਬੇਸਿਕਲੀ ਕੀ ਹੈ, ਬ੍ਰੇਕਡਾਊਨ, ਯਾਨੀ ਕਿ ਮਤਲਬ ਇਹ ਨਹੀਂ ਹੈਗਾ ਕਿ ਹੁਣ ਤੁਸੀਂ ਕਪੈਸਿਟਰ ਦੇ ਵਿੱਚ ਸੋਚੋ ਕਿ ਵੀ ਤੁਸੀਂ ਆਹ ਕਪੈਸਿਟਰ ਹੈ, ਇਹ 'ਚ ਡਾਇਲੈਕਟ੍ਰਿਕ ਪਾ ਲਿਆ ਹਨਾ, ਤੇ ਫਿਰ ਮੁੜ ਕੇ ਜਿੰਨਾ ਮਰਜ਼ੀ ਵੋਲਟ ਦੀ ਬੈਟਰੀ ਨਾਲ ਇਹਨੂੰ ਚਾਰਜ ਕਰੀਏ, ਜੋ ਮਰਜ਼ੀ ਕਰੀਏ ਹਨਾ। ਤੁਸੀਂ ਬੈਟਰੀ ਲਗਾਈ ਆ 20 ਵੋਲਟ ਦੀ, ਤਾਂ ਆ 20 ਵੋਲਟ ਦੀ ਬੈਟਰੀ ਲਗਾਉਣ ਤੋਂ ਬਾਅਦ ਜਿਹੜਾ ਇਹਦੇ ਅੰਦਰ ਆਪਾਂ ਡਾਇਲੈਕਟ੍ਰਿਕ ਭਰਿਆ ਹੋਇਆ ਨਾ ਇਹਦੇ ਅੰਦਰ ਮਟੀਰੀਅਲ, ਤੁਹਾਡਾ ਜਿਹੜਾ V ਹੈ ਉਹਦੇ ਕੋਰਸਪੋਂਡਿੰਗਲੀ ਜੋ ਇਲੈਕਟ੍ਰਿਕ ਫੀਲਡ ਪੈਦਾ ਹੋਏਗਾ ਇਹਦੇ ਵਿੱਚ, ਨੈਟ ਇਲੈਕਟ੍ਰਿਕ ਫੀਲਡ ਡਾਇਲੈਕਟ੍ਰਿਕ ਦੇ ਅੰਦਰ, ਉਹ ਡਾਇਲੈਕਟ੍ਰਿਕ ਦੇ ਬ੍ਰੇਕਡਾਊਨ ਵਾਲੇ ਇਲੈਕਟ੍ਰਿਕ ਫੀਲਡ ਤੋਂ, ਜਾਂ ਫਿਰ ਡਾਇਲੈਕਟ੍ਰਿਕ ਦੀ ਬ੍ਰੇਕਡਾਊਨ ਵੋਲਟੇਜ ਕਹਿ ਦਿਓ ਤੁਸੀਂ, ਉਸੇ ਇਲੈਕਟ੍ਰਿਕ ਫੀਲਡ ਦੇ ਕੋਰਸਪੋਂਡਿੰਗਲੀ ਬ੍ਰੇਕਡਾਊਨ ਵੋਲਟੇਜ ਵੀ ਆਪਾਂ ਡਿਫਾਈਨ ਕਰ ਸਕਦੇ ਹਾਂ। ਬ੍ਰੇਕਡਾਊਨ ਵੋਲਟੇਜ ਤੋਂ ਘੱਟ ਹੋਣੀ ਚਾਹੀਦੀ ਹੈ ਬੈਟਰੀ, ਹਨਾ, ਕਿਉਂਕਿ ਜੇ ਆ ਬੈਟਰੀ ਬ੍ਰੇਕਡਾਊਨ ਵੋਲਟੇਜ ਤੋਂ ਜ਼ਿਆਦਾ ਹੋਈ ਤਾਂ ਡਾਇਲੈਕਟ੍ਰਿਕ ਨੇ ਕੀ ਬਣ ਜਾਣਾ, ਕੰਡਕਟਰ।
ਹਨਾ, Yes. ਕਿਉਂਕਿ ਫਿਰ ਤਾਂ ਉਹਦੇ ਮੋਲੀਕਿਊਲ ਹੀ ਉਹਨੇ ਫੜ ਕੇ ਉਹਨੇ ਵਿੱਚੋਂ ਦੀ ਇਲੈਕਟ੍ਰੋਨ ਖਿੱਚ ਲੈਣੇ ਬਾਹਰ, ਠੀਕ ਹੈ ਨਾ। ਤੇ ਫਿਰ ਕੀ ਹੋਏਗਾ, ਫਿਰ ਜਿਹੜੀ ਇਹਦਾ ਅਸੀਂ ਜਿਹੜੀ ਬੈਟਰੀ ਹੈ ਸਿਰਫ ਬ੍ਰੇਕਡਾਊਨ ਵੋਲਟੇਜ ਤੋਂ ਘੱਟ ਵਾਲੀ ਹੀ ਅਪਲਾਈ ਕਰ ਸਕਦੇ ਹਾਂ। ਮੰਨ ਲਓ ਵੇਰੀਏਬਲ ਬੈਟਰੀ ਹੈ, ਇਹਦੇ ਉੱਪਰ ਐਰੋ ਪਾਉਣ ਦਾ ਮਤਲਬ ਇਹ ਕਿ ਵੇਰੀਏਬਲ ਬੈਟਰੀ, ਮੰਨ ਲਓ ਇਹਨੂੰ ਆਪਾਂ ਵੋਲਟੇਜ ਵਧਾਈਏ, ਇੱਕ ਟਾਈਮ ਤੇ ਆ ਕੇ ਬ੍ਰੇਕਡਾਊਨ ਹੋ ਜਾਏਗਾ। ਸਮਝ ਲੱਗੀ ਗੱਲ। ਸੋ ਇਲੈਕਟ੍ਰਿਕ ਫੀਲਡ ਉਵੇਂ ਇਨਕਰੀਜ਼ ਕਰੇਗਾ, ਜਿਵੇਂ ਆਪਾਂ ਵੋਲਟੇਜ ਇਨਕਰੀਜ਼ ਕਰਾਂਗੇ ਤਾਂ ਆਪਾਂ ਇੱਕ ਪਾਰਟਿਕੂਲਰ ਸਟੇਜ ਤੇ ਪਹੁੰਚ ਜਾਾਂਗੇ, ਜਦੋਂ ਇਸ ਵੋਲਟੇਜ ਦੀ ਕੋਈ ਵੈਲਿਊ ਇਦਾਂ ਦੀ ਆਊਗੀ ਜਿਸ ਵੈਲਿਊ ਤੇ ਆ ਕੇ ਇੱਥੇ ਇਲੈਕਟ੍ਰਿਕ ਫੀਲਡ ਉਹਨਾਂ ਮੈਕਸਿਮਮ ਹੋ ਜਾਊਗਾ ਜਿੱਥੇ ਜਾ ਕੇ ਬ੍ਰੇਕਡਾਊਨ ਹੋਊਗਾ। ਤਾਂ ਆਹ ਵਾਲੇ ਵੋਲਟੇਜ ਨੂੰ ਜਿਹੜੇ ਵੈਲਿਊ ਤੇ ਆਪਣਾ E ਮੈਕਸਿਮਮ ਮਿਲਿਆ ਆਪਾਂ ਨੂੰ, ਜਿਹਦੇ ਕਰਕੇ ਬ੍ਰੇਕਡਾਊਨ ਹੋਣਾ, ਇਸ ਨੂੰ ਕੀ ਕਹਿੰਦੇ ਆ, ਬ੍ਰੇਕਡਾਊਨ ਵੋਲਟੇਜ। ਸਮਝ ਲੱਗੀ ਗੱਲ, ਕਲੀਅਰ ਹੈ। ਹਾਂਜੀ। ਸੋ ਬੇਸਿਕਲੀ ਉੱਥੋਂ ਹੀ ਆਪਾਂ ਇੱਕ ਡਿਫਾਈਨ ਕਰ ਲਈ ਗੱਲ, ਬ੍ਰੇਕਡਾਊਨ ਵੋਲਟੇਜ। ਇਹ ਸਭ ਸਕੂਲ ਐਗਜ਼ਾਮ ਲਈ ਨਹੀਂ ਹੈਗਾ ਬਈ, ਪਹਿਲੇ ਦੱਸ ਰਿਹਾ ਮੈਂ, ਠੀਕ ਹੈ। ਇਸ ਤੋਂ ਪਹਿਲਾਂ ਵਾਲਾ ਵੀ ਜੋ ਆਪਾਂ ਕਰ ਰਹੇ ਅੱਜ ਦੇ ਸਾਰੇ ਲੈਕਚਰ ਵਿੱਚ ਜੋ ਕੁਝ ਵੀ ਆਪਾਂ ਕਰ ਰਹੇ ਹਾਂ, ਇਹ ਸਕੂਲ ਐਗਜ਼ਾਮ ਲਈ ਕੁਝ ਵੀ ਨਹੀਂ ਹੈਗਾ। ਇਸ ਤੋਂ ਪਿਛਲੇ ਲੈਕਚਰ ਵਿੱਚ ਵੀ ਮੈਂ ਬਹੁਤਾ ਕੁਝ ਇਸ ਤਰ੍ਹਾਂ ਦਾ ਉਹ ਨਹੀਂ ਸੀਗਾ ਸਕੂਲ ਐਗਜ਼ਾਮ ਲਈ। ਉਹ ਤੁਹਾਨੂੰ ਸਕੂਲ ਐਗਜ਼ਾਮ ਲਈ ਮੈਂ ਇੱਕ ਲਿਸਟ ਦੱਸ ਦੂੰਗਾ, ਜਿਹੜੇ ਡੈਰੀਵੇਸ਼ਨਸ ਐਂਡ ਉਹ ਚੀਜ਼ਾਂ ਕਰਨੀਆਂ ਨੇ ਸਕੂਲ ਐਗਜ਼ਾਮ ਲਈ, ਇਹ ਆਪਣੇ ਉਹਦੇ ਲਈ ਹੈ ਬਸ। ਹੁਣ ਆਪਾਂ ਇਹ ਚ ਦੇਖੋ ਬਹੁਤ ਛੋਟੀ ਗੱਲਾਂ ਇਹਦੇ ਵਿੱਚ ਰਿਲੇਟ ਕਰਦੇ ਹਾਂ, ਇਹਦੇ ਨਾਲ ਹੀ ਦੇਖੋ, ਬ੍ਰੇਕਡਾਊਨ ਵੋਲਟੇਜ for capacitors in series। ਹੁਣ ਆਪਾਂ ਨੂੰ ਬ੍ਰੇਕਡਾਊਨ ਮੰਨ ਲਓ ਗਿਵਨ ਹੈ ਕੁਝ ਕੈਪੈਸਿਟਰਸ ਦਾ, ਤੇ ਆਪਾਂ ਕੈਪੈਸਿਟਰਸ ਨੂੰ ਆਪਾਂ ਅਟੈਚ ਕਰਦੇ ਹਾਂ। ਇੱਕ ਕੈਪੈਸਿਟਰ ਦਾ ਤਾਂ ਸਮਝ ਲੱਗ ਗਈ ਬ੍ਰੇਕਡਾਊਨ ਵੋਲਟੇਜ ਦਾ ਕੀ ਮਤਲਬ ਹੈ। ਹੁਣ ਕੈਪੈਸਿਟਰ ਸੀਰੀਜ਼ ਦੇ ਵਿੱਚ ਲਗਾਉਣ ਦਾ ਮਤਲਬ ਹੈ ਕਿ ਮੰਨ ਲਓ ਆਹ ਇੱਕ ਕੈਪੈਸਿਟਰ ਲੱਗਿਆ ਆ ਤੇ ਇਹਦੇ ਨਾਲ ਇੱਕ ਆਹ ਕੈਪੈਸਿਟਰ ਲੱਗਿਆ ਆ, ਤੇ ਆਪਾਂ ਇਸ ਕੈਪੈਸਿਟਰ ਦੇ ਅਕ੍ਰੋਸ ਇੱਕ ਬੈਟਰੀ ਲਗਾਣੀ ਹੈ V। ਹੁਣ ਮੈਂ ਤੁਹਾਨੂੰ ਦੱਸਦਾ ਕਿ ਸਵਾਲ ਕੀ ਬਣੇਗਾ। ਮੰਨ ਲਓ ਇਹਦਾ ਕੈਪੈਸਿਟਰ C1 ਹੈ, ਕੈਪੈਸਿਟੈਂਸ ਹੋਏਗਾ 4 ਮਾਈਕਰੋਫੈਰਡ, ਤੇ ਇਸ ਦਾ ਜਿਹੜਾ ਬ੍ਰੇਕਡਾਊਨ ਵੋਲਟੇਜ ਹੈ B1 ਕਹਿ ਦਿੰਦੇ ਆਪਾਂ, ਬ੍ਰੇਕਡਾਊਨ ਵੋਲਟੇਜ ਆਫ ਫਸਟ ਕੈਪੈਸਿਟਰ, ਉਹ 20 ਵੋਲਟ ਹੈ। ਮਤਲਬ 20 ਵੋਲਟ ਤੇ ਇਹਦਾ ਬ੍ਰੇਕਡਾਊਨ ਹੋ ਜਾਂਦਾ ਹੈ। ਫਿਰ ਜੇ ਬ੍ਰੇਕਡਾਊਨ ਹੋ ਗਿਆ ਫਿਰ ਕੈਪੈਸਿਟਰ ਨਹੀਂ ਰਿਹਾ ਨਾ, ਉਹ ਖਰਾਬ ਹੋ ਗਿਆ ਫਿਰ, ਠੀਕ ਹੈ। ਫਿਰ ਤੁਹਾਡੀ ਸਾਰੀ ਕੈਲਕੂਲੇਸ਼ਨਾਂ ਜਿਹੜੀ ਪਿੱਛੇ ਵਾਲੀਆਂ ਸਾਰੀਆਂ ਜਿਹੜੀ ਕੀਤੀਆਂ ਨਾ ਤੁਸੀਂ, ਉਹ ਸਾਰੀਆਂ ਫਿਰ ਸੈਂਸਲੈਸ ਹੋ ਜਾਣਗੀਆਂ। कैपेसिटेंस ਦਾ ਫਾਰਮੂਲਾ ਇਹ ਉਹ ਸਭ ਕੁਝ, ਕਿਉਂਕਿ ਫਿਰ ਤਾਂ ਉਹ ਰਿਹਾ ਹੀ ਨਹੀਂ ਡਾਇਲੈਕਟ੍ਰਿਕ। ਇਹ 8 ਵੋਲਟ ਹੈ। ਹੁਣ ਆਪਾਂ ਇਹ ਪੁੱਛਦੇ ਆ, ਉਹ ਪੁੱਛ ਰਹੇ ਨੇ ਸਵਾਲ ਵਿੱਚ ਕਿ ਇਹਦਾ ਕਿੰਨਾ V ਮੈਕਸਿਮਮ ਆਪਾਂ ਅਪਲਾਈ ਕਰ। ਫਿਰ ਬ੍ਰੇਕਡਾਊਨ ਵੋਲਟੇਜ ਪਹਿਲੇ ਕੈਪੈਸਿਟਰ ਦਾ ਤੁਹਾਨੂੰ ਪਤਾ ਹੈ 20 ਵੋਲਟ ਗਿਵਨ ਹੈ, ਦੂਜਾ ਜਿਹੜੇ ਪਹਿਲੇ ਦਾ ਪਟਾਕਾ ਪੈ ਜਾਣਾ, ਇਹ ਸਮਝ ਲਓ ਤੁਸੀਂ 20 ਵੋਲਟ ਤੇ, ਦੂਜੇ ਦਾ ਪਟਾਕਾ ਪੈ ਜਾਣਾ ਜੇ ਉਹਦੇ ਅਕ੍ਰੋਸ ਕਿੰਨਾ ਆ ਗਿਆ 8 ਵੋਲਟ। ਤਾਂ ਉਹ ਕਹਿ ਰਹੇ ਨੇ ਬੈਟਰੀ ਜਿਹੜੀ ਆ ਕਿੰਨੇ ਦੀ ਲਾਈਏ ਕਿ ਦੋਨਾਂ ਵਿੱਚੋਂ ਕਿਸੇ ਦਾ ਪਟਾਕਾ ਨਾ ਪਵੇ, ਯਾਨੀ what is the combined breakdown voltage of these of this combination। ਹੁਣ ਤੁਸੀਂ ਆਪ ਸੋਚ ਕੇ ਦੇਖੋ ਕਿ ਜੇ ਮੈਂ V ਮੈਕਸਿਮਮ ਜਿਹੜਾ ਹੈਗਾ ਜਾਂ बैटरी, ਜੇ बैटरी ही मैं कोई भी बैटरी लगाऊंगा तो उस बैटरी का वोल्टेज ਜਿਹੜਾ दोनों कैपेसिटर ਦੇ ਅਕ੍ਰੋਸ ਡਿਵਾਈਡ ਹੋਏਗਾ ਨਾ ਕਿ ਨਹੀਂ। यस Sir. ਹੁਣ ਇੱਕ ਪਾਸੇ ਤਾਂ ਬੰਦਾ ਸੋਚਦਾ ਕਿ V ਉਹਦੇ ਅਕ੍ਰੋਸ ਸਰ ਜਾਂਦਾ ਹੈ, 8 ਉਹਦੇ ਅਕ੍ਰੋਸ ਸਰ ਜਾਂਦਾ, ਤਾਂ 28 ਵੋਲਟ ਦੀ ਬੈਟਰੀ ਲਗਾ ਸਕਦੇ ਹਾਂ ਮਤਲਬ। ਪਰ ਇਸ ਤਰ੍ਹਾਂ ਨਹੀਂ ਸੋਚਣਾ, ਕਿਉਂਕਿ ਉਹ 20 ਵੋਲਟ ਜਿਹੜਾ ਹੈਗਾ 20 ਵੋਲਟ ਉਹਦਾ ਉਹ ਮੈਕਸਿਮਮ ਹੈ ਜਿਹੜਾ ਉਹ ਸਰ ਜਾਂਦਾ ਹੈ, ਜਰ ਜਾਂਦਾ ਹੈ, ਪਰ ਉਹਦਾ ਕੈਪੈਸਿਟੈਂਸ 4 ਮਾਈਕਰੋਫੈਰਡ ਹੈ, ਉਹਦਾ 6 ਹੈ। ਜ਼ਰੂਰੀ ਨਹੀਂ ਹੈ ਕਿ ਤੁਸੀਂ 28 ਲਗਾਓਗੇ ਤਾਂ 20 ਤੇ 8 ਹੀ ਵੰਡਿਆ ਜਾਏ, ਇਹ ਤਾਂ ਜ਼ਰੂਰੀ ਨਹੀਂ ਹੈ ਨਾ। ਸੋ ਇਸ ਪੂਰੀ ਦੇ ਵਿੱਚ ਤੁਹਾਡਾ ਜਿਹੜਾ ਕੈਲਕੂਲੇਸ਼ਨ ਵਿੱਚ ਇਹਦਾ ਤਾਂ ਕੋਈ ਬੇਸਿਕਲੀ ਰੋਲ ਨਹੀਂ ਹੈ, ਇਹ ਤਾਂ ਜਸਟ ਉਹ ਮੈਕਸਿਮਮ ਵੋਲਟੇਜ ਦਿੱਤਾ, ਇਹਦੇ ਅਕ੍ਰੋਸ ਵੋਲਟੇਜ ਨਹੀਂ ਦਿੱਤਾ, ਇਹਦਾ ਉਹ ਦਿੱਤਾ ਜਿਹਦੇ ਤੇ ਇਹਨੇ ਬ੍ਰੇਕਡਾਊਨ ਹੋਣਾ ਆ। ਤੁਹਾਡੇ ਕੋਲ ਤਾਂ ਇਨਫੋਰਮੇਸ਼ਨ ਇੰਨੀ ਹੈ ਜਿਹੜੀ ਹੁਣ ਹੈਗੀ ਹੈ। ਹੁਣ ਤੁਸੀਂ ਇਹ ਸੋਚ ਕੇ ਦੇਖੋ ਕਿ ਸੀਰੀਜ਼ ਸਰਕਟ ਚ ਕਿਵੇਂ ਸੋਚਣਾ। ਦੇਖੋ ਪਹਿਲਾਂ ਦੱਸੋ C1 ਦੇ ਵਿੱਚ C1 can be charged maximum with can be charged with C1 can hold maximum charge, ज़्यादा बढ़िया है, hold maximum charge यानी without breakdown। कितना maximum charge hold कर सकता C1,
ਕਿਉਂਕਿ ਜੇ ਉਹਦੇ ਉਹ 'ਚ ਕਿੰਨਾ ਵੋਲਟੇਜ ਉਹਦੇ ਕ੍ਰਾਸ ਆ ਸਕਦਾ, ਦੱਸੋ। V ਮੈਕਸਿਮਮ ਤਾਂ ਬਾਅਦ ਚ ਦੇਖਦੇ ਹਾਂ ਕੀ ਹੋਊਗਾ, ਹਨਾ। 20 ਵੋਲਟ ਆ ਸਕਦਾ, ਹਨਾ, ਕਿਉਂਕਿ ਜੇ 21 ਵੋਲਟ ਹੈ ਨਾਲ ਹੀ ਉਹਦਾ ਪਟਾਕਾ ਪੈ ਜਾਣਾ। ਤੇ ਆਪਾਂ ਕਹਿ ਰਹੇ ਕਿ ਜੇ 20 ਵੋਲਟ ਆ ਸਕਦਾ ਤਾਂ ਕਿੰਨਾ ਚਾਰਜ ਮੈਕਸਿਮਮ ਆ ਸਕਦਾ, 80 ਮਾਈਕਰੋਕੂਲਮ ਆ ਸਕਦਾ ਨਾ। Yes, sir. ਤੇ ਜਿਹੜਾ C2 ਹੈਗਾ, C2 ਤੇ ਮੈਕਸਿਮਮ ਕਿੰਨਾ ਚਾਰਜ ਆ ਸਕਦਾ ਦੱਸੋ? 48 microcoulomb. 48 ਮਾਈਕਰੋਕੂਲਮ। ਹੁਣ ਤੁਸੀਂ ਆਪ ਸੋਚ ਕੇ ਦੱਸੋ ਕਿ ਸੀਰੀਜ਼ ਸਰਕਟ ਚ ਕਾਂਸਟੈਂਟ ਕੀ ਰਹਿੰਦਾ ਦੋਨੋਂ ਕੈਪੈਸਿਟਰ ਤੇ, ਚਾਰਜ ਕੀ ਪੋਟੈਂਸ਼ੀਅਲ। ਚਾਰਜ। ਮਤਲਬ ਇਹ ਵੀ ਮੈਕਸਿਮਮ ਬੈਟਰੀ ਜਿਹੜੀ ਹੈਗੀ ਹੈ ਇਹ ਬੇਸਿਕਲੀ ਜਿੰਨਾ ਵੀ ਇਹ ਚਾਰਜ ਰਿਲੀਜ਼ ਕਰੇਗੀ ਉਹ ਚਾਰਜ ਦੋਨਾਂ ਤੇ ਆਏਗਾ ਨਾ। ਤਾਂ ਇਹ ਤਾਂ ਉਹ ਹੁਣ ਜੇ 80 ਵਾਲਾ ਮੈਂ ਇਹਨੇ ਰਿਲੀਜ਼ ਕਰਤਾ ਤਾਂ 80 ਵਾਲੇ ਤੇ ਪਹਿਲੇ ਵਾਲਾ ਤਾਂ ਮਤਲਬ ਸਰਵਾਈਵ ਕਰ ਜੂਗਾ, ਦੂਜੇ ਦਾ ਪਟਾਕਾ ਬੋਲ ਜਾਣਾ ਕਿ ਨਹੀਂ, ਹੈਨਾ। ਯੈਸ ਸਰ। ਸੋ देयरफॉर ਜੇ ਸੀਰੀਜ਼ ਵਿੱਚ ਨੇ ਦੋਨੋਂ, ਹੈਨਾ, so both as C1 and C2 are in series, so they will hold same charge na at a time। ਤਾਂ ਕਿੰਨਾ ਮੈਕਸਿਮਮ ਚਾਰਜ ਆਪਾਂ ਦਿੱਤਾ ਜਾ ਸਕਦਾ? 48। ਹਾਂ, therefore battery can release maximum ਕਿੰਨਾ, ਇੰਨਾ ਹੀ ਚਾਰਜ ਰਿਲੀਜ਼ ਕਰ ਸਕਦੀ ਬੈਟਰੀ। ਨਹੀਂ ਤਾਂ ਜਿਹੜੇ ਦੋਨਾਂ ਵਿੱਚੋਂ ਜਿਹੜਾ ਘੱਟ ਚਾਰਜ ਰਿਲੀਜ਼ ਹੋਲਡ ਕਰ ਸਕਦਾ ਉਹ ਵਾਲਾ ਅਸੀਂ ਚਾਰਜ ਲੈ ਲਵਾਂਗੇ ਜਿਹੜਾ ਬੈਟਰੀ ਤੋਂ ਕਢਾਵਾਂਗੇ, ਤਾਂ ਕਿ ਦੋਨੋਂ ਸੇਫ ਰਹਿਣ। ਸਮਝ ਲੱਗੀ ਗੱਲ? Yes, sir. ਇਹਨੂੰ ਆਪਾਂ ਕਹਿੰਦੇ Q ਮੈਕਸਿਮਮ ਜਿਹੜਾ ਬੈਟਰੀ ਦੇ ਸਕਦੀ ਹੈ ਉਹ ਹੈਗੀ 48 ਮਾਈਕਰੋਕੂਲਮ। ਤੇ C ਇਫੈਕਟਿਵ ਤੁਸੀਂ ਇਹਦਾ ਦੋਨਾਂ ਦਾ ਪਤਾ ਕਰੋਗੇ, ਕੋਈ ਬੈਟਰੀ ਚਾਰਜ ਰਿਲੀਜ਼ ਕਰਨ ਤੋਂ ਪਹਿਲਾਂ C ਇਫੈਕਟਿਵ ਦੇਖਦੀ ਹੈ ਕਿ ਨਹੀਂ? ਯੈਸ ਸਰ। ਉਹ ਤਾਂ ਇਹ ਹੋਏਗਾ, ਹਨਾ। ਤੇ ਇਹਦਾ ਮਤਲਬ ਜਿਹੜਾ ਵੋਲਟੇਜ ਹੈ ਬੈਟਰੀ ਦਾ ਕਿੰਨਾ ਹੋ ਸਕਦਾ ਹੈ, V ਮੈਕਸਿਮਮ ਜਿਹੜਾ ਬੈਟਰੀ ਦੇ ਅਕ੍ਰੋਸ ਹੁੰਦਾ ਉਹ ਕਿੰਨਾ ਹੋ ਸਕਦਾ ਹੈ? Q ਮੈਕਸਿਮਮ ਅਪਨ C ਇਫੈਕਟਿਵ, ਹੈ ਕਿ ਨਹੀਂ? ਸੋ ਬੇਸਿਕਲੀ ਆ ਜਾਊਗਾ 20 ਵੋਲਟ। ਸੋ ਬੈਟਰੀ 20 ਵੋਲਟ ਦੀ ਲਾ, ਜੇ 21 ਵੋਲਟ ਵੀ ਕਰਤਾ ਤੇ ਚਾਰਜ 48 ਕੂਲਮ ਮਾਈਕਰੋਕੂਲਮ ਤੋਂ ਵੱਧ ਜਾਣਾ ਵਾ ਤੇ ਪਹਿਲਾ ਕੈਪੈਸਿਟਰ ਬਚ ਜਾਣਾ ਹੈ, ਦੂਜੇ ਦਾ ਪਟਾਕਾ ਪੈ ਜਾਣਾ ਹੈ। ਸਮਝ ਲੱਗੀ ਗੱਲ ਕਿ ਨਹੀਂ ਦੱਸੋ? Yes, sir. ਠੀਕ ਹੈ ਨਾ। ਸੋ ਆਪਾਂ ਇਸ ਤਰ੍ਹਾਂ ਸੋਚਣਾ ਹੈ, ਮਤਲਬ ਹਮੇਸ਼ਾ। ਜਿਵੇਂ ਇੱਕ ਹੋਰ ਕੁਐਸਚਨ ਜਿਵੇਂ ਆਪਾਂ ਦੇਖੀਏ ਕਿ ਜੇ ਮੰਨ ਲਓ ਐ ਹੋਵੇ, ਇੱਥੇ ਆਪਣੇ ਕੋਲ ਇੱਕ ਕੈਪੈਸਿਟਰ ਹੈ, ਆ ਦੂਜਾ ਕੈਪੈਸਿਟਰ, ਸੀਰੀਜ਼ ਵਾਲੇ ਸਰਕਟ ਦੇਖ ਰਹੇ ਹਾਂ। ਬਸ ਸੀਰੀਜ਼ ਵਿੱਚ ਹਮੇਸ਼ਾ ਐ ਕੰਮ ਕਰਨਾ, ਬਸ ਇਸ ਗੱਲ ਨੂੰ ਨੋਟ ਕਰ ਲਿਓ। ਹੁਣ ਇਹ ਚ ਕੋਈ ਥਿਉਰੀ ਨਹੀਂ ਲਿਖਾ ਰਿਹਾ ਮੈਂ, ਬਸ ਤੁਹਾਨੂੰ ਕੁਐਸਚਨਸ ਹੀ ਦਿਖਾ ਰਿਹਾ ਹਾਂ। ਆਪਾਂ ਪਤਾ ਕਰਨਾ ਹੈ ਜੀ ਮੈਕਸਿਮਮ ਕਿੰਨਾ ਵੋਲਟੇਜ ਇੱਥੇ ਪਾਇਆ ਦਿੱਤਾ ਜਾ ਸਕਦਾ ਵਾ ਕਿ ਇਹ ਤਿੰਨ ਕੈਪੈਸਿਟਰ ਬਚ ਜਾਣ। ਪਹਿਲਾ ਜਿਹੜਾ ਕੈਪੈਸਿਟਰ ਹੈਗਾ ਜੀ ਉਹਦੀ C1 ਹੈਗੀ ਆ 4 ਮਾਈਕਰੋਫੈਰਡ, ਦੂਜੇ ਕੈਪੈਸਿਟਰ ਦੀ ਹੈਗੀ ਆ 6 ਮਾਈਕਰੋਫੈਰਡ, ਤੀਸਰਾ ਕੈਪੈਸਿਟਰ ਹੈਗਾ ਆ 8 ਮਾਈਕਰੋਫੈਰਡ। ਤੇ ਪਰ ਬ੍ਰੇਕਡਾਊਨ ਸਭ ਦੇ ਅਲੱਗ-ਅਲੱਗ ਹੁੰਦੇ, ਬ੍ਰੇਕਡਾਊਨ ਡਿਪੈਂਡ ਡਾਇਲੈਕਟ੍ਰਿਕ ਤੇ ਕਰਦਾ। ਪਤਾ ਨਾ ਇਹ ਗੱਲ? ਪਤਾ ਨਹੀਂ ਕਿਹੜਾ ਕਿਹੜਾ ਮਟੀਰੀਅਲ ਭਰਿਆ, ਸਾਨੂੰ ਕੀ ਪਤਾ, ਇਸ ਲਈ ਜੋ ਦੇ ਰਹੇ ਨੇ ਆਪਾਂ ਉਹ ਮੰਨ ਕੇ ਚੱਲ ਰਹੇ ਹਾਂ। 5 ਵੋਲਟ, ਦੂਜੇ ਦਾ ਬ੍ਰੇਕਡਾਊਨ ਹੈਗਾ 2 ਵੋਲਟ ਤੇ ਤੀਜੇ ਦਾ ਬ੍ਰੇਕਡਾਊਨ ਕੀ ਹੋਗਾ, ਮੰਨ ਲਓ 1 ਵੋਲਟ। ਇਹ ਵਾਲਾ ਗਿਵਨ ਆਪਾਂ ਨੂੰ, ਠੀਕ ਹੈ। ਆਪਾਂ ਵੀ ਮੈਕਸਿਮਮ ਫਾਈਂਡ ਕਰਨਾ ਵੀ ਕਿੰਨਾ ਕੁ ਦੇ ਸਕਦੇ ਹਾਂ ਕਿ ਬ੍ਰੇਕਡਾਊਨ ਕਿਸੇ ਦਾ ਵੀ ਨਾ ਹੋਵੇ, ਸਭ ਸੇਫ ਰਵੇ। ਕੀ ਕਰੋਗੇ ਦੱਸੋ ਹੁਣ? ਪਹਿਲੇ ਕੈਪੈਸਿਟਰ ਦੇ ਉੱਪਰ ਕਿੰਨਾ ਚਾਰਜ ਹੋਲਡ ਕਰੇਗਾ ਦੱਸੋ? 20 20 microcoulomb. ਦੂਜੇ ਕੈਪੈਸਿਟਰ ਤੇ ਕਿੰਨਾ ਚਾਰਜ ਹੋਲਡ ਕਰੇਗਾ? 12. ਤੀਸਰੇ ਕੈਪੈਸਿਟਰ ਤੇ ਕਿੰਨਾ? 8 microcoulomb. ਸਭ ਤੋਂ ਘੱਟ ਵਾਲਾ ਕਿਹੜਾ? ਇਹ C3. ਯਾਨੀ ਜੇ ਬੈਟਰੀ ਨੇ 8 ਦਿੱਤਾ ਫਿਰ ਤਾਂ ਠੀਕ ਰਹੂਗਾ, ਹਨਾ। ਸਾਰੇ ਤੇ 8 ਮਾਈਕਰੋਕੂਲਮ ਜਾਊਗਾ, ਮਾਈਕਰੋਕੂਲਮ ਸੌਰੀ, ਠੀਕ ਹੈ। ਜੇ ਬੈਟਰੀ ਨੇ 8 ਤੋਂ 9 ਵੀ ਕਰਤਾ, 9 ਕਰਦਾ ਤਾਂ ਤੀਜੇ ਦਾ ਪਟਾਕਾ ਪੈ ਜਾਣਾ ਕਿ ਨਹੀਂ? Yes. ਤੇ ਜੇ ਬੈਟਰੀ ਨੇ 12 ਤੋਂ ਟੱਪ ਕੇ 13 ਕਰਤਾ ਤਾਂ ਦੂਜੇ ਦਾ ਪਟਾਕਾ ਪੈ ਜਾਣਾ। Yes. ਇਹ ਬੈਟਰੀ ਚਾਰਜ ਕਿੰਨਾ ਰਿਲੀਜ਼ ਕਰੇ ਮੈਂ Q ਮੈਕਸਿਮਮ। ਤਾਂ ਆਪਾਂ ਕੀ ਕਰ ਰਹੇ Q ਮੈਕਸਿਮਮ ਕਹਿੰਦੇ ਵੀ 8 ਹੀ ਮਾਈਕਰੋਕੂਲਮ ਦੇ ਸਕਦੀ ਹੈ ਬੈਟਰੀ। C ਇਫੈਕਟਿਵ ਪਤਾ ਕਰ ਲੋਗੇ ਨਾ ਇੱਥੇ ਆਰਾਮ ਨਾਲ ਆਪਣੇ ਆਪ ਤਿੰਨਾਂ ਦਾ। ਤੇ ਫਿਰ ਤੁਹਾਡੇ ਕੋਲ ਜਿਹੜਾ V ਆਏਗਾ ਮੈਕਸਿਮਮ ਉਹ ਕੀ ਆਏਗਾ? ਕੀ V ਮੈਕਸਿਮਮ ਆਏਗਾ? Q ਮੈਕਸਿਮਮ ਡਿਵਾਈਡ ਬਾय C ਇਫੈਕਟਿਵ ਕਰਕੇ ਜੋ ਵੀ ਆंसर ਆਏਗਾ ਉਹ ਆਪਣਾ ब्रेकडाउन होएगा। समझ लगी गल सारे ਨੂੰ? यस सर।
पर यही गल जे इस तरह हो जाए दैट इफ कैपेसिटर्स आर इन पैरेलल, आ बड़ी इंपॉर्टेंट गल है, इफ कैपेसिटर्स आर इन पैरेलल, जे पैरेलल च होण कैपेसिटर, then breakdown voltage ਅਸੀਂ ਕਿਵੇਂ ਦੇਖਾਂਗੇ। ਇਹ ਵੈਸੇ ਸੌਖਾ ਆ, ਤੁਸੀਂ ਸੋਚ ਕੇ ਦੱਸਣਾ ਮੈਨੂੰ ਕਿ ਕਿਵੇਂ। ਜੇ ਮੰਨ ਲਓ ਆ ਇੱਕ ਆ ਕੈਪੈਸਿਟਰ, ਇੱਕ ਆ ਕੈਪੈਸਿਟਰ ਹੈ, ਦੋਨੋਂ ਪੈਰਲਲ ਚ ਲੱਗੇ ਹੋਏ ਨੇ ਇਸ ਤਰ੍ਹਾਂ, ਤੇ ਮੰਨ ਲਓ ਆ ਜਿਹੜਾ ਉੱਪਰਲਾ ਕੈਪੈਸਿਟਰ ਹੈ ਇਹ ਹੈਗਾ 4 ਮਾਈਕਰੋਫੈਰਡ ਦਾ, ਤੇ ਇਹਦਾ ਜਿਹੜਾ ਬ੍ਰੇਕਡਾਊਨ ਵੋਲਟੇਜ ਹੈ ਪਹਿਲੇ ਦਾ ਉਹ ਹੈਗਾ ਮੰਨ ਲਓ 10 ਵੋਲਟ, ਤੇ ਇਹਦਾ ਮੰਨ ਲਓ ਹੈਗਾ 6 ਮਾਈਕਰੋਫੈਰਡ ਦਾ, ਤੇ ਇਹਦਾ ਜਿਹੜਾ ਬ੍ਰੇਕਡਾਊਨ ਵੋਲਟੇਜ ਹੈਗਾ ਵਾ VB2 ਉਹ ਹੈਗਾ ਮੰਨ ਲਓ 8 ਵੋਲਟ, ਤੇ ਤੁਸੀਂ ਇਹ ਦੱਸਣਾ ਆ ਕਿ ਮੈਂ ਕਿੰਨੀ V ਮੈਕਸਿਮਮ ਅਪਲਾਈ ਕਰ ਸਕਦਾ ਹਾਂ, ਦੱਸੋ ਜਲਦੀ ਸੋਚ ਕੇ। 8 ਵੋਲਟ। ਐਗਜ਼ੈਕਟਲੀ, हाँ 8 वोल्ट बिल्कुल सही है, क्योंकि जो भी बैटरी में अप्लाई करूंगी वो तो सीधा ही दोनों ते चल जाना वा, कल्ले कल्ले ते, है कि नहीं। यस सर। तो जो बैटरी 10 दी करोगे दोनों दे करो 10 जाएगा, तो ऊपर ले पटाखा बोल जाना वा, और नीचे आ जाएगा सॉरी ऊपरला सर्वाइव कर जाएगा। 11 ते करता तो फिर दोनों ही गए, है ना। यस सर। यस सर। तो आप इत्थे बेसिकली सिंपल जी गल है हियर, इस तरह के केस च V मैक्सिमम जो हुंदा है इज द मिनिमम of या मिनिमम ब्रेकडाउन वोल्टेज ऑफ गिवन कैपेसिटर्स, जो भी गिवन कैपेसिटर्स हैगे ने उन्हां दे विचों जो सब तो घट होएगा वोल्टेज दा ਉਹ वाला अपना मतलब ब्रेकडाउन होएगा इस पूरे सिस्टम ਦਾ। इतना गल समझ लगी। यस यस सर। ਹੁਣ ਆਪਾਂ ਇਸ ਨੂੰ ਇੱਕ ਹੋਰ ਤਰ੍ਹਾਂ ਸੋਚ ਸਕਦੇ ਹਾਂ ਕਿ ਜੇ ਮੰਨ ਲਓ ਆਪਣੇ ਕੋਲ ਕੈਪੈਸਿਟਰ ਸੀਰੀਜ਼ ਤੇ ਪਹਿਲੇ ਦੋਨੋਂ ਦੇ ਕੰਬੀਨੇਸ਼ਨ ਚ ਹੋਏ, ਜਿਵੇਂ ਮੰਨ ਲਓ ਕੋਈ ਇਸ ਤਰ੍ਹਾਂ ਦਾ ਹੋਇਆ ਕੁਐਸਚਨ, ਦੇਖੋ सीरीज का तो तुम पता मिनिमम चार्ज तो सोचना है, पहला चार्ज मिनिमम करके सी इफेक्टिव, तो फिर बैटरी सीरीज का काम थोड़ा है इस तरह है, टेढ़ा है। पहले तो यह भी सीधी जी गल है जो घट तो घट है वो वाला आप अज्यूम कर लेने हैं। तो हुण अपने कोल की है, हुण आ कॉम्बिनेशन हैगा, आ कॉम्बिनेशन है, ਇਹਦੇ ਅਕ੍ਰੋਸ बैटरी लगा के V मैक्सिमम देखना है। आप आ ऊपर लड़ा है 2 माइक्रोफैरड है, ਤੇ ਇਹਦਾ ਜਿਹੜਾ V1 ਹੈ ब्रेकडाउन वोल्टेज वो हैगा मान लो 10 वोल्ट, नीचे वाला हैगा 4 माइक्रोफैरड, ਇਹਦਾ ਜਿਹੜਾ VB2 हैगा ब्रेकडाउन वोल्टेज वो हैगा 5 वोल्ट, आ हैगा अपने को 3 माइक्रोफैरड, ਇਹਦਾ ब्रेकडाउन वोल्टेज हैगा VB3 = 8 वोल्ट। ਤੇ ਆਪਾਂ ਇਹਦਾ फाइंड करना है, फाइंड ब्रेकडाउन वोल्टेज, यानी कि किन्नी ਆਪਾਂ मैक्सिमम वोल्टेज ਦੀ बैटरी ला सकते हैं कि सुखी सादी सारा कुछ रवे, कोई भी कैपेसिटर ਦਾ ਪਟਾਕਾ ਨਾ ਬੋਲੇ, given combinations। ਸੋ ਆਪਾਂ ਦੇਖਦੇ ਹਾਂ ਇੱਥੇ ਕੀ ਹੋਏਗਾ। ਹੁਣ ਸੋਚੋ, ਹੁਣ ਤੁਸੀਂ ਇੱਕ ਵਾਰ ਆਪ ਸੋਚ ਕੇ ਦੇਖੋ ਕਿ ਹੁਣ ਆਪਾਂ ਨੂੰ ਕੀ ਕਰਨਾ ਚਾਹੀਦਾ। ਮਤਲਬ V ਮੈਕਸਿਮਮ ਤਾਂ ਤੁਹਾਨੂੰ ਪਤਾ ਜੋ ਆਪਾਂ ਅਪਲਾਈ ਕਰਾਂਗੇ ਬੈਟਰੀ ਤਾਂ ਕਰਾਂਗੇ ਹੀ, ਤੇ ਆਪਾਂ ਨੂੰ ਇੱਥੇ ਹੁਣ ਕੀ ਦੇਖਣਾ ਚਾਹੀਦਾ, ਚਾਰਜ ਜਾਂ ਪੋਟੈਂਸ਼ੀਅਲ ਜਾਂ ਕੀ ਦੇਖੀਏ ਆਪਾਂ ਨੇ। 5 वोल्ट वाले थे 8 वोल्ट वाले नु सीरीज च लेके सोच सकते हैं। 5 ਤੇ 8 ਵਾਲੇ ਨੂੰ यस सर। ਕਿਵੇਂ 5 ਤੇ 8 ਨੂੰ ਸੀਰੀਜ਼ ਚ ਲੈ ਲਵਾਂਗੇ ਆਪਾਂ, ਹੱਦ ਹੋ ਗਈ। ਮਤਲਬ ऐसा 5 ਤੇ नहीं, 8 ਮੈਨੂੰ ਇਹ ਦੱਸ 5 ਤੇ 8 ਦੇ ਉੱਪਰ ਚਾਰਜ ਸੇਮ ਹੋਏਗਾ। मतलब ਆਪਾਂ ਨੂੰ ਇਹ ਗੱਲ ਤਾਂ ਪੱਕੀ ਪਤਾ ਨਾ, ਇੱਥੋਂ ਜੋ ਵੀ ਚਾਰਜ Q ਆਏਗਾ ਇਟ ਹੈਜ਼ ਟੂ ਬੀ ਡਿਵਾਈਡਡ ਹੇਅਰ, ਹੈ ਨਾ। यस सर। ਤਾਂ ਉਹਦਾ ਇੱਕ ਟੁਕੜਾ ਇੱਧਰ ਆਏਗਾ, ਦੂਜਾ ਟੁਕੜਾ ਤਾਂ ਉੱਪਰ ਜਾਏਗਾ ਨਾ। यस सर। ਪਰ ਜਦੋਂ ਦੋਨੋਂ ਟੁਕੜੇ ਇੱਧਰ ਇਕੱਠੇ ਹੋਣਗੇ ਤਾਂ ਇੱਥੇ ਆ ਕੇ ਫਿਰ Q ਹੋ ਜਾਏਗਾ ਨਾ। ਤਾਂ ਇਹਦਾ ਚਾਰਜ Q1 ਤੇ ਇਹਦਾ ਚਾਰਜ ਕੈਪੀਟਲ Q ਤਾਂ ਪੱਕਾ ਹੋਏਗਾ ਨਾ। यस सर। ਫਿਰ ਐਵੇਂ ਥੋੜੀ ਆਪਾਂ ਕਿਸੇ ਕੁਝ ਵੀ ਕਰੀ ਜਾਵਾਂਗੇ, ਹਨਾ। ਸੀਰੀਜ਼ ਥੋੜੀ ਲੜਾਂਗੇ ਉਹਨਾਂ ਨੂੰ ਆਪਾਂ ਦੋਨੋਂ। सर नहीं, जिवें ਆਪਾਂ सीरीज वाला सॉल्व ਕੀਤਾ ਸੀ ਸਰ, ਉਸ ਤਰ੍ਹਾਂ ਜੇ ਪੈਰਲਲ ਵਾਲਾ 10 ਵੋਲਟ ਤੇ 5 ਵੋਲਟ ਚੋਂ 5 ਵੋਲਟ ਹੀ ਪਾਸ ਹੋਣਾ ਚਾਹੀਦਾ ਹੈ, ਤੇ 5 ਵੋਲਟ ਵਾਲਾ ਤੇ 8 ਵੋਲਟ ਦਾ ਜੇ ਮੈਂ ਸੀਰੀਜ਼ 5 ਸॉल्व ਵੋਲਟ ਹੀ ਪਾਸ ਹੋਣਾ ਚਾਹੀਦਾ, ਨਹੀਂ ਮਤਲਬ ਇਹ ਕਹੋ ਕਿ ਉਹਦੇ ਅਕ੍ਰੋਸ 5 ਵੋਲਟ ਦਾ ਡ੍ਰੌਪ ਹੋਣਾ ਚਾਹੀਦਾ, ਫਿਰ ਤਾਂ ਗੱਲ ਮੰਨਾਂ ਮੈਂ। ਹਾਂਜੀ ਸਰ। ਹਾਂਜੀ ਤੂੰ ਸੋਚ ਤਾਂ ਠੀਕ ਰਹੀ ਆ, ਤੇਰਾ ਮਤਲਬ ਉਹ ਤਾਂ ਸਹੀ ਹੈ, ਪਰ ਤੂੰ ਇਹ ਸੋਚ ਰਹੀ ਹੈ ਕਿ ਹੁਣ ਤੈਨੂੰ ਆ ਦੇਖਣਾ ਚਾਹੀਦਾ ਕਿ ਇਹਦੇ ਅਕ੍ਰੋਸ ਡ੍ਰੌਪ ਕਿੰਨਾ ਹੋਣਾ ਚਾਹੀਦਾ, ਤੂੰ ਉਹ ਦੇਖ, ਹਾਂਜੀ। ਹਨਾ। ਯਸ ਸਰ। ਸੋ ਦੇਖੋ ਮੈਂ ਪਹਿਲਾਂ ਦਾ ਹੋਰ ਤਾਂ ਕਰਨਾ, ਪਹਿਲਾਂ ਮੈਂ ਹਿਮਾਨੀ ਵਾਲਾ ਮੈਥਡ ਹੀ ਕਰਦਾ। ਹਿਮਾਨਾ ਠੀਕ ਸੋਚ ਰਹੀ ਹੈ ਹਿਮਾਨੀ।
ਪਹਿਲੀ ਗੱਲ ਤਾਂ ਹਿਮਾਨੀ ਤੈਨੂੰ ਦੋਨਾਂ ਦੇ ਕ੍ਰਾਸ ਦੇਣ ਤੋਂ ਪਹਿਲਾਂ ਵੀ ਸੋਚਣਾ ਪੈਣਾ। ਆਪਾਂ ਇਹ ਕਰਦੇ ਹਾਂ ਦੋਨਾਂ ਦਾ ਪਹਿਲਾਂ ਕੈਲਕੂਲੇਟ ਕਰਦੇ ਹਾਂ ਸੀ ਇਫੈਕਟਿਵ ਕਿੰਨਾ ਹੈ, ਠੀਕ ਹੈ। ਸੀ ਇਫੈਕਟਿਵ ਕੀ ਬਣੇਗਾ ਫਿਰ 4 ਤੇ 2 ਦਾ 8/6 ਸੀ ਇਫੈਕਟਿਵ 6 ਬਣ ਜਾਏਗਾ ਸਿੱਧਾ ਹੀ, ਹੈ ਨਾ, ਹਾਂਜੀ ਸਰ ਹਾਂਜੀ ਸਿੱਧੇ ਜੋੜਤਾ। ਹੁਣ ਆਪਾਂ ਕੀ ਕਰੀਏ, ਆਪਾਂ ਐ ਕਰੀਏ ਵੀ ਇੱਥੇ 6 ਮਾਈਕਰੋਫੈਰਡ ਦਾ ਇੱਕ ਕੈਪੈਸਿਟਰ ਇਮੇਜਿਨ ਕਰ ਲਈਏ ਆਪਾਂ। ਪਹਿਲੀ ਗੱਲ ਤਾਂ ਕਿਉਂਕਿ ਪੂਰੇ ਸਰਕਟ ਨੂੰ ਨਹੀਂ ਨਾ ਆਪਾਂ ਹਿਲਾ ਸਕਦੇ, ਬੈਟਰੀ ਤਾਂ ਇਸੇ ਹਿਸਾਬ ਨਾਲ ਬੈਟਰੀ ਨੂੰ ਇਹ ਦੋਨੋਂ ਦਿਖਣਗੇ ਹੀ ਨਹੀਂ ਨਾ, ਇਹਨਾਂ ਦੋਨਾਂ ਦੀ ਜਗ੍ਹਾ ਉਹਨੂੰ 6 ਦਿਖ ਰਿਹਾ ਸਮਝ ਲਓ ਸੀ ਇਫੈਕਟਿਵ, ਹੈ ਨਾ। ਯੈਸ ਸਰ ਬੈਟਰੀ ਤਾਂ ਦੋਨਾਂ ਨੂੰ ਇੱਕ ਦੇਖ ਰਹੀ ਆ ਤੇ ਆ ਵੀ ਬੈਟਰੀ ਨੂੰ ਦਿਖ ਰਿਹਾ ਵਾ 3 ਵਾਲਾ, ਹੈ ਨਾ। ਯੈਸ ਸਰ ਤੇ ਆ ਜਿਹੜਾ ਬੈਟਰੀ ਨੂੰ ਤੁਹਾਨੂੰ ਦਿਖ ਰਿਹਾ, ਇਹਨਾਂ ਦੋਨਾਂ ਵਿੱਚੋਂ ਬੈਟਰੀ ਆਪਾਂ ਸੇਫ ਸਾਈਡ ਦੇਖਿਆ ਜਾਵੇ ਤਾਂ ਆਪਾਂ ਕਿੰਨਾ ਵੋਲਟ ਦੇ ਅਕ੍ਰੋਸ ਮੰਨੀਏ ਬ੍ਰੇਕਡਾਊਨ ਇਸ ਦਾ, ਇਸ ਸਰਕਟ ਦਾ ਜਿਹੜਾ ਰੈਡ ਵਾਲਾ ਬਣਾਤਾ ਇਹਨੂੰ ਮੈਂ ਇਹਦੀ ਜਗ੍ਹਾ 5 ਤੇ ਇਹਦਾ ਬ੍ਰੇਕਡਾਊਨ ਤੁਸੀਂ 5 ਮੰਨ ਲਓ, ਸਮਝ ਲੱਗੀ ਗੱਲ। ਤੇ ਇਹਦਾ ਬ੍ਰੇਕਡਾਊਨ ਤਾਂ ਤੁਹਾਡੇ ਕੋਲ ਹੈਗਾ ਹੀ 8, ਹੈ ਨਾ। ਯੈਸ ਸਰ ਹੁਣ ਇਸ ਕੁਐਸਚਨ ਨੂੰ ਐ ਸੋਚ ਕੇ ਚੱਲੋ ਵੀ ਕਿੰਨੀ ਵੀ ਮੈਕਸਿਮਮ ਲਗਾ ਸਕਦੇ, ਜਿਵੇਂ ਆਪਣਾ ਸੀਰੀਜ਼ ਵਾਲਾ ਕੰਮ ਕੀਤਾ ਸੀ, ਹੈ ਨਾ। ਹਾਂਜੀ ਕਿਉਂਕਿ ਫਿਰ ਇੱਥੇ ਕੀ ਆਏਗਾ ਤੁਹਾਡਾ, ਦੇਖੋ ਜਿਹੜਾ ਤੁਹਾਡੇ ਕੋਲ ਚਾਰਜ ਆਏਗਾ ਪਹਿਲੇ ਤੇ ਕਿੰਨਾ ਆਏਗਾ 6 5 30, ਦੂਜੇ ਤੇ 8 3 24 ਤੇ 24, ਯਾਨੀ ਕਿ ਆਪਣਾ ਕਿਊ ਮੈਕਸਿਮਮ ਜਿਹੜਾ ਆ ਉਹ ਕਿੰਨਾ ਹੋ ਸਕਦਾ ਹੈ 24 ਮਾਈਕਰੋਕੂਲਮ ਨਾ। ਹਾਂਜੀ ਸੀ ਇਫੈਕਟਿਵ ਹੁਣ ਇਸ ਕੇਸ ਇਹਨਾਂ ਦੋਨਾਂ ਦਾ ਕੀ ਹੋਏਗਾ 2 ਮਾਈਕਰੋਫੈਰਡ, ਸੋ V ਮੈਕਸਿਮਮ ਕੀ ਆਏਗਾ 12 ਵੋल्ट। समझ लगी गल की नहीं। इस क्वेश्चन च कुछ Yes, नहीं sir. किया, कुछ नहीं किया, जिन्ने भी पैरेलल सर्किट सीगे पैरेलल वाले ਨੂੰ ਆਪਾਂ ਇਕੱਠੇ ਕਰ ਕਰਕੇ ਇੱਕ ਬਣਾ ਕੇ ਲਿਖਤਾ ਤੇ ਪੈरेलल ਵਾਲਿਆਂ ਦੇ ਵਿੱਚੋਂ ਜਿਹੜਾ ਬ੍ਰੇਕਡਾਊਨ ਹੈ ਸਭ ਤੋਂ ਘੱਟ ਵਾਲਾ ਵੋਲਟੇਜ ਲੈ ਲਿਆ ਜਿਵੇਂ ਆਪਾਂ ਪਹਿਲਾਂ ਕਰਦੇ ਹਾਂ। ਉਸ ਸਰਕਟ ਨੂੰ ਫਿਰ ਇਮੇਜਿਨ ਕਰਕੇ ਫਿਰ ਪੂਰੀ ਬੈਟਰੀ ਦੇ ਨਾਲ ਫਿਰ ਬਿਲਕੁਲ ਉਵੇਂ ਕੰਮ ਕੀਤਾ ਜਿਵੇਂ ਆਪਣੇ ਕੋਲ ਸੀਰੀਜ਼ ਸਰਕਟ ਚ ਕਰਦੇ ਆ। ਇਹ ਗੱਲ ਕਲੀਅਰ ਹੋ ਗਈ ਸਭ ਨੂੰ? ਯੈਸ ਸਰ Yes, sir. Yes, sir. ਸੋ ਦੂਸਰਾ ਆਪਾਂ ਇਹਦਾ ਇਹ ਕਰ ਸਕਦੇ ਸੀ, ਦੇਖੋ ਇਹ ਤਾਂ ਆਪਾਂ ਜੋ ਕਰਨਾ ਕਰ ਲਿਆ। ਦੂਸਰਾ ਆਪਾਂ ਜਿਹੜਾ ਮੈਥਡ ਹੈ ਦੂਸਰੇ ਮੈਥਡ 'ਚ ਤੁਸੀਂ ਇਹ ਸੋਚੋ, ਪਹਿਲੀ ਗੱਲ ਤਾਂ ਟੋਟਲ ਹੀ ਪੂਰੇ ਦਾ ਸੀ ਇਫੈਕਟਿਵ ਪਤਾ ਕਰ ਲਓ, ਸਿੰਪਲ ਜੀ ਗੱਲ, ਪੂਰੇ ਸਰਕਟ ਦਾ ਹੀ ਸੀ ਇਫੈਕਟਿਵ ਪਤਾ ਕਰ ਲਓ ਕਿੰਨਾ ਹੈ। 4 ਤੇ 2 6 ਤੇ 6 ਗੁਣਾ 3/6 ਜਮਾ 3 2 ਮਾਈਕਰੋਫੈਰਡ ਆ ਗਿਆ, ਉਹੀ ਪਹਿਲਾਂ ਵੀ ਤਾਂ ਆਇਆ ਹੈ ਨਾ। therefore ਜਿਹੜਾ ਚਾਰਜ ਰਿਲੀਜ਼ਡ ਬਾय ਬੈਟਰੀ ਹੋਏਗਾ, ਇਹ ਚਾਰਜ ਰਿਲੀਜ਼ਡ ਬਾय ਬੈਟਰੀ ਹੋਏਗਾ ਕਿੰਨਾ ਹੋਏਗਾ, एक किया चार्ज याद रखना, चार्ज इज रिलीज्ड बाय बैटरी, है ना। क्यों जड़ा है ये चार्ज रिलीज्ड बाय बैटरी है, मैं लिख दूंगा रिलीज्ड बाय बैटरी। ते आप मान के चलते हैं बैटरी लगाई या V मैक्सिमम वाली, तो चार्ज रिलीज्ड की होएगा C इफेक्टिव इनटू V मैक्सिमम होएगा कि नहीं। यस सर तो 2 टाइम्स V मैक्सिमम हो गया ना, ठीक है गल। आ अपना चार्ज इन्हें 2V कह लो, चलो थोड़ा सौखा करने लिए, ठीक है 2V मान लो। सो आ समझ लो कि आप इहदे क्रॉस बैटरी लगा चुके हैं तो 2V चार्ज रिलीज हो गया वा बस। इहदे विचों कितना चार्ज रिलीज होगा 2 टाइम्स V, ए V है तो क्योंकि टोटल C इफेक्टिव 2 सीगा तो 2V रिलीज हो गया, 2V रिलीज हो गया इत्थे पहुंचेगा। इस तो बाद 2V विचों ऊपर कितना जाएगा नीचे कितना जाएगा मैं दस दो सारे ने, फिर ऊपर कितना चार्ज जाएगा। ਆਪਾਂ V ਨੂੰ ਪਹਿਲੇ ਮੰਨ ਲਿਆ V ਤੇ ਚਾਰਜ ਕੱਢ ਲਿਆ C ਇਫੈਕਟਿਵ ਕੱਢ ਕੇ ਪੂਰੇ ਸਰਕਟ ਦਾ। ਹੁਣ ਆਪਾਂ ਦੇਖ ਰਹੇ ਹਾਂ ਉੱਪਰ ਕਿੰਨਾ ਜਾਏਗਾ 2V ਜਿੰਨਾ ਟੋਟਲ ਚਾਰਜ ਹੈ ਇਨਟੂ 2/6 ਨਾ, यस सर ਤੇ ਆਏਗਾ 2V/3 ਤੇ नीचे कितना चार्ज आएगा तो 2V/3 गया तो कितना आएगा इथे 4V/3, है ना। ਸਮਝ ਲੱਗ ਰਹੀ ਗੱਲ ਸਭ ਨੂੰ? यस सर Yes, sir. ਆ 2V ਗਿਆ ਵੰਡਿਆ, ਆਪਾਂ ਵੰਡਿਆ ਹੀ ਆ ਜਿਵੇਂ Q ਹੁੰਦਾ ਕੈਪੀਟਲ Q ਨੂੰ ਕਿਵੇਂ ਵੰਡਦੇ ਤੁਸੀਂ ਉੱਪਰ, ਤੁਸੀਂ Q ਗੁਣਾ 4/6 ਕਰ ਦੇਣਾ ਸੀ, ਨੀਚੇ ਕਿੰਨਾ ਗਿਆ Q ਗੁਣਾ 4 ਨਹੀਂ ਉੱਪਰ 2/6 ਕਰ ਦੇਣਾ ਸੀ, ਨੀਚੇ ਗੁਣਾ 4/6 ਕਰ ਦੇਣਾ ਸੀ, ਐਂ ਤਾਂ ਡਿਵਾਈਡ ਹੁੰਦਾ ਨਾ Q।
ਆਪਾਂ ਮੰਨ ਲਿਆ ਕਿ Q2 ਵੀ ਨਿਕਲਿਆ, ਉਹ ਉੱਪਰ ਐ ਚਲਾ ਗਿਆ, ਉਤੋਂ ਇਕੱਠਾ ਹੋ ਕੇ ਇਹਦੇ ਤੇ ਕਿੰਨਾ ਚਾਰਜ ਆਊਗਾ ਦੱਸੋ, ਇਹਦੇ ਤੇ ਪੂਰਾ 2v। 2v। ਹੁਣ ਤੁਸੀਂ ਇਹ ਦੇਖ ਲਓ, ਜੇ ਚਾਰਜ ਤਾਂ ਤੁਹਾਨੂੰ ਇਨ ਟਰਮਸ ਆਫ ਵੀ ਮਿਲ ਹੀ ਗਿਆ ਵਾ, ਜਿਹੜਾ ਆ ਉੱਪਰਲੇ ਤੇ ਚਾਰਜ ਹੈ 2v/3 ਉਹ ਕਿਸ ਤੋਂ ਛੋਟਾ ਹੋਣਾ ਚਾਹੀਦਾ ਹੈ, ਜਿੰਨਾ ਇਹ ਤੇ ਮੈਕਸਿਮਮ ਚਾਰਜ ਹੋਲਡ ਕਰ ਸਕਦਾ। ਮੈਕਸਿਮਮ ਕਿੰਨਾ ਹੋਲਡ ਕਰ ਸਕਦਾ 20, ਹੈ ਨਾ। ਜਿਹੜਾ ਨੀਚੇ ਆਇਆ 4v/3 ਉਹ ਕਿੰਨਾ ਹੋਣਾ ਚਾਹੀਦਾ ਮੈਕਸਿਮਮ, 5 ਚੌਕਾ 20, 20। ਤੇ ਜਿਹੜਾ ਆਹ ਵਾਲਾ 2v ਹੈਗਾ ਕਿਸ ਤੋਂ ਘੱਟ ਹੋਣਾ ਚਾਹੀਦਾ 24, ਹੈ ਨਾ। 8 ਤੇ 24 ਬਸ। ਹੁਣ ਤੇ ਦੇਖ ਲਓ v ਆਇਆ ਇਹ ਲੈਸ ਦੈਨ ਇਕੁਅਲ ਟੂ 30 ਜਾਂ ਫਿਰ ਲੈਸ ਦੈਨ 30 ਲਾ ਲਓ। ਇਹ ਵੀ ਲੈਸ ਦੈਨ ਕਿੰਨਾ ਹੋਣਾ ਚਾਹੀਦਾ 15, ਇਹ ਵੀ ਲੈਸ ਦੈਨ 12। ਤਾਂ ਜਿਹੜਾ v ਜਿਹੜਾ ਆ ਬੇਸਿਕਲੀ ਅਲੱਗ-ਅਲੱਗ ਕੈਪੈਸਿਟਰ ਲਈ ਲਿਖਿਆ ਹੈ, ਉਹਦੇ ਅਕ੍ਰੋਸ ਇੰਨਾ ਇਸ ਤੋਂ ਇਸ ਤਰ੍ਹਾਂ, ਤਾਂ ਤੁਸੀਂ ਕਿੰਨਾ v ਲੈ ਸਕਦੇ ਹੋ, ਕਿਉਂਕਿ v ਆਹ ਵਾਲਾ ਹੀ ਹੈ ਤੁਹਾਡਾ v ਮੈਕਸਿਮਮ, ਹੈ ਨਾ। ਆ ਲਓਗੇ ਨਾ 12 ਵੋਟ ਲੋਗੇ, ਤੇ ਪਹਿਲਾਂ ਆਪਾਂ ਜਿਹੜਾ ਕੀਤਾ ਦੇਖੋ ਆ 12 ਵੋਟ ਇੱਥੋਂ ਸਿੱਧਾ ਆ ਗਿਆ ਸੀ। ਮੈਨੂੰ ਤਾਂ ਹਿਮਾਨੀ ਵਾਲਾ ਮੈਥਡ ਜ਼ਿਆਦਾ ਸਹੀ ਲੱਗ ਰਿਹਾ, ਤੁਹਾਨੂੰ ਜੋ ਲੱਗਿਆ ਤੁਸੀਂ ਦੇਖ ਲਓ। ਮੈਂ ਕਿਉਂਕਿ ਉਹਦੇ ਚ ਕੀ ਹੈ ਕਿ 20 ਪਹਿਲਾਂ ਤੋਂ ਲੈ ਕੇ ਕੋਈ ਇਸ ਤਰ੍ਹਾਂ ਦਾ ਪੰਗਾ ਲੈਣ ਦੀ ਲੋੜ ਹੀ ਨਹੀਂ ਪੈਂਦੀ। ਕਲੀਅਰ ਹੈ ਗੱਲ? Yes sir। तो ਆਪਾਂ ਇੱਕ ਕੁਐਸਚਨ ਬਸ ਲਾਸਟ ਕੁਐਸਚਨ ਕਰਦੇ ਹਾਂ, ਫਿਰ ਆਪਾਂ ਅੱਜ ਖਤਮ ਕਰਦੇ ਹਾਂ। ਇਹ ਹੈਗਾ ਫਾਈਂਡ C effective for infinite series। ਹੁਣ ਇਹ ਥੋੜਾ ਦੇਖਣ ਚ ਅਜੀਬ ਲੱਗਦਾ ਹੈ ਇਹ ਸਰਕਟ, ਪਰ ਜਦੋਂ ਸਮਝ ਆ ਜਾਂਦੀ ਹੈ ਨਾ ਫਿਰ ਉਹ ਹਮੇਸ਼ਾ ਲਈ ਹੋ ਜਾਂਦਾ, ਕਿਉਂਕਿ ਰੈਜ਼ਿਸਟੈਂਸ ਵਿੱਚ ਵੀ ਇਦਾਂ ਦਾ ਆਏਗਾ। ਆ ਮੰਨ ਲਓ ਇਹ ਹੈਗਾ, ਇਹਦੇ ਵੱਲੋਂ ਕੈਪੈਸਿਟੈਂਸ ਲੱਗਿਆ ਹੈ ਇੱਕ, ਤੇ ਇੱਥੇ ਵੀ ਕੈਪੈਸਿਟੈਂਸ ਲੱਗਿਆ ਹੈ ਇੱਕ, ਤੇ ਆ ਹੈਗਾ ਆਪਣਾ ਪੁਆਇੰਟ B। ਆ ਜਿਹੜਾ ਹੈਗਾ ਇਹ ਆਪਣੇ ਕੋਲ ਹੈਗਾ 4 ਮਾਈਕਰੋਫੈਰਡ, ਆ ਹੈਗਾ ਆਪਣੇ ਕੋਲ 2 ਮਾਈਕਰੋਫੈਰਡ ਜਿਹੜਾ ਇੱਧਰ ਲੱਗਿਆ ਹੈ। ਫਿਰ ਅੱਗੇ ਜਾਓ, ਫਿਰ 4 ਲੱਗਿਆ ਹੈ, ਤੇ ਫਿਰ ਇਹਦੇ ਨੀਚੇ ਆਓ, ਫਿਰ 2 ਲੱਗਿਆ ਹੈ, ਆ 2 ਆ ਇਹ 4 ਆ, ਫਿਰ ਇਸ ਤਰ੍ਹਾਂ ਜੁੜੇ ਹੋਏ। ਫਿਰ ਅੱਗੇ ਜਾਓ, ਫਿਰ 4 ਲੱਗਿਆ ਹੈ, ਫਿਰ ਇਹਦੇ ਨੀਚੇ ਆਓ, ਫਿਰ 2 ਲੱਗਿਆ ਆ ਇਸ ਤਰ੍ਹਾਂ। ਫਿਰ ਅੱਗੇ ਜਾਓ, ਫਿਰ 4, ਫਿਰ इधर फिर 2 एंड सो ऑन, इस तरह चली जा रहा है, समझ लो इनफिनिटी तक चली जा रहा, मतलब रुकता ही नहीं पाया सर्किट। ਤੇ ਹੁਣ ਉਹਨਾਂ ਨੇ ਤੁਹਾਨੂੰ ਪੁੱਛ ਲਿਆ ਕਿ A ਤੇ B ਵਿਚਕਾਰ ਤੁਸੀਂ ਦੱਸਣਾ ਆ ਕਿ ਕਿੰਨਾ C ਇਫੈਕਟਿਵ ਹੈ ਇਸ ਤਰ੍ਹਾਂ ਦੇ ਵਿੱਚ। ਹੁਣ ਆਮ ਕਰਕੇ ਤਾਂ ਬੰਦਾ ਸੋਚਦਾ ਕਿ ਇਨਫਿਨਿਟੀ ਤੱਕ ਹੈ, ਤਾਂ ਇਹ ਤਾਂ ਸਰਕਟ ਦਾ ਕੈਪੈਸਿਟੈਂਸ ਪਤਾ ਨਹੀਂ ਕਿੰਨਾ ਹੋਵੇ ਹੁਣ, ਕਿਉਂਕਿ ਇਨਫਿਨਿਟੀ ਤੱਕ ਜਾ ਰਿਹਾ ਹੈ ਨਾ। ਇਹਦਾ C ਇਫੈਕਟਿਵ ਪਤਾ ਕਰਨਾ ਤੁਸੀਂ ਜੋ ਇਹਨਾਂ ਦੋਨੋਂ ਪੁਆਇੰਟਸ ਦੇ ਵਿੱਚ ਹੋਏਗਾ। ਆ ਇਨਫਿਨਿਟੀ ਤੱਕ ਜਾ ਰਿਹਾ ਪਿੱਛੋਂ। ਇਹ ਕੁਐਸਚਨ ਬੜੇ ਹੀ ਮਤਲਬ ਅਲੱਗ ਤਰ੍ਹਾਂ ਦਾ ਕੁਐਸਚਨ ਹੈ। ਇਸ ਤਰ੍ਹਾਂ ਦਾ ਰੈਜ਼ਿਸਟੈਂਸ ਵਿੱਚ ਵੀ ਆਏਗਾ, ਤੁਹਾਨੂੰ ਕੈਪੈਸਿਟੈਂਸ ਵਿੱਚ ਵੀ ਆ ਰਿਹਾ ਵਾ। ਬਸ ਤੁਸੀਂ ਸਮਝਣਾ ਹੈ ਇਹਨੂੰ ਚੰਗੀ ਤਰ੍ਹਾਂ ਕਿ ਇਹਨੂੰ ਕਿਵੇਂ ਕੀਤਾ ਜਾਵੇ। ਤੁਸੀਂ ਮੈਨੂੰ ਇਹ ਦੱਸੋ, ਹੁਣ ਆਪਾਂ ਮੰਨ ਲੈਂਦੇ ਆ ਕਿ ਇਹਦਾ ਟੋਟਲ ਦਾ ਕੈਪੈਸਿਟੈਂਸ ਕਿੰਨਾ ਹੈ C ਇਫੈਕਟਿਵ, ਠੀਕ ਹੈ। Yes. Yes sir। C effective is capacitance between A and B, ਜਿਹੜਾ ਆਪਾਂ ਪਤਾ ਕਰਨਾ ਆ C effective ਹੈ। ਹਿਮਾਨੀ Sir. ਤੁਸੀਂ ਮੈਨੂੰ ਇਹ ਦੱਸੋ ਕਿ ਜੇ ਮੈਂ ਆਹ ਵਾਲਾ ਭੁੱਲ ਜਾਵਾਂ ਇਹਨੂੰ ਤੇ ਇਹਨੂੰ ਭੁੱਲ ਜਾਵਾਂ, ਠੀਕ ਹੈ, ਤੇ ਜੇ ਮੈਂ ਆਹੀ ਸਰਕਟ ਨੂੰ ਇੱਥੋਂ ਸੋਚਣਾ ਸ਼ੁਰੂ ਕਰਾਂ, ਇੱਥੋਂ ਤੇ ਇੱਥੋਂ ਆਹ ਵਾਲੇ ਜਿਹੜੇ 2 ਪੁਆਇੰਟ ਬਣਾਏ ਮੈਂ ਇਹਦੇ ਪਿੱਛੇ ਤੇ ਇਹਦੇ ਪਿੱਛੇ ਨੂੰ, ਇਹਨਾਂ ਦੋਨੋਂ ਪੁਆਇੰਟ ਦੇ ਵਿੱਚ ਸੋਚਣਾ ਸ਼ੁਰੂ ਕਰਾਂ, ਤਾਂ ਆਹ ਵਾਲੇ ਦੋਨੋਂ ਰੈੱਡ ਪੁਆਇੰਟ ਦੇ ਪਿੱਛੇ ਇਹਨਾਂ ਦੋਨਾਂ ਵਿੱਚ ਜਿਹੜਾ ਇਫੈਕਟਿਵ ਕੈਪੈਸਿਟੈਂਸ ਹੋਏਗਾ ਜਾਂ ਜਿਹੜਾ ਆਪਣੇ A ਤੇ B ਵਿੱਚ ਹੈਗਾ ਵਾ, ਉਹਨਾਂ 'ਚ ਕੋਈ ਫਰਕ ਪਏਗਾ? Sir. शायद नहीं पएगा ना, क्योंकि इन्फिनिटी तक है ना पिछे। बेसिकली आ पॉइंट ਜਿਹੜਾ ਆ ਸਰਕਟ ਹੈ, ਆ ਵਾਲਾ ਪੁਆਇੰਟ ਹੋ ਗਿਆ ਤੇ ਆ ਵਾਲਾ ਪੁਆਇੰਟ, ਇਹਦੇ ਪਿੱਛੇ ਜੇ ਮੈਂ ਇੱਥੇ ਆ ਵਾਲੇ ਤੇ ਮਤਲਬ ਜਸਟ ਮੈਂ ਥੋੜੀ ਦੇਰ ਲਈ ਇਹਨੂੰ ਮੈਂ ਭੁੱਲ ਹੀ ਜਾਵਾਂ, ਸਰਕਟ ਮੈਂ ਐਨਾ ਕ ਡਰਾ ਕਰਾਂ, ਤਾਂ ਵੀ ਤਾਂ ਤੁਸੀਂ ਉਹੀ ਉਧਰ ਦੀ ਸਮੱਸਿਆ ਵਿੱਚ ਪਏ ਹੋਵੋਗੇ ਨਾ, ਸੇਮ ਸਿਚੁਏਸ਼ਨ 'ਚ ਕਿ ਨਹੀਂ? ਪਤਾ ਲੱਗੀ ਗੱਲ? Yes sir. ਤੇ ਦੂਜੀ ਗੱਲ ਇਹ ਹੈ ਕਿ ਇੱਥੇ ਜੋ ਵੀ ਸਰਕਟ ਹੈ, ਜੇ ਤੁਸੀਂ ਇਹਨੂੰ ਥੋੜਾ ਧਿਆਨ ਨਾਲ ਸੋਚੋ,
ਕਿ ਜਿਹੜਾ ਆਹ ਵਾਲਾ ਪੁਆਇੰਟ ਹੈ, ਜਿਵੇਂ ਆਹ ਵਾਲਾ ਪੁਆਇੰਟ ਹੈ ਜਿਹੜਾ, ਇਸ ਪੁਆਇੰਟ ਤੇ ਜੋ ਵੀ ਚਾਰਜ A ਤੋਂ ਰਿਲੀਜ਼ ਹੋਏਗਾ Q, ਹਨਾ, ਇੱਥੇ ਇਸ ਪੁਆਇੰਟ ਤੇ ਆ ਕੇ ਉਸ ਨੂੰ Q ਨੂੰ ਵੰਡਿਆ ਜਾਣਾ ਪੈਣਾ ਨਾ, ਇੱਥੇ Q1 ਜਾਏਗਾ ਨਾ, ਹਾਂਜੀ ਇੱਥੇ Q2 ਆਏਗਾ। Q2 ਜਦੋਂ ਇੱਥੇ ਵਾਪਸ ਆਏਗਾ ਤਾਂ ਕਿਉਂਕਿ ਤੁਹਾਨੂੰ ਪਤਾ ਚਾਰਜ ਜਿੰਨਾ ਰਿਲੀਜ਼ ਹੋਇਆ A ਤੋਂ ਬੈਟਰੀ ਤੋਂ ਆਇਆ ਹੋਣਾ, ਪੂਰਾ ਚਾਰਜ Q ਵਾਪਸ ਜਾਣਾ ਜ਼ਰੂਰੀ ਹੈ ਨਾ। ਯੈਸ ਸਰ ਤਾਂ Q2 ਜੇ ਇੱਥੇ ਆ Q1 ਨੇ ਅੱਗੇ ਜਾ ਕੇ ਇੱਥੇ ਵੀ ਵੰਡਿਆ ਜਾਣਾ, ਭਾਵੇਂ ਜਿੰਨਾ ਮਰਜ਼ੀ ਵੰਡਿਆ ਜਾਵੇ ਮੁੜ ਕੁੜ ਕੇ Q1 ਇੱਥੇ ਵਾਪਸ ਆਣਾ ਪੈਣਾ ਨਾ। ਯੈਸ ਸਰ ਤਾਂ ਬੇਸਿਕਲੀ ਆ Q1 ਚਾਰਜ ਜਿਹੜਾ ਇੱਥੋਂ ਗਿਆ ਅੱਗੇ, ਜਿਹੜਾ ਇੱਥੇ ਤੱਕ ਆਇਆ ਰਿਲੀਜ਼ ਹੋ ਕੇ ਉੱਥੋਂ, ਤਾਂ ਬੇਸਿਕਲੀ ਆਹ ਵਾਲਾ ਪੂਰਾ ਸਰਕਟ ਜਿਹੜਾ ਆ ਇਧਰਲਾ, ਇਹ ਇਸ Q2 ਵਾਲੀ ਜਿਹੜੀ ਬ੍ਰਾਂਚ ਹੈ ਇਹਦੇ ਪੈਰਲਲ ਹੋਏਗਾ ਕਿ ਸੀਰੀਜ਼ ਹੋਏਗਾ, ਦੱਸੋ। ਆਹ ਵਾਲੇ ਪੁਆਇੰਟ ਤੇ ਵੰਡਿਆ ਗਿਆ ਨਾ ਚਾਰਜ, Q1 ਇੱਧਰ ਗਿਆ Q2 ਇੱਧਰ ਗਿਆ ਤੇ ਇੱਥੇ ਇਕੱਠਾ ਹੋਇਆ ਹਨਾ ਨੀਚੇ, ਤਾਂ ਬੇਸਿਕਲੀ ਪੈਰਲਲ ਚ ਹੋਏਗਾ ਨਾ ਉਹ ਸਰਕਟ ਬਾਕੀ ਸਾਰਾ ਉਹਦੇ। ਯੈਸ ਤੇ ਆਪਾਂ ਹੁਣ ਇਹ ਵੀ ਗੱਲ ਕਰ ਚੁੱਕੇ ਕਿ ਜਿਹੜਾ ਇਸ ਤੇ ਜੇ ਆਪਾਂ ਇੱਕ ਪੋਰਸ਼ਨ ਅਗਲਾ ਛੱਡ ਦਈਏ ਤੇ ਪਿਛਲੇ ਜਿਹੜੇ ਸਾਰੇ ਆਪਾਂ ਜੇ ਕੰਸੀਡਰ ਕਰੀਏ 4 ਤੇ 2, ਤਾਂ ਬੇਸਿਕਲੀ ਉਹ ਸਾਰਿਆਂ ਦਾ ਕੈਪੈਸਿਟੈਂਸ ਵੀ ਉਨਾ ਹੀ ਹੋਏਗਾ। ਯੈਸ ਸਰ ਸੋ ਜੇ ਮੈਂ ਇਸ ਸਰਕਟ ਨੂੰ ਐ ਬਣਾ ਲਵਾਂ, ਹਾਂਜੀ शुभम बोलो। सर वो जो आपने 2 पॉइंट लिए थे और बोला था कि वहां पे सेम होगा, वो नहीं समझा जो पहले लिए। मैं कह रहा हूँ ये वाला जो पॉइंट है, यहाँ से चार्ज जब रिलीज होगा, यहाँ से चार्ज रिलीज होगा, यहाँ से Q, तो वो Q यहाँ पे बांटा जाएगा कि नहीं 2 हिस्सों में, बताओ। एक इधर जाएगा एक इधर जाएगा। ये सर ये तो समझ आ गया सर, जो इससे पहले आपने 2 पॉइंट लिए थे, बोल रहे थे कि शुभम आपकी आवाज बिल्कुल नहीं आ रही है। अब मैं एक बार बता देता हूँ दोबारा, ठीक है, उसके बाद आप दोबारा पूरा एक बार लेक्चर जब दोबारा देखोगे ना, थोड़ा सा दोबारा एंड वाला देख लेना। आपकी आवाज मुझे साफ नहीं आ रही है, अभी मैं मेरी बात भी पूरी हो पाएगी, बाकी नहीं तो कल हम डिस्कस कर लेंगे, एक बार से दोबारा से देख लेना। इधर देखो आ येलो वाला इधर आ गया, रेड वाला गया, रेड वाला जो गया है ਇੱਥੇ ਵੀ ਡਿਵਾਈਡ ਹੋਏਗਾ, ਉਹ ਇੱਥੇ ਵੀ ਆ 2 ਪੁਆਇੰਟਸ ਵਿੱਚ ਵੀ ਅੱਗੇ ਜਿਹੜਾ ਸਾਰਾ ਸਰਕਟ ਹੋਏਗਾ ਇਹਦੇ ਪੈਰਲਲ ਹੋਏਗਾ, ਇਹ ਵੀ ਸਾਰਾ ਅੱਗੇ ਪੈਰਲਲ ਹੋਏਗਾ ਹੈ ਨਾ। हर जगह इतने डिवीजन होएगी तो नीचे इकट्ठा होता रहेगा, इकट्ठा होकर फिर इधर वापस आएगा चार्ज इधर बिल्कुल जितना इधर गया इधर वापस आएगा, ताकि दोनों येलो एंड रेड मिलके इतने फिर जाऊंगा वापस क्यों। सो आ ਜਿਹੜਾ A है, जे मैं A ਦੇ ਨਾਲ ਇੱਕ 4 ਮਾਈਕਰੋਫੈਰਡ ਲਗਾ ਦਵਾਂ ਇੱਥੇ, ਇੱਕ ਇੱਥੇ 2 ਮਾਈਕਰੋਫੈਰਡ ਵੀ ਲਗਾ ਦਵਾਂ ਜਿਵੇਂ ਲਾਇਆ ਹੋਇਆ ਵਾ, ਤੇ ਆ ਆਪਣਾ B ਪੁਆਇੰਟ ਹੈ ਬਿਲਕੁਲ ਉਵੇਂ ਹੀ। ਤੇ ਇਸ ਤੋਂ ਬਾਅਦ ਮੈਂ ਇਹ ਕਹਿ ਸਕਦਾ ਕਿ ਜੇ C ਇਫੈਕਟਿਵ ਹੀ ਹੈ ਕੈਪੈਸਿਟੈਂਸ ਇਸ ਪੂਰੇ ਸਰਕਟ ਦਾ, ਤਾਂ ਉਹ C ਇਫੈਕਟਿਵ ਇੱਥੇ ਇਸ ਤੋਂ ਬਾਅਦ ਵਾਲੇ ਸਾਰੇ ਸਰਕਟ ਦਾ ਵੀ ਹੋਏਗਾ, ਹੈ ਕਿ ਨਹੀਂ। ਦੇਖੋ ਹਿਮਾਨੀ ਆਈ ਕਹਿ ਰਿਹਾ ਸੀ ਨਾ ਮੈਂ, मतलब कैलकुलेट मैं A ਤੇ B ਵਿੱਚ ਕਰਨਾ, ਪਰ ਜੋ A ਤੇ B ਵਿੱਚ ਹੋਏਗਾ ਉਹ ਬੇਸਿਕਲੀ ਇਹਦੇ ਪਿੱਛੇ ਵਾਲੇ ਸਾਰੇ ਸਰਕਟ ਦਾ ਵੀ ਹੋਏਗਾ, ਮੈਂ ਇਹ ਕਹਿ ਰਿਹਾ ਹਾਂ ਨਾ। ਹਾਂਜੀ ਸਰ ਹਾਂਜੀ। ਤਾਂ ਉਹ ਆਪਾਂ ਉਹ ਸਾਰੇ ਸਰਕਟ ਦੀ ਬਜਾਏ ਨਾ ਇੱਕ C ਇਫੈਕਟਿਵ ਇੱਥੇ ਲਗਾਤਾ, ਤੇ ਹੁਣ ਮੈਂ A ਤੇ B ਵਿਚਕਾਰ C ਇਫੈਕਟਿਵ ਹੀ ਕੈਲਕੂਲੇਟ ਕਰਨ ਜਾ ਰਿਹਾ ਹਾਂ, ਪਰ ਉਹ ਇਹਨਾਂ ਵਿੱਚ ਕੈਲਕੂਲੇਟ ਕਰੂੰਗਾ। ਤੇ ਉਹ ਹੋਏਗਾ ਕਿਵੇਂ, ਬੇਸਿਕਲੀ ਆ C ਇਫੈਕਟਿਵ ਤੇ ਆ 2 ਇਹ ਆਪਸ ਚ ਕੀ ਹੋ ਜਾਣਗੇ, ਪੈਰਲਲ ਚ, ਉਹ ਆ ਜਾਊਗਾ ਸਿੱਧਾ ਹੀ। ਆ ਵਾਲਾ ਤੇ ਆ 4 ਕੀ ਹੋਣਗੇ, ਸੀਰੀਜ਼। ਯੈਸ ਸਰ। तो बेसिकली होगा 4 मल्टीप्लाइड बाय C इफेक्टिव प्लस 2 डिवाइडेड बाय 4 प्लस C इफेक्टिव प्लस 2, ਤੇ ਇਹ ਜਿਹੜਾ ਕੈਪੈਸਿਟੈਂਸ ਆਏਗਾ ਉਹ ਬੇਸਿਕਲੀ C ਇਫੈਕਟਿਵ ਹੀ ਆਏਗਾ ਵਾਪਸ, ਹੈ ਨਾ। ਯੈਸ ਹਾਂਜੀ। ਬਸ ਕੁਝ ਨਹੀਂ, ਇਹ ਬਿਲਕੁਲ ਥੋੜੀ ਜਿਹੀ ਟ੍ਰਿਕ ਸੀ ਮੈਥਮੈਟੀਕਲ ਜੀ, ਤੇ ਹੁਣ ਤੁਸੀਂ ਇਸ ਇਕੁਏਸ਼ਨ ਨੂੰ ਸੋਲਵ ਕਰਨਾ ਹੈ ਔਰ ਕੁਝ ਵੀ ਨਹੀਂ ਕਰਨਾ, C ਇਫੈਕਟਿਵ ਨਿਕਲ ਜਾਏਗਾ ਇਹਦੇ ਵਿੱਚੋਂ। ਤੇ ਇਸ ਤਰ੍ਹਾਂ ਦੇ ਕੁਐਸਚਨਸ ਰੈਜ਼ਿਸਟੈਂਸ ਵਿੱਚ ਵੀ ਆਣਗੇ, ਸੇਮ ਹੀ ਹੋਣਗੇ, ਕੁਝ ਨਹੀਂ ਹੋਏਗਾ। C ਇਫੈਕਟਿव ਹੋ ਗਿਆ, ये आएगा 4 टाइम्स C इफेक्टिव प्लस 4 दूनी 8, ये बनेगा 4 प्लस 2 6, so C इफेक्टिव प्लस 6, ये आ जाएगा C इफेक्टिव द होल स्क्वायर प्लस 6 टाइम्स C इफेक्टिव माइनस 4 टाइम्स C इफेक्टिव माइनस 8 इक्वल टू 0। सो तुसी ये कर लियो, एक क्वाड्रेटिक बन गई, प्लस 2 टाइम्स C इफेक्टिव माइनस 8 इक्वल टू 0, ये फैक्टर्स बना लियो, तो ये बन जाएंगे C इफेक्टिव, मैं सीधे लिख देना प्लस 4 C इफेक्टिव माइनस 2 इक्वल टू 0। तो इतों तुहाडे कोल एक तो आएगा C इफेक्टिव 2, एक आएगा C इफेक्टिव माइनस 4, तो इनू तुसीं नेगलैक्ट कर दो क्योंकि नेगेटिव होने से तो आ आंसर है अपना। बेसिकली इस पूरे इनफाइनाइट स्ट्रक्चर दा
VC इफेक्टिव ਜਿਹੜਾ ਉਹ ਸਿਰਫ 2 ਮਾਈਕਰੋਫੈਰਡ ਹੈ। ਸੋ ਇਹ ਬੜਾ ਇੰਟਰਸਟਿੰਗ ਵੀ ਹੈ, ਥੋੜਾ ਇੱਕ ਵਾਰ ਸੋਚਿਓ ਵੀ, ਤੇ ਇੱਕ ਵਾਰ ਜੇ ਇਹਨਾਂ ਨੂੰ ਆਵਾਜ਼ ਨਹੀਂ ਆਈ ਵਿੱਚ ਦੇ ਜਾਂ ਜਿਨ੍ਹਾਂ ਦਾ ਕਨੈਕਸ਼ਨ ਪ੍ਰੋਪਰ ਨਹੀਂ ਰਿਹਾ, ਇੱਕ ਵਾਰ ਇਹਨੂੰ ਦੁਬਾਰਾ ਦੇਖ ਲਿਓ। ਕੱਲ ਆਪਾਂ ਸਿਰਫ ਕੁਝ ਪ੍ਰੋਬਲਮਸ ਹੀ ਕਰਾਂਗੇ, ਬਾਕੀ ਹੋਰ ਦੇਖਾਂਗੇ। ਆਪਣਾ ਲਗਭਗ ਕੈਪੈਸਿਟੈਂਸ ਪੂਰਾ ਖਤਮ ਹੋ ਚੁੱਕਾ ਹੈ। ਫਿਰ ਵੀ ਕੱਲ ਦਾ ਦਿਨ ਮੈਂ ਤੁਹਾਨੂੰ ਦਊਂਗਾ ਸੋ ਦੈਟ ਕੱਲ ਦਾ ਤੁਸੀਂ ਟੈਸਟ ਵਧੀਆ ਤਰ੍ਹਾਂ ਦੇ ਸਕੋ, ਆਪਣਾ ਤਿਆਰੀ ਕਰਕੇ। ਥੈਂਕ ਯੂ। Thank you, sir.